वाहिगुरू जी का खालसा वाहिगुरू जी की फतेह। गुरु ग्रंथ साहब जी दी चल रही लड़ीवार विचारां विच अज अंक नंबर 1056 तो अगे पाठ करना है। मारू राग विच महला तीजा दे सोहलियां दे पाठ चल रहे हैं, जिस विच 13वें सोहले दे 2 पदियां तक दा कल पाठ होया सी, अज अगों पाठ करना है। अंधेरा चानन आपे किया, एको वरतै अवर नबिया। गुर प्रसादी आप पछाणै, कमल बिगसै बुधता है। अंधेरा चानन आपे किया, एको वरतै अवर नबिया। गुर प्रसादी आप पछाणे, कमल बिगसे बुधता भी देख लीजिए रोशनी ते अंधेरा, पर अंधेरा जिहड़ा है अज्ञानता दा प्रतीक है ते चानन जिहड़ा है ज्ञान दा प्रतीक है। किसी दे भी मन दे विच चानन वॉइस ज्ञान डिस्टरबेंस हो रही है, या वॉइस अज्ञानता डिस्टरबेंस। बीर जी उस ਤੁਹਾਡਾ परमात्मा ਨੈਟਵਰਕ ਅੱਜ ਡਿਸਟਰਬ ਕਰ ਰਿਹਾ ਦੁਬਾਰਾ ਤੋਂ। नो ਵੀਰ ਜੀ ਕੈਰੀ ਔਨ ਬਾਕੀਆਂ ਨੂੰ ਬੇਨਤੀ ਪਲੀਜ਼ ਆਡੀਓ ਨਾ ਔਨ ਕੀਤਾ ਕਰੋ। अज्ञानता ते ज्ञान परमात्मा दे हुक्म विच ही है। किसी भी मन ने अगर ज्ञान हासिल किया है ते वो भी परमात्मा दे हुक्म विच ही प्राप्त किया है। अगर कोई अज्ञानता विच है वो भी उसदे हुक्म विच ही है। असी ध्यान दईए ना, परमात्मा ज्ञान दा स्रोत है। हर पासे परमात्मा रोशनी दी दात दे रहा है। ਜਦੋਂ ਅਸੀਂ ਆਪ ਹੀ ਅੱਖਾਂ ਮੀਟ ਲੈਂਦੇ ਆ ਤੇ ਅਸੀਂ ਉਸ ਰੋਸ਼ਨੀ ਤੋਂ ਵਾਂਝੇ ਰਹਿ ਜਾਂਦੇ ਆ। ਇੰਜ ਸਮਝਣਾ ਕਰੀਏ ਕਿ ਪਰਮਾਤਮਾ ਦਾਤ ਗਿਆਨ ਦੀ ਸਾਰਿਆਂ ਨੂੰ ਦੇ ਰਿਹਾ। ਅਸੀਂ ਆਪ ਹੀ ਅੱਖਾਂ ਮੀਟ ਲੈਂਦੇ ਆ, ਅਸੀਂ ਆਪ ਹੀ ਆਪਣੇ ਮਨ ਦੇ ਦਰਵਾਜ਼ੇ ਬੰਦ ਕਰ ਲੈਂਦੇ ਆ, ਉਸ ਚਾਨਣ ਨੂੰ ਅੰਦਰ ਨਹੀਂ ਜਾਣ ਦਿੰਦੇ। ਅੰਧੇਰਾ ਚਾਨਣ ਆਪੇ ਕੀਆ, ਏਕੋ ਵਰਤੇ ਅਵਰ ਨਾ ਬੀਆ। ਏਕੋ वरते उस परमात्मा दा ही हुक्म हर पासे वरत रहा, हर पासे उसदे परमात्मा दे हुक्म विच ही सारी कार विहार हो रही है। गुर प्रसादी आप पछाणे, कमल बिगसे बुधता है। गुर प्रसादी गुरु दी गाइडेंस विच आप पछाणे, आप नू पछाण लवे। हुण आप अखर की है? आप अखर दे बाबत ना गुरु ग्रंथ साहब विच 3 रूपां विच आप दे अर्थ आ रहे हैं। एक ते आप दा अगर मेन अर्थ मेन मूल लईए ना ते मेन मूल इको ही आंदा है। आप आत्मा नू कहंदे ने। आत्मा लई आप पछाणे, अपने असल नू पछाण लवे। पर अज्ञानता वस हउमे दी वजह करके अंकार विच जदों मन चला जांदा है ते कई थावां ते आप अंकार लई भी आंदा है। ਜਦੋਂ ਮਨੁੱਖ ਅਗਿਆਨਤਾ ਵਿੱਚ ਹੁੰਦਾ ਹੈ, ਹਉਮੈ ਦੇ ਅੰਦਰ ਆਪ ਜਿਹੜਾ ਹੈ ਆਪਣੇ ਮਨ ਵਿੱਚ ਅਹੰਕਾਰ ਵਧਾ ਲੈਂਦਾ ਹੈ ਤੇ ਕਈ ਥਾਵਾਂ ਤੇ ਆਪ ਜਿਹੜਾ ਹੈ ਉਹ ਕਿਉਂਕਿ ਸਰੀਰ ਤੇ ਆਤਮਾ ਦਾ ਮਿਲਾਪ ਹੋ ਕੇ ਦੋਨੋਂ ਦਾ ਸੁਮੇਲ ਹੋ ਕੇ ਜਿਹੜਾ ਹੈ ਅਸੀਂ ਵਿਚਰਦੇ ਹਾਂ ਸੰਸਾਰ ਵਿੱਚ। ਸਰੀਰ ਦਾ ਤੇ ਆਤਮਾ ਦਾ ਸੁਮੇਲ ਹੁੰਦਾ ਤੇ ਇੱਕਾ ਦੀ ਥਾਂ ਤੇ ਜਿਹੜੇ ਦਰਸ਼ਨ ਹੁੰਦੇ ਹਨ, ਆਪ ਬਰਾਬਰ ਕੰਚਨ ਤੋਲੇ ਉੱਤੇ ਸਰੀਰ ਕਰਕੇ ਵੀ ਆਇਆ ਕਿ ਆਪਣੇ ਬਰਾਬਰ ਆਪ ਬਰਾਬਰ ਕੰਚਨ ਤੋਲੇ ਬਹੁਤ ਸਰੀਰ ਦੇ ਵਜਨ ਬਰਾਬਰ ਸੋਨੇ ਦਾ ਤੋਲਣਾ ਕਰੇ। ਤੇ ਇੱਥੇ ਗੁਰੂ ਸਾਹਿਬ ਸਮਝਾਣਾ ਕਰ ਰਹੇ ਹਨ, ਗੁਰ ਪ੍ਰਸਾਦੀ ਆਪ ਪਛਾਣੇ, ਆਪਣੇ ਅਸਲ ਨੂੰ ਪਛਾਣ ਲਵੇ। ਗੁਰੂ ਦੀ ਗਾਈਡੈਂਸ ਵਿੱਚ ਸੱਚ ਨੂੰ ਪਛਾਣ ਲਵੇ। ਸੱਚ ਮੌਜੂਦ ਹੈ ਅੰਦਰ ਹੀ, ਪਰ ਮਾਇਆ ਦੇ ਪ੍ਰਭਾਵ ਹੇਠ ਅਸੀਂ ਮਾਇਆ ਦੀ ਮੈਲ ਗ੍ਰਹਿਣ ਕਰਨ ਦੀ ਵਜ੍ਹਾ ਕਰਕੇ ਆਪ ਨੂੰ ਪਛਾਣ ਨਹੀਂ ਪਾਉਂਦੇ ਤੇ ਝੂਠ ਦੇ ਪਿੱਛੇ ਹੀ ਅਸੀਂ ਦੌੜਦੇ ਰਹਿੰਦੇ ਹਾਂ। ਗੁਰੂ ਸਾਹਿਬ ਸਮਝਾਣਾ ਕਰ ਰਹੇ, ਗੁਰ ਪ੍ਰਸਾਦੀ ਆਪ ਪਛਾਣੇ, ਕਮਲ ਬਿਗਸੇ ਬੁੱਧ ਤਾਹਾ ਹੈ। ਕਮਲ ਬਿਗਸੇ, ਅਸੀਂ ਧਿਆਨ ਦਈਏ ਨਾ, ਪਿਛਲੇ ਪਦੇ ਵਿੱਚ ਗੁਰੂ ਸਾਹਿਬ ਨੇ ਸਮਝਾਣਾ ਕੀਤਾ ਗੁਰ ਪ੍ਰਸਾਦੀ ਉਲਟੀ ਹੋਵੇ। ਇੱਥੇ ਕਹਿ ਰਹੇ ਨੇ ਕਮਲ ਬਿਗਸੇ। ਬੜੇ ਇੱਕ ਇੱਕ ਅੱਖਰ ਜਿਹੜਾ ਨਾ ਗੁਰੂ ਸਾਹਿਬ ਨੇ ਬੜਾ ਖੂਬਸੂਰਤੀ ਨਾਲ, ਜਿੰਨੇ ਵੀ ਭਗਤ ਜਨ ਹੋਏ ਜਾਂ ਬਾਕੀਆਂ ਦੀ ਜਿਨ੍ਹਾਂ 35 ਮਹਾਂਪੁਰਖਾਂ ਦੀ
ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇੱਕ ਇੱਕ ਅੱਖਰ ਬੜੀ ਖੂਬਸੂਰਤੀ ਨਾਲ ਦਰਜ ਕੀਤਾ ਗਿਆ। ਕਮਲ ਵਿਗਸੇ, ਹੁਣ ਕਮਲ ਅੱਖਰ ਹੀ ਕਿਉਂ ਇਸਤੇਮਾਲ ਕੀਤਾ ਗਿਆ? ਵਿਗਸੇ ਨਾਲ ਖਿੜਾਓ ਵਿੱਚ ਜ਼ਿਕਰ ਕੀਤਾ ਹੈ, ਨਾਲ ਗੁਰਪ੍ਰਸਾਦੀ ਅੱਖਰ ਆ ਰਿਹਾ। ਪਿਛਲੇ ਪਦੇ ਵਿੱਚ ਉਲਟੀ ਦਾ ਜ਼ਿਕਰ ਕੀਤਾ ਹੈ, ਉਲਟੀ ਹੋਵੇ। ਅਸੀਂ ਕਮਲ ਵੱਲ ਧਿਆਨ ਦਈਏ ਨਾ, ਕਮਲ ਦਾ ਫੁੱਲ, ਕਮਲ ਦਾ ਫੁੱਲ ਸੂਰਜ ਦੀ ਰੋਸ਼ਨੀ ਪਾਉਂਦੇ ਹੀ ਖਿੜ ਜਾਂਦਾ, ਪੂਰੇ ਖਿੜਾਅ ਵਿੱਚ ਆ ਜਾਂਦਾ। ਰਾਤ ਹੁੰਦੇ ਹੁੰਦੇ ਅੰਧੇਰੇ ਵਿੱਚ ਹੁੰਦਾ, ਜਦ ਮੁਰਝਾ ਜਾਂਦਾ ਤੇ ਸਵੇਰੇ ਜਦੋਂ ਸੂਰਜ ਦੀ ਕਿਰਨਾਂ ਪੈਂਦੀਆਂ ਤੇ ਖਿੜਾਅ ਵਿੱਚ ਆ ਜਾਂਦਾ ਹੈ। ਤੇ ਇੱਥੇ ਜਦੋਂ ਵੀ ਗੁਰੂ ਸਾਹਿਬ ਕਮਲ ਦਾ ਜ਼ਿਕਰ ਕਰਦੇ ਹਨ ਨਾ, ਤੇ ਸੂਰਜ ਸਮਝ ਲਈਏ ਗਿਆਨ ਹੈ। ਜਦੋਂ ਵੀ ਹਿਰਦਾ ਕਮਲ, ਜਦੋਂ ਵੀ ਜੋ ਕਮਲ ਵਿਕਸਿਤ ਹੈ, ਔਰ ਉਲਟੀ ਦਾ ਇੱਕ ਜ਼ਿਕਰ ਹੋਰ ਨਾਲ ਸਾਥ ਬਣਾ ਕੇ ਕਰਨ ਦੀ ਚੇਸ਼ਟਾ ਕਰ ਰਿਹਾ। ਜਦੋਂ ਕਮਲ ਨੂੰ ਅਸੀਂ ਤੱਕੀਏ, ਕਈ ਵਾਰੀ ਕਮਲ ਨਾ, ਕਮਲ ਦਾ ਫੁੱਲ ਹੁੰਦਾ ਤੇ ਪਾਣੀ ਵਿੱਚ ਹੀ, ਕਿਉਂਕਿ ਪਾਣੀ ਉਸਦਾ ਜੀਵਨ ਹੈ। ਪਾਣੀ ਤੋਂ ਅਸੀਂ ਕਮਲ ਨੂੰ ਵੱਖਰਾ ਕਰ ਦਈਏ, ਕਮਲ ਮੁਰਝਾ ਜਾਏਗਾ, ਸੜ ਜਾਏਗਾ। ਕਮਲ ਹਾਲਾਂਕਿ ਪਾਣੀ ਜੀਵਨ ਹੈ ਉਸਦਾ, ਲੇਕਿਨ ਕਈ ਵਾਰੀ ਕਮਲ ਦਾ ਫੁੱਲ ਜਿਹੜਾ ਹੈ, ਮੂੰਹ ਉਸਦਾ ਪਾਣੀ ਦੇ ਵਿੱਚ ਡੁੱਬਿਆ ਹੁੰਦਾ ਹੈ। ਹੁਣ ਸੂਰਜ ਉੱਗਿਆ ਹੋਇਆ ਹੈ, ਦਾ ਚਾਨਣ ਹੈ, ਸੂਰਜ ਉੱਗਿਆ ਹੈ, ਲੇਕਿਨ ਕਮਲ ਪਾਣੀ ਦੇ ਅੰਦਰ ਫੁੱਲ ਡੁੱਬਿਆ ਹੋਇਆ, ਉਹ ਖਿੜ ਨਹੀਂ ਰਿਹਾ। ਔਰ ਦੂਜੇ ਪਾਸੇ ਪਾਣੀ ਜੀਵਨ ਹੀ ਹੈ, ਪਾਣੀ ਤੋਂ ਹੀ ਜੀਵਨ ਲੈ ਰਿਹਾ ਹੋ। ਅਸੀਂ ਵੀ ਤੱਕੀਏ ਨਾ, ਸਰੀਰਿਕ ਜੀਵਨ ਸਾਡਾ ਜਿਹੜਾ ਹੈ, ਉਹ ਅਸੀਂ ਪਦਾਰਥ ਤੱਕ ਲਈਏ, ਸਾਡੇ ਸਰੀਰ ਨੂੰ ਪਦਾਰਥਾਂ ਦੀ ਲੋੜ ਹੈ। ਜਦੋਂ ਅਸੀਂ ਮਨ ਕਰਕੇ ਪਦਾਰਥਾਂ ਵਿੱਚ ਫਸ ਜਾਂਦੇ ਆ, ਡੁੱਬ ਜਾਂਦੇ ਆ, ਤੇ ਉਹ ਕਰਕੇ ਆ ਰਹੇ ਆ। ਵੀਰ ਜੀ ਅੱਜ ਨੈਟਵਰਕ ਬਹੁਤ ਡਿਸਟਰਬ ਕਰ ਰਿਹਾ ਤੁਹਾਡਾ, ਸੌਰੀ। ਉਹ ਜਦੋਂ ਇੰਝ ਸਮਝ ਲਈਏ, ਜਿਹੜਾ ਪਾਣੀ ਦੇ ਅੰਦਰ ਸਾਡਾ ਮਨ ਜਿਹੜਾ ਖੁੰਝਿਆ ਹੋਇਆ ਸੀ, ਭਾਵ ਮਾਇਆ ਦੇ ਅੰਦਰ ਮਨ ਖੁੰਝਿਆ ਹੋਇਆ ਸੀ, ਉਸਦੇ ਵਿੱਚੋਂ ਹੁਣ ਕਮਲ ਫੁੱਲ ਨੂੰ, ਸਿਆਣੇ ਬੰਦੇ ਕਦੀ ਪਾਣੀ ਵਿੱਚ ਡੁੱਬਿਆ ਹੋਏ ਨਾ, ਤੇ ਕਮਲ ਫੁੱਲ ਨੂੰ ਉਹ ਬਾਹਰ ਕੱਢ ਕੇ, ਮੂੰਹ ਉਸਦਾ ਬਾਹਰ ਕਰਕੇ, ਤੇ ਉਹਨੂੰ ਕੋਈ ਆਸਰਾ ਦੇ ਕੇ, ਕੋਈ ਡੰਡੀ ਵਗੈਰਾ ਦਾ ਉਹਨੂੰ ਆਸਰਾ ਦੇ ਦਿੰਦੇ ਨੇ, ਉਹਦਾ ਮੂੰਹ ਸੂਰਜ ਵੱਲ ਹੋ ਜਾਏ ਤੇ ਉਹ ਫਿਰ ਤੋਂ ਖਿੜਨ ਲੱਗ ਪੈਂਦਾ, ਉਹਨੂੰ ਫਿਰ ਤੋਂ ਜੀਵਨ ਮਿਲ ਜਾਂਦੀ ਹੈ। ਗੁਰੂ ਸਾਹਿਬ ਇੱਥੇ ਬਸ ਉਹੀਓ ਦ੍ਰਿਸ਼ਟਾਂਤ ਦੇ ਰਹੇ ਹਨ, ਜਦੋਂ ਤੱਕ ਮਨ ਵੀ ਮਾਇਆ ਵਿੱਚ ਖੁੰਝਿਆ ਗਿਆ ਸੀਗਾ। ਧਿਆਨ ਦਈਏ, ਮਾਇਆ ਤੇ ਪਦਾਰਥ ਸਾਡੀ ਸਰੀਰ ਦੀ ਜ਼ਰੂਰਤ ਹੈ। ਮਨ ਦੀ ਖੁਰਾਕ ਜਿਹੜੀ ਹੈ ਉਹ ਗਿਆਨ ਹੈ, ਸਰੀਰ ਦੀ ਖੁਰਾਕ ਪਦਾਰਥ ਹੈ, ਧਨ ਦੌਲਤ ਹੈ, ਲੋੜ ਹੈ ਸਾਡੀ ਸਰੀਰ ਨੂੰ। ਲੇਕਿਨ ਜਦੋਂ ਅਸੀਂ ਮਨ ਕਰਕੇ ਅਸੀਂ ਉਹਦੇ ਵਿੱਚ ਡੁੱਬਣ ਲੱਗ ਪੈਂਦੇ ਆ, ਤੇ ਸਾਡੀ ਆਤਮਕ ਮੌਤ ਹੋਣ ਲੱਗ ਪੈਂਦੀ ਹੈ। ਮਨ ਦੀ ਖੁਰਾਕ ਗਿਆਨ ਹੈ। ਜਦੋਂ ਮਨ ਨੂੰ ਅਸੀਂ ਖੁਰਾਕ ਤੋਂ ਉਲਟ ਕਰ ਦਿੰਦੇ ਆ, ਤੇ ਮਨ ਜਿਹੜਾ ਹੈ ਆਤਮਕ ਮੌਤ ਤੇ ਮਰਨ ਲੱਗ ਪੈਂਦਾ ਹੈ। ਗੁਰੂ ਸਾਹਿਬ ਸਮਝਾ ਰਹੇ ਹਨ, ਗੁਰਪ੍ਰਸਾਦੀ ਆਪ ਪਛਾਣੇ ਕਮਲ ਵਿਕਸੇ, ਜਿਹੜਾ ਕਮਲ ਉਲਟਾ ਹੋਇਆ ਜਲ ਵਿੱਚ, ਮਾਇਆ ਵਿੱਚ ਡੁੱਬ ਰਿਹਾ ਸੀ, ਉਹ ਵਿਗਸ ਗਿਆ, ਖਿੜਾਅ ਵਿੱਚ ਆ ਗਿਆ। ਗਿਆਨ ਦੀ ਪ੍ਰਾਪਤੀ ਹੁੰਦੇ ਹੀ ਬੁੱਧ ਤਾਹਾ ਹੈ, ਬੁੱਧ ਤਾਹਾ ਹੈ ਤਾਂ ਭਾਵੇਂ ਉਹ ਸ਼ੇਸ਼ ਬੁੱਧੀ ਪ੍ਰਾਪਤ ਹੋ ਗਈ, ਕਿਉਂਕਿ ਹੁਣ ਗਿਆਨ ਵਾਲੇ ਪਾਸੇ ਮੁੱਖ ਹੋ ਗਿਆ, ਉਹ ਸ਼੍ਰੇਸ਼ਟ ਬੁੱਧੀ ਦੀ ਪ੍ਰਾਪਤੀ ਹੋਗੀ। ਅਸਲ ਬੁੱਧ ਤਾਹਾ ਹੈ, ਅਸਲ ਬੁੱਧੀ ਉसी ਨੂੰ ਪ੍ਰਾਪਤ ਹੋਈ ਹੈ, ਕਮਲ ਵਿਗਸੇ ਬੁੱਧ ਤਾਹਾ ਹੈ। ਜੀ ਹਰਵਿੰਦਰ ਵੀ ਜੀ, ਜਿਹੜਾ ਸੀ ਕੱਲ ਆਖਰੀ ਬੰਦ ਦਾ ਜਿਹੜਾ ਵਿਚਾਰ ਕੀਤਾ ਸੀ ਨਾ, ਉਧਰ ਤੁਸੀਂ ਕਹਿੰਦਾ ਵਾਜੈ ਪਵਨ ਤਹਿ ਆਪ ਵਜਾਏ, ਸਾਰਿਆਂ ਵਿੱਚ ਸਵਾਸ ਜਿਹੜੀ ਹੈ ਉਹ ਤੂੰ ਆਪ ਸਵਾਸ ਰੂਪ ਹੋ ਕੇ ਸਾਰਿਆਂ ਵਿੱਚ ਵਰਤ ਰਿਹਾ। ਉਸ ਤੋਂ ਅੱਗੇ ਸੀ ਕਹਿੰਦਾ ਸ਼ਿਵ ਸ਼ਕਤੀ ਦੇ ਹੀ ਮੈਂ ਪਾਏ। ਅਸੀਂ ਕੱਲ ਵਿਚਾਰ ਕੀਤੇ ਸੀ ਸ਼ਿਵ ਹੋਰ ਸ਼ਕਤੀ ਕਹਿ ਲੋ। ਇੱਥੇ ਹੁਣ ਗੁਰੂ ਸਾਹਿਬ ਉਹਨੂੰ ਸਿਮਿਲਰ ਕਨਸੈਪਟ ਦੀ ਗੱਲ ਚੱਲਦੀ ਪਈ ਹੈ, ਅੰਧੇਰਾ ਚਾਨਣ, ਜਾਂ ਉਹ ਇੱਕ ਹੋਰ ਪੰਕਤੀ ਆਂਦੀ, ਕਹਿੰਦੇ ਨੇ ਕਾਇਆ ਅੰਦਰ। ਇੱਕ ਹੋਰ ਪੰਕਤੀ ਅਸੀਂ ਕਈ ਵਾਰ ਵਿਚਾਰ ਕਰਨੇ ਆ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਇ ਫਲ ਲਾਏ। ਵੀ ਉਹ ਇੱਕ ਹੋਰ ਨੇ ਵੀ ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਵੀ ਇਹ ਮਾਲਕ ਨੇ ਨਾ, ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਨਾ, ਉਸ ਮਾਲਕ ਦੀਆਂ ਬਣਾਈਆਂ ਹੋਈਆਂ ਤਾਕਤਾਂ ਨੇ। ਹੁਣ ਉਹਨੇ ਉਹ ਇਟਸ ਅ ਟੈਸਟ ਟਾਈਮ ਫॉर ਯੂ। ਇਹ ਤੇ ਕਹਿੰਦੇ ਹਨੇਰਾ ਚਾਨਣ ਆਪੇ ਕੀ ਆ। ਅਸੀਂ ਕਈ ਵਾਰ ਕਹਿੰਦੇ ਪਿਆ ਵੀ ਕਹਿੰਦੇ ਵੀ ਗੁਰਬਾਨੀ ਇਸ ਜਗ ਮੇਂ ਚਾਨਣ। ਗੁਰਬਾਨੀ ਕੀ ਹੈ? ਤੇ ਜੀਵਨ ਅੰਧੇਰੇ ਵਿੱਚ ਜੀਵਨ ਜਿਹੜਾ ਨਾ ਠੋਕਰ ਖਾਂਦਾ। ਸਾਨੂੰ ਪਤਾ ਨਹੀਂ ਸਾਡੇ ਸਾਹਮਣੇ ਕੀ ਚੀਜ਼ ਪਈ ਹੈ, ਠੋਕਰ ਖਾਏਗਾ।
ਤੇ ਉਹੀ ਜੇ ਚਾਨਣ ਹੋ ਜਾਵੇ ਸਾਨੂੰ ਹਰ ਚੀਜ਼ ਹੋਈ। ਹੋਰ ਪੰਕਤੀ ਆਂਦੀ ਕਹਿੰਦੇ ਨੇ ਬਿਨ ਸ਼ਬਦੇ ਅੰਤਰ ਆਨੇਰਾ, ਨਾ ਵਸਤ ਲਹੈ ਨਾ ਚੂਕੈ ਫੇਰਾ। ਗੁਰੂ ਦੇ ਸ਼ਬਦ ਤੋਂ ਬਿਨਾਂ ਜਿਹੜਾ ਹੈ ਨਾ, ਹੁਣ ਇਹ ਜਿਹੜਾ ਇਹ ਦੋਨੋਂ ਖੇਡਾਂ ਜਿਹੜੀਆਂ ਨੇ, ਹੁਣ ਅਸੀਂ ਕਹ ਲਓ ਮੈਥਸ ਹੈ, ਮੈਥਸ ਤੇ ਦੁਨੀਆ ਵਿੱਚ ਹਮੇਸ਼ਾ ਤੋਂ ਸੀ। ਹੁਣ ਮੈਥਸ ਦਾ ਗਿਆਨ ਕੌਣ ਲੈਂਦਾ ਹੈ ਨਾ, ਉਹ ਮੈਥਸ ਦਾ ਐਗਜ਼ਾਮਪਲ ਜਿਹੜਾ ਕੱਲ ਵੀ ਸ਼ਬਦ ਸੀ ਨਾ, ਕਹਿੰਦਾ ਸ਼ਿਵ ਸ਼ਕਤੀ ਦੇਹੀ ਮੈਂ ਪਾਏ, ਉਸ ਤੋਂ ਅੱਗੇ ਇੱਕ ਹੋਰ ਲਾਈਨ ਸੀ, ਕਹਿੰਦਾ ਗੁਰ ਪ੍ਰਸਾਦੀ ਉਲਟੀ ਹੋ ਗਈ। ਉਹ ਗੁਰੂ ਦਾ ਸਾਡੇ ਜੀਵਨ ਵਿੱਚ ਦੇਖੋ ਕਿੰਨਾ ਇੰਪੋਰਟੈਂਟ ਰੋਲ ਹੈ ਤੇ ਮਾਲਕ ਨੇ ਦੋਨੋਂ ਤਾਕਤਾਂ, ਬਿਕ ਅੰਮ੍ਰਿਤ, ਅੰਧੇਰਾ ਚਾਨਣ, ਪਾਪ ਪੁੰਨ, शिव शक्ति, उन्हें मतलब पॉजिटिव नेगेटिव है दोनों पक्ष ਜਿਹੜੇ ਨੇ ਨਾ, ਇਹ ਮਾਲਕ ਨੇ एग्जाम और पढ़ाई ਉਹ ਤੇਰੇ ਪਰਖਣ ਵਾਸਤੇ ਉਹਨੇ ਮਤਲਬ ਤੈਨੂੰ ਪੜਾਉਂਦਾ ਵੀ ਹੈ, ਗੁਰੂ ਸਰੂਪ ਹੋ ਕੇ ਤੈਨੂੰ ਪੜਾ ਵੀ ਰਿਹਾ, ਤੇ ਫਿਰ ਤੇਰਾ ਐਗਜ਼ਾਮ ਵੀ ਲੈਂਦਾ, ਤੈਨੂੰ ਚੈੱਕ ਵੀ ਕਰਕੇ ਦੇਖਦਾ ਕਿ ਤੂੰ ਪਾਸ ਹੋ ਰਿਹਾ ਜਾਂ ਫੇਲ ਹੋ ਰਿਹਾ। ਵੀ ਉਹ ਇੱਥੇ ਕਹਿੰਦੇ ਹਨੇਰਾ ਚਾਨਣ ਆਪੇ ਕੀ ਆ, ਇਹ ਦੋਨੋਂ ਪੱਖ ਜਿਹੜੇ ਨੇ ਨਾ ਸਾਡੇ ਜੀਵਨ ਵਿੱਚ ਗੁਰੂ ਦੀ ਅਹਿਮੀਅਤ ਇਤਨੀ ਹੈ ਕਿ ਜਦ ਤੱਕ ਗੁਰੂ ਨਹੀਂ ਮਿਲੇਗਾ ਨਾ, ਕਹਿੰਦੇ ਗੁਰੂ ਮੈਨੂੰ ਕਿਹਨੇ ਸਮਝਾਈ ਹੈ, ਗੁਰੂ ਤੋਂ ਬਿਨਾਂ ਜਿਹੜਾ ਹੈ ਨਾ, ਤਾਂ ਹੀ ਗੁਰੂ ਦੀ ਕਹਿੰਦੇ ਗੁਰੂ ਕਹਿੰਦਾ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਹੀਂ ਹੋਰ। ਸਾਡੇ ਜੀਵਨ ਦੇ ਹਰ ਪੱਖ ਨੂੰ ਗੁਰੂ ਦੇ ਅਗਵਾਈ ਦੀ ਲੋੜ ਹੈ। ਅਸੀਂ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਕੁਝ ਚੀਜ਼ਾਂ ਜਿਹੜੀਆਂ ਨੇ ਨਾ ਵੀ ਉਹ ਦੇ ਸੀਮ ਟੂ ਬੀ ਸਰਬੀਰ ਦੀ ਗੱਲ ਕਰਦੇ ਕਿ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਲੇਕਿਨ ਉਹ ਉਧਰ ਮੈਂ ਲਾਸਟ ਟਾਈਮ ਗੱਲ ਕਰਦੇ ਬਸ ਇੱਥੇ ਇੱਕ ਓਲਡਾ ਸੀ ਕਿ ਬਈ ਉਹ ਆਸਥਾ ਚੈਨਲ ਦੇ ਉੱਤੇ ਇੱਥੇ ਆਏ ਸਨ ਆਪਣਾ ਹਰਿੰਦਰ ਸਿੰਘ ਜੀ ਅਲਵਰ ਵਾਲੇ, ਤੇ ਹੀ ਵਾਸ ਜਸਟ ਇੱਕ ਪੁਆਇੰਟ ਦੇ ਉੱਤੇ ਨਾ ਉਹ ਥੋੜਾ ਜਿਹਾ ਐਲੋਬਰੇਟ ਕਰਦੇ ਪਏ ਸਨ। ਕਹਿੰਦੇ ਮੈਂ ਟੀਵੀ ਉੱਤੇ ਜਿਹੜਾ ਆਸਥਾ ਚੈਨਲ ਕਹਿੰਦਾ ਕਿਸੇ ਜੈਨ ਮੁਨੀ ਦੇ ਵਿਚਾਰ ਸੁਣਦਾ ਪਿਆ ਸੀ, ਤੇ ਉਹ ਜਿਹੜਾ ਜੈਨ ਮੁਨੀ ਸੀ ਉਹ ਕਹਿੰਦਾ ਕਿ ਸਾਨੂੰ ਹੁਣ ਜਿਹੜਾ ਨਾ ਉਹ ਸ਼ਰਵਣ ਕੁਮਾਰ ਵਰਗੇ ਚਾਹੀਦੇ ਨੇ। ਸ਼ਰਵਣ ਕੁਮਾਰ ਜਿਹੜਾ ਹੈ ਮਹਾਭਾਰਤ ਦਾ ਉਹ ਕਰੈਕਟਰ ਜੋ ਆਪਣੇ ਮਾਂ ਪਿਓ ਨੂੰ ਤੀਰਥਾਂ ਤੇ ਆਪਣੇ ਮੋਢੇ ਤੇ ਬਿਠਾ ਕੇ ਉਦੋਂ ਜਿਹੜਾ ਉਹਨੇ ਉਹ ਇੱਕ ਤਰਾਜੂ ਜਿਹਾ ਬਣਾਇਆ ਹੋਇਆ ਸੀ, ਇੱਕ ਛਾਬੇ ਵਿੱਚ ਮਾਂ ਤੇ ਛਾਬੇ ਵਿੱਚ ਉਹਨੂੰ ਬਿਠਾ ਕੇ ਹੁੰਦਾ ਸੀ। ਤੇ ਕਹਿੰਦੇ ਸੁਭਾਵਕ ਮੇਰੇ ਮਨ ਵਿੱਚ ਕਹਿੰਦੇ ਗੱਲ ਆਈ ਕਿ ਬਈ ਸ਼ਰਵਣ ਕੁਮਾਰ ਦਾ ਕੀ ਜ਼ਿਕਰ ਗੁਰਬਾਣੀ ਵਿੱਚ ਹੈ, ਕਹਿੰਦੇ ਨੇ ਕਿੱਥੇ ਵੀ ਨਹੀਂ ਮਿਲਿਆ। ਵੀ ਦੁਨੀਆ ਦਾ ਕਹਿ ਲਓ ਦੀ ਮੋਸਟ ਓਬੀਡੀਐਂਟ ਚਾਈਲਡ ਜਿਹਨੂੰ ਕਹਿ ਸਕਦੇ ਹਾਂ ਅਸੀਂ, ਵਨ ਆਫ ਦੀ ਮੋਸਟ ਓਬੀਡੀਐਂਟ ਚਾਈਲਡ ਜਿਹੜਾ ਹੈ, ਜੋ ਆਪਣੇ ਮਾਪਿਓ ਨੂੰ ਤੀਰਥਾਂ ਤੇ ਲੈ ਕੇ ਜਾਣ ਵਾਸਤੇ ਸਾਰਾ ਉਹ ਉਹਨਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਲੈ ਕੇ ਜਾ ਰਹੇ, ਤੇ ਕਹਿੰਦੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਵਣ ਕੁਮਾਰ ਦਾ ਜ਼ਿਕਰ ਨਹੀਂ ਹੈ। ਕਹਿੰਦੇ ਨੇ ਫਿਰ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਕਿ ਕਹਿੰਦੇ ਵੀ ਵਨ ਆਫ ਦੀ ਮੋਸਟ ਡਿਸਓਬੀਡੀਐਂਟ ਚਾਈਲਡ ਕੌਣ, ਵੀ ਭਗਤ ਪ੍ਰਹਲਾਦ ਜੀ ਨੂੰ ਉਹ ਕਹਿੰਦੇ ਵੀ ਉਹ ਪਿਓ ਦੀ ਗੱਲ ਨਹੀਂ ਮੰਨਦਾ ਪਿਆ, ਮਾਂ ਦੀ ਗੱਲ ਨਹੀਂ ਮੰਨਦਾ, ਵੀ ਮਾਤਾ ਉਪਦੇਸ਼ ਤੇ ਪ੍ਰਹਲਾਦ ਪਿਆਰੇ जी नहीं हम ही पचहारे, राम कहे कर ताल बजावे चटिया, अपने गुरु की गल नहीं मनता पिया। गुरु मीन ਜਿਹੜਾ ਦੁਨਿਆਵੀ ਗਿਆਨ ਦੇਣ ਵਾਲਾ ਬੰਦਾ ਉਹਦੀ ਗੱਲ ਨਹੀਂ ਮੰਨਦਾ ਪਿਆ, ਮਾਂ ਪਿਓ ਦੀ ਗੱਲ ਨਹੀਂ ਮੰਨਦਾ ਪਿਆ। ਉਸ ਪ੍ਰਥਾ ਹੀ ਪਹਿਲੇ ਪਾਤਸ਼ਾਹ ਵੀ ਉਹ ਭਗਤ ਪ੍ਰਹਲਾਦ ਦੀਆਂ ਗੱਲਾਂ ਪੇ ਕਰਦੇ ਨੇ, ਉਹਦੀ ਭਗਤੀ ਦੀਆਂ ਗੱਲਾਂ ਪੇ ਕਰਦੇ ਨੇ। ਉਹਦੇ ਪ੍ਰਥਾ ਹੀ ਤੀਜੀ ਪਾਤਸ਼ਾਹ ਦੇ ਵੀ ਸ਼ਬਦ ਨੇ, ਉਸ ਪ੍ਰਥਾ ਹੀ ਕਬੀਰ ਜੀ ਵੀ ਲਿਖਦੇ ਪਏ ਨੇ। ਉਹ ਕਿਥੇ ਨਾ ਵੀ ਉਹ ਜਿਹੜੀ ਗੱਲ ਚੱਲੀ ਸੀ ਨਾ, ਉਹ ਕਹਿੰਦੇ ਵੀ ਜਦੋਂ ਅਸੀਂ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ, ਵੀ ਉਹ ਜਨੇਊ ਵਾਲੀ ਰਸਮ ਵਿੱਚ ਉਹਨਾਂ ਨੇ ਪਾਰਟਿਸਿਪੇਟ ਨਹੀਂ ਕੀਤਾ, ਉਹ ਇਤਿਹਾਸ ਦਾ ਪੱਖ ਕਹਿ ਲਓ, ਸਾਖੀ ਕਹਿ ਲਓ, ਜੋ ਵੀ ਹੈ। ਲੇਕਿਨ ਉਹ ਕਹਿਣ ਲੱਗਾ ਸੀ ਕਈ ਵਾਰ ਕਹਿੰਦੇ ਕਿ ਵੀ ਮਾਂ ਪਿਓ ਹੀ ਮੇਰਾ ਰੱਬ ਹੈ। ਹੁਣ ਦਿਖਣ ਨੂੰ ਬਹੁਤ ਅੱਛੀ ਗੱਲ ਲੱਗਦੀ ਹੈ, ਬੰਦਾ ਕਹੇਗਾ ਮਾਂ ਪਿਓ, ਮੈਂ ਆਈ ਡੋਂਟ ਮੀਨ ਟੂ ਸੇ ਕਿ ਬੱਚਿਆਂ ਨੇ ਮਾਂ ਪਿਓ ਦਾ ਸਤਿਕਾਰ ਜੋ ਬੰਦਾ ਹੈ ਜਾਂ ਜੋ ਉਹਨਾਂ ਦਾ ਦੇਖਭਾਲ ਜੋ ਕਰਨੀ ਨਹੀਂ ਕਰਨੀ ਚਾਹੀਦੀ, ਬਿਲਕੁਲ ਨਹੀਂ, ਉਹ ਹੋਣੀ ਚਾਹੀਦੀ। ਲੇਕਿਨ ਜਦੋਂ ਅਸੀਂ ਕਹਿੰਦੇ ਮਾਂ ਪਿਓ ਹੀ ਮੇਰਾ ਰੱਬ ਹੈ, ਅਤੇ ਮੈਨੂੰ ਤੇ ਅੱਛੀ ਤਰ੍ਹਾਂ ਯਾਦ ਹੈ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੋਇਆ ਸੀ, ਆਮ ਨੋਟ ਨੇਮਿੰਗ ਦੀ ਰਾਗੀ ਜੱਥਾ, ਉਹਨਾਂ ਨੇ ਬਕਾਇਦਾ ਬਾਅਦ ਪ੍ਰੋਗਰਾਮ ਤੋਂ ਬਾਅਦ ਉਹ ਪ੍ਰੋਗਰਾਮ ਕਿਸ ਨਿਮਿਤ ਸੀ ਵੀ ਕਿਸੇ ਬੰਦੇ ਦੇ ਮਾਪਿਓ ਦੀ ਮਤਲਬ ਸ਼ਾਇਦ ਕੋਈ ਸਾਲਾਨਾ ਯਾਦ ਵਿੱਚ ਉਹਨਾਂ ਨੇ ਕੋਈ ਰਖਵਾਇਆ ਸੀ, ਉਹਨਾਂ ਨੇ ਫਿਰ ਬਾਅਦ ਵਿੱਚ ਉਹਨੇ ਕਵਿਤਾ ਪੜ੍ਹੀ ਵੀ ਉਹ ਰੱਬ ਜਿਹੜਾ ਮਾਪਿਓ ਹੈ ਉਹ ਹੀ ਰੱਬ ਦੇ ਥਾਂ ਹੁੰਦੇ ਨੇ ਵਗੈਰਾ। ਤੇ ਇਹ ਗੁਰਮਤ ਨਹੀਂ ਹੈ। ਅਸੀਂ ਕਦੋਂ ਯੋਗ ਮਤ ਦੀਆਂ ਵੀ ਗੱਲਾਂ ਸੁਣਨੇ ਆ ਵੀ ਇਹ ਵੀ ਉਹ ਕਹਿੰਦਾ ਏਡਾ ਪਿੰਗਲਾ ਸੁਖਮਨ ਬੰਦੇ, ਕਹਿੰਦਾ ਇਹ ਅਵਗੁਣ ਕਦ ਜਾਈ, ਤੂੰ ਫਿਜ਼ੀਕਲ ਐਕਸਰਸਾਈਜ਼ ਸਮਝ ਕੇ ਕਰਨਾ ਚਾਹਨਾ ਕੋਈ ਮਾੜੀ ਗੱਲ ਨਹੀਂ, ਲੇਕਿਨ ਜਦੋਂ ਇਹਨੂੰ ਤੂੰ ਸਪਿਰਿਚੁਅਲ ਐਕਸਰਸਾਈਜ਼ ਬਣਾ ਲਏਗਾ ਨਾ, ਤੂੰ ਗਲਤੀ ਕਰੇਗਾ। ਸਾਡੇ ਜੀਵਨ ਵਿੱਚ ਗੁਰੂ ਦੀ ਬਹੁਤ ਲੋੜ ਹੈ, ਕਿਉਂਕਿ ਇਹ ਦੋਨੋਂ ਪੱਖ ਜਿਹੜੇ ਨੇ ਨਾ, ਦੋਨੋਂ ਪੱਖ ਵਿੱਚ ਪਰਖ ਸਾਨੂੰ ਹੀ ਕਰਨੀ ਪਏਗੀ। ਤੇ ਗੁਰੂ ਦੇ ਅਗਵਾਈ ਤੋਂ ਬਿਨਾਂ ਜੇ ਅਸੀਂ ਪਰਖ ਕਰਾਂਗੇ ਨਾ, ਜੇ ਸਤਿਗੁਰ ਪੂਛ ਨਾ ਮਾਰਗ ਚਾਲੀ ਵਾਲਾ ਕੰਮ ਕੀਤਾ ਨਾ, ਫਿਰ ਉਹ ਧਾਏ ਧਾਏ ਦੁੱਖ ਪਾਏ ਵਾਲਾ ਕੰਮ ਹੋ ਜਾਏ। ਕੰਨ ਨਾ ਹੀ ਸੋ ਗਾਹਣ ਲਾਗੇ,
ਜਿਸ ਕਰਮ ਵਿੱਚ ਕਣੀ ਨਹੀਂ ਉਹਦੇ ਵਾਸਤੇ ਆਪਣਾ ਇਹ ਕਈ ਬੰਦੇ ਐਸ ਸਪਿਰਿਚੁਅਲਿਟੀ ਯੋਗਾ ਪ੍ਰੈਕਟਿਸ ਕਰਦੇ ਨੇ ਐਸ ਸਪਿਰਿਚੁਅਲਿਟੀ, ਲੇਕਿਨ ਸਾਨੂੰ ਗੁਰਬਾਣੀ ਬਹੁਤ ਸਾਰੀ ਥਾਵਾਂ ਤੇ ਮਿਲ ਜਾਏਗਾ ਨਹੀਂ ਵੀ ਇਹ ਨਹੀਂ ਹੈ। ਤਾਂ ਸਾਨੂੰ ਗੁਰੂ ਕੋਲੋਂ ਜੀਵਨ ਦੀ ਹਰ ਚੀਜ਼ ਦੀ ਅਸੀਂ ਜਿਹੜਾ ਬੰਦਾ ਜੋ ਮਰਜ਼ੀ ਗੱਲ ਕਰੇ ਸਾਨੂੰ ਕਹਿਣਾ ਚਾਹੀਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਦਿਖਾਓ। ਜੇ ਅਸੀਂ ਇਹ ਫਲਾਨੀ ਚੀਜ਼ ਗੱਲ ਕਰਨੇ ਪਏ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਕਰਦਾ ਹੈ, ਜੇ ਨਹੀਂ ਕਰਦਾ ਉਹਨੂੰ ਛੋੜ ਦਿਓ, ਬਿਲਕੁਲ ਉਹਨੂੰ ਇੱਕ ਮਿੰਟ ਵਾਸਤੇ ਵੀ ਪਕੜਨ ਦੀ ਲੋੜ ਨਹੀਂ। ਅਸੀਂ ਕਈ ਚੀਜ਼ਾਂ ਨੂੰ ਬਣਾ ਦਿੱਤਾ ਹੋਇਆ ਹੈ ਧਾਰਮਿਕ ਕਿਰਿਆਵਾਂ। ਅੱਛਾ, ਇੱਕ ਗੋਡੇ ਤੇ ਬੈਠ ਕੇ ਵੀ ਦੇਗ ਲੈਣੀ ਚਾਹੀਦੀ ਹੈ, ਐਕਨ ਕਰਨਾ ਚਾਹੀਦਾ ਹੈ, ਉਹ ਐਕਨ ਪਰਿਕਰਮਾ ਕਰਨੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦਾ ਉਹਦੇ ਬਾਰੇ ਨਹੀਂ ਕਹਿੰਦਾ ਨਾ, ਡੋਂਟ ਬੋਦਰ ਅਬਾਊਟ ਇਟ। ਅੱਛਾ, ਇਹ ਰੰਗ ਦਾ ਕੱਪੜਾ ਪਾਣਾ ਹੈ, ਰੰਗ ਦਾ ਕੱਪੜਾ ਪ੍ਰਚਾਰਕਾਂ ਵਿੱਚ ਵੀ ਜਲਦੀਗਾ ਉਹ। ਅੱਛਾ, ਇਸ ਰੰਗ ਦਾ ਚੋਲਾ ਜਿਹੜਾ ਹੈ ਉਹ ਪ੍ਰਵਾਨ ਹੈ, ਉਹ ਸਾਰਾ ਜਿਹੜਾ ਕੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਪਿਆ ਉਹਦੇ ਬਾਰੇ। ਸਾਡੇ ਜੀਵਨ ਵਿੱਚ ਗੁਰੂ ਬਹੁਤ ਇੰਪੋਰਟੈਂਟ ਹੈ, ਕਿਉਂਕਿ ਦੋਨੋਂ ਪੱਖ ਜਿਹੜੇ ਨੇ ਉਹ ਰੱਬ ਦੇ ਪੈਦਾ ਕੀਤੇ ਹੋਏ ਨੇ। ਤੇ ਕਹਿੰਦਾ ਵੀ ਅੰਧੇਰਾ ਚਾਨਣ ਆਪੇ ਕੀਆ, ਏਕੋ ਵਰਤੈ ਅਵਰ ਨਾ ਬੀਆ। ਇਹ ਦੋਨੋਂ ਪੱਖ ਉਸ ਰੱਬ ਦੇ ਪੈਦਾ ਕੀਤੇ ਹੋਏ। ਪਾਪ ਪੁੰਨ, ਸ਼ਿਵ ਸ਼ਕਤੀ, ਬਿਖ ਅੰਮ੍ਰਿਤ, ਇਹ ਦੋਨੋਂ ਕਹਿੰਦਾ ਵੀ ਏਕੋ ਵਰਤੈ ਅਵਰ ਨਾ ਬੀਆ। ਉਹ ਮਾਲਕ ਹੀ ਹਰ ਪਾਸੇ ਉਹ ਮਾਲਕ ਹੀ ਵਰਤ ਰਿਹਾ। ਇਹ मानो तेरे से एक एग्जाम्पल ਅਸੀਂ क्यों कहिए कि रब ने माड़ा कर दिया। कभी किसी ने जाके आईआईटी को किया कि आप लोग बहुत नालायक हैं, आप लोग बच्चों को इतना परेशान करते हैं, हासिल तरले करने साडे बच्चों ਨੂੰ ਲੈ ਲਓ। किसी ने जाके स्कूल ਵਿੱਚ ਕਿਹਾ ਔਖੇ एग्जाम ਕਿਉਂ ਲੈਂਦੇ ਹੋ? ਅੱਛਾ, ਪਹਿਲਾਂ ਸਿਖਾਉਂਦੇ ਨੇ ਤੁਹਾਨੂੰ, ਐਸੀ ਗੱਲ ਵੀ ਨਹੀਂ ਕਿ ਤੁਹਾਨੂੰ ਨਹੀਂ ਸਿਖਾਉਂਦੇ। ਜੋ ਸੁਰਤ ਵਿੱਚ ਗਿਆਨ ਨੂੰ ਨਹੀਂ ਟਿਕਾਏਗਾ ਉਹਨੂੰ ਤੇ ਔਖਾ ਲੱਗਣਾ ਹੀ ਲੱਗਣਾ। ਲੇਕਿਨ ਅਸੀਂ ਕਦੀ ਨਹੀਂ ਗਿਆ, ਅਸੀਂ ਜਿਹੜੇ ਆਈਐਸ ਅਫਸਰ ਬੰਦੇ ਨੇ ਕਿੰਨੀ ਪੜ੍ਹਾਈ ਕਰਨੀ ਪੈਂਦੀ, ਅਸੀਂ ਕਦੇ ਜਾ ਕੇ ਗਾਲਾਂ ਕੱਢੀਆਂ ਉਹਨਾਂ ਨੂੰ, ਅਸੀਂ ਕਦੇ ਉਹਨੂੰ ਮਾੜਾ ਕਿਹਾ? ਜੇ ਰੱਬ ਨੇ ਦੋਨੋਂ ਪੱਖ ਰੱਖ ਦਿੱਤੇ, ਸਾਡੇ ਮਨ ਵਿੱਚ ਕਿਉਂ ਐਸਾ ਆ ਰਿਹਾ ਕਿ ਨਹੀਂ ਰੱਬ ਐਸਾ ਨਹੀਂ ਕਰ ਸਕਦਾ? ਹੁਣ ਰੱਬ ਨੇ ਹੀ ਕਿੰਨੀ ਥਾਵਾਂ ਤੇ ਆ ਰਿਹਾ, ਕਹਿੰਦਾ ਏਕੋ ਵਰਤ ਹੈ ਅਵਰ, ਉਹ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਚੀਜ਼ ਵਰਤ ਹੀ ਨਹੀਂ। ਏਕੋ ਵਰਤ ਹੈ ਅਵਰ ਨਾ ਵੀ। ਇੱਥੇ ਫਿਰ ਉਹ ਗੱਲ ਇੱਥੇ ਲਾਸਟ ਟਾਈਮ ਆਈ ਸੀ ਗੁਰਪ੍ਰਸਾਦੀ ਉਲਟੀ ਹੋਵੇ। ਹੁਣ ਇੱਥੇ ਗੱਲ ਚੱਲਦੀ ਵੀ ਗੁਰਪ੍ਰਸਾਦੀ ਆਪ ਪਛਾਣ। ਉਦੋਂ ਤੇਰੀ ਸੋਚ ਸੀ ਨਾ, ਜੋ ਮਾਇਆ ਦਾ ਪ੍ਰਭਾਵ, ਬਿਖ ਦਾ ਪ੍ਰਭਾਵ, ਪਾਪ ਦੇ ਪ੍ਰਭਾਵ ਦੇ ਹੇਠਾਂ ਤੇਰਾ ਜੀਵਨ ਜਿਹੜਾ ਨਾ ਅੰਧੇਰੇ ਦੇ ਵਿੱਚ ਜਿਹੜਾ ਜੀਵਨ ਬਤੀਤ ਹੁੰਦਾ ਪਿਆ ਸੀ ਨਾ, ਕਹਿੰਦੇ ਗੁਰੂ ਦੀ ਕਹਿੰਦਾ ਕੱਲ ਸੀ ਗੁਰਪ੍ਰਸਾਦੀ ਉਲਟੀ ਹੋਵੇ, ਕਹਿੰਦਾ ਗੁਰਪ੍ਰਸਾਦੀ ਆਪ ਪਛਾਣ। ਕਹਿੰਦੇ ਵੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਨ। ਉਹ ਕਹਿੰਦਾ ਵੀ ਅੰਤਰਗਤ ਤੀਰਥ ਮਲ ਨਾ, ਤੂੰ ਬਾਹਰ ਦੇ ਤੀਰਥਾਂ ਦਾ ਨਹਾ ਕੇ ਕੀ ਕਰ ਲੈਣਾ? ਕਹਿੰਦੇ ਜਿਹੜਾ ਤੇਰੇ ਅੰਦਰ ਜੋ ਤੀਰਥ ਹੈ ਨਾ, ਗੁਰ ਗਿਆਨ ਸਾਚਾ ਥਾਨ ਤੀਰਥ, ਗੁਰ ਗਿਆਨ ਮਜਨ ਅਪਰੰਪਰਾ, ਉਹਦੇ ਚ ਤੂੰ ਇਸ਼ਨਾਨ ਕਰਨਾ। ਅੰਤਰਗਤ ਤੀਰਥ ਮਲ ਨਾਓ, ਤੂੰ ਉੱਥੇ ਆਪਣੇ ਜੀਵਨ ਦਾ ਪੜਚੋਲ ਕਰਕੇ ਜੀਵਨ ਨੂੰ ਸਾਫ਼ ਸੁਥਰਾ ਉਚੇਰਾ ਚੁੱਕਣਾ ਸੀ ਤੂੰ। ਗੁਰਪ੍ਰਸਾਦੀ ਆਪ ਪਛਾਣਿਆ। ਕਹਿੰਦਾ ਕਮਲ ਬਿਕਸ ਹੈ, ਉਹਦਾ ਹਿਰਦਾ ਰੂਪੀ ਕੌਲ ਫੁੱਲ ਜਿਹੜਾ ਹੈ ਨਾ, ਜਿਹੜਾ ਮੁਰਝਾਇਆ ਹੋਇਆ ਸੀ। ਸਤਿਗੁਰੂ ਜੀ ਕਾਫੀ ਸਾਰਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਪਏ ਸਨ ਵੀ ਉਹਦਾ ਇੱਕ ਮੁਰਝਾਇਆ ਹੋਇਆ ਹਿਰਦਾ ਹੈ। ਤੇ ਕਹਿੰਦਾ ਨਹੀਂ, ਜਿੰਨੇ ਗੁਰੂ ਦੀ ਕਿਰਪਾ ਸਦਕਾ ਜਿੰਨੇ ਜੀਵਨ ਜਾਚਕ ਲਿੱਤੀ ਨਾ, ਕਹਿੰਦਾ ਉਹਦਾ ਹਿਰਦਾ ਰੂਪੀ ਕੌਲ ਫੁੱਲ ਖਿੜ ਜਾਏਗਾ। ਬੁੱਧ ਤਾਂ ਹੈ, ਉਹਨੂੰ ਸ੍ਰੇਸ਼ਟ ਬੁੱਧੀ ਦੇ ਸਾਰਿਆਂ ਵਿੱਚ ਹੈ ਨਾ। ਜਿਹੜੇ ਚੋਰ ਡਾਕੂ ਨੇ ਉਹਨਾਂ ਵਿੱਚ ਬੁੱਧੀ ਦੀ ਘਾਟ ਨਹੀਂ। ਉਹ ਬੜੇ ਦੇਖੋ, ਚੋਰ ਬੰਦੇ ਪੁਲਿਸ ਨਾਲੋਂ ਚੋਰ ਇੱਕਦਮ ਅੱਗੇ ਜ਼ਿਆਦਾ ਸਿਆਣੀ ਹੁੰਦੀ ਹੈ, ਤਾਂ ਹੀ ਅੱਗੇ ਟੁਰ ਪਾਉਂਦੀ ਹੈ। ਲੇਕਿਨ ਉਹ ਸ੍ਰੇਸ਼ਟ ਬੁੱਧੀ ਨਹੀਂ। ਕਹਿੰਦਾ ਨਹੀਂ, ਗੁਰੂ ਕਹਿੰਦੇ ਵੀ ਉਹ ਜਿਹੜਾ ਗੁਰੂ ਕੋਲੋਂ ਮਿਲਣ ਵਾਲੀ ਬੁੱਧੀ ਜਿਹੜੀ ਹੈ ਨਾ, ਜੋ ਗੁਰੂ ਕੋਲੋਂ ਆ ਜਾਏਗਾ ਉਹਨੂੰ ਜਿਹੜੀ ਉਹ ਜਿਹੜਾ ਦੂਜਾ ਪੱਖ ਹੈ ਬਈ ਚਾਨਣ ਵਾਲਾ ਜਿਹੜੀ ਬੁੱਧੀ ਜਿਹੜੀ ਹੈ ਨਾ, ਉਹ ਉਹਨੂੰ ਜਿਹੜੀ ਉਹ ਮਿਲ ਜਾਏਗੀ। ਹਾਂਜੀ ਜੀ 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 जी विंद्री बुआ जी प्लीज कैरी ऑन। हाँ जी, बिल्कुल ठीक। आप कि योगा एक्सरसाइज एक तरह ਅਸੀਂ ਲਈਏ ਤੇ ਕੋਈ ਹਰਜ ਨਹੀਂ ਹੈ, ਲੇਕਿਨ ਜਦੋਂ ਅਸੀਂ ਉਹਨੂੰ ਸਪਿਰਚੁਅਲ ਬਣਾ ਲੈਂਦੇ ਹਾਂ, ਅਸੀਂ ਜਦੋਂ ਧਰਮ ਨਾਲ ਜੋੜਨ ਲੱਗ ਪੈਂਦੇ ਹਾਂ, ਅਸੀਂ ਭੁਲੇਖੇ ਵਿੱਚ ਆ ਜਾਂਦੇ ਹਾਂ। ਜੀ ਵਿੰਦਰੀ ਭੂਆ ਜੀ। ਹਾਂਜੀ, ਅੰਧੇਰਾ ਚਾਨਣ ਆਪੇ ਕੀਆ, ਇਹ ਦੋ ਸ੍ਰਿਸ਼ਟੀ ਦੀ ਗੱਲ ਕਰ ਰਹੇ ਨੇ। ਇੱਕ ਵਰਡ ਇਨਸਾਈਡ ਉਸ ਆਪ ਨੇ ਹੀ ਕ੍ਰੀਏਟ ਕੀਤਾ, ਅੰਧੇਰਾ ਤੇ ਚਾਨਣ, ignorance and knowledge, dark and light, manmukh gurmukh, dukh sukh. This is the journey of the man, जिसने इस अंधेरे ते चानन विच जाना है। और ये ਜਿਹੜੀ ਹੁਕਮ जिसने ਬੰਦ ਦਿੱਤਾ ਹੈ, ਸਾਰਿਆਂ ਦੇ ਅੰਦਰ ਹੁਕਮ ਵਰਤ ਰਿਹਾ ਹੈ ਔਰ ਕਰਨ ਵਾਲਾ ਉਹੀ ਆਪ ਹੈ। ਪਰ ਜਿਸ ਦੇ ਮਨ ਨੇ ਇਸ ਚੀਜ਼ ਨੂੰ ਪਛਾਣ ਲਿੱਤਾ, has counseled himself by getting the self realization with the help of the knowledge, with the help of the guidance of the guru, ਉਸ ਦੀ ਫਿਰ ਤੁਲਨਾ ਇੱਕ ਕਮਲ ਦੇ ਨਾਲ ਕਰ ਦਿੱਤੀ ਗਈ ਹੈ ਕਿ ਜਿਨ ਇੱਕ ਕਮਲ ਇੱਕ ਕਿਚੜ ਦੇ ਵਿੱਚ ਰਹਿੰਦਾ ਹੈ,
ਕਿਚੜ ਵਿੱਚ ਰਹਿ ਕੇ ਇੱਕ ਨਿਰਲੇਪ ਹੋ ਕੇ ਨਿਕਲਦਾ ਹੈ। ਸਾਡਾ ਇਸ ਸਮੇਂ ਜਦੋਂ ਅਸੀਂ ਅੰਧੇਰੇ ਤੋਂ ਚਾਨਣ ਵਿੱਚ ਨਿਕਲਦੇ ਹਾਂ, ਅਸੀਂ ਆਪਣੇ ਗ੍ਰਸਤ ਵਿੱਚ ਇਸ ਮਨ ਦੇ ਅੰਦਰ ਪੂਰਾ ਉਸ ਗੰਦਗੀ ਦੇ ਅੰਦਰ ਜਿਹੜੀ ਕੂੜ ਦੀ ਪਾਲ ਹੈਗੀ, ਜਿਸ ਦੇ ਅੰਦਰ all the vices are there, we are traveling, ਮਨ ਟਰੈਵਲ ਕਰ ਰਿਹਾ, ਉਸ ਦੇ ਵਿੱਚੋਂ ਗੰਦਗੀ ਵਿੱਚੋਂ ਨਿਕਲ ਕੇ ਉਹਦੇ ਗੁਣਾਂ ਨੂੰ ਨਾਲ ਲੈ ਕੇ ਪੂਰਾ ਨਿਰਲੇਪ ਹੋ ਕੇ ਸੈਲਫ ਰਿਅਲਾਈਜ਼ੇਸ਼ਨ ਵਿੱਚ ਆ ਕੇ ਉਹ ਪੂਰਾ ਤਰ੍ਹਾਂ ਖਿੜ ਜਾਂਦਾ ਹੈ। ਹਾਂਜੀ, ਕੰਟੀਨਿਊ। ਜੀ ਸੁਖਵਿੰਦਰ ਵੀਰ ਜੀ। ਹਾਂਜੀ ਵੀਰ ਜੀ, ਆਹ ਬੰਦ ਜਿਹੜਾ ਸਤਿਗੁਰੂ ਜੀ ਸਾਨੂੰ ਸਾਡੇ ਨਾਲ ਸਾਂਝ ਪਾ ਰਹੇ ਹਨ, ਪਿਛਲੇ ਬੰਦ ਦੇ ਵਿੱਚ ਜਿਹੜੇ ਵਰਤੇ ਹੋਏ ਲਫ਼ਜ਼ ਹੈ ਉਹਨਾਂ ਨੂੰ ਹੀ ਉਸੇ ਲਫ਼ਜ਼ਾਂ ਨੂੰ ਦੂਸਰੇ ਲਫ਼ਜ਼ਾਂ ਵਿੱਚ ਸਾਨੂੰ ਸਤਿਗੁਰੂ ਜੀ ਸਮਝਾ ਰਹੇ ਹਨ। ਪਿਛਲੇ ਬੰਦ ਨੂੰ ਹੀ ਸਮਝਾ ਰਹੇ ਹਨ ਲੇਕਿਨ ਦੂਸਰੇ ਲਫ਼ਜ਼ਾਂ ਦੇ ਵਿੱਚ। ਜਿੱਥੇ ਪਿਛਲੇ ਬੰਦ ਦੇ ਵਿੱਚ ਲਫ਼ਜ਼ ਆਇਆ ਸੀ ਗਿਆਨ ਰਤਨ, ਉਸਨੂੰ ਉਹਨੇ ਕਮਲ ਵਿਕਸਿਆ ਦੇ ਨਾਲ ਸੋਚ ਜੀ ਕਹਿੰਦੇ ਕਮਲ ਕਦੋਂ ਵਿਕਸਦਾ ਹੈ? ਜਦੋਂ ਸੂਰਜ ਦਾ ਪ੍ਰਕਾਸ਼ ਸਾਰੇ ਬ੍ਰਹਿਮੰਡ ਦੇ ਵਿੱਚ ਵਰਤਦਾ ਹੈ ਨਾ, ਤਾਂ ਉਸ ਵਕਤ ਕਮਲ ਵਿਕਸਦਾ ਹੈ। ਤੇ ਉਸੇ ਨੂੰ ਉੱਪਰ ਜਿਸਨੂੰ ਕਹਿੰਦੇ ਨੇ ਸ਼ਬਦ ਤਾਹਾ, ਥੱਲੇ ਬੁੱਧ ਥੱਲੇ ਯੂਜ਼ ਕਰ ਰਹੇ ਨੇ ਬੁੱਧ ਤਾਹਾ। ਦੇਖੋ ਸ਼ਬਦ ਤੇ ਬੁੱਧ ਦੀ ਪ੍ਰਾਪਤੀ ਕਿਸ ਨੂੰ ਹੁੰਦੀ ਹੈ? ਆਪਾਂ ਗੱਲ ਕਰਦੇ ਨਾ, ਗੁਰਬਾਣੀ ਜਪਜੀ ਸਾਹਿਬ ਵਿੱਚ ਆਖਦੇ ਨੇ, ਕਹਿੰਦੇ ਨੇ ਮੰਨੈ ਸੁਰਤ ਹੋਵੇ ਮਨ ਬੁੱਧ। ਅਸੀਂ ਇੱਥੇ ਮਨ ਦੀ ਗੱਲ ਕਿਉਂ ਕਰ ਰਹੇ ਹਾਂ ਕਿ ਮਨ ਨੇ ਹੀ ਦੇਹੀ ਦੇ ਵਿੱਚ ਸ਼ਿਵ ਸ਼ਕਤੀ ਵਿੱਚੋਂ ਕਿਸੇ ਇੱਕ ਨੂੰ ਵਰਤਾਣਾ ਹੈ, ਮਨ ਨੇ ਹੀ ਅੰਧੇਰਾ ਜਾਂ ਚਾਨਣ ਨੂੰ ਚੂਜ਼ ਕਰਨਾ ਹੈ। ਮਨ ਦੀ ਗੱਲ ਕਿਉਂ ਕਰੀ? ਕਿਉਂਕਿ ਬੁੱਧ ਦੀ ਲਫ਼ਜ਼ ਆ ਰਿਹਾ ਸਤਿਗੁਰੂ ਜੀ ਨਾਲ ਨਾਲ ਸਾਨੂੰ ਹਿੰਟ ਦਿੰਦੇ ਜਾਂਦੇ ਹਨ। ਉੱਪਰ ਆਖਦੇ ਨੇ ਗੁਰਪ੍ਰਸਾਦੀ ਆਪ ਪਛਾਣੈ, ਉੱਪਰ ਆਇਆ ਸੀ ਗੁਰਪ੍ਰਸਾਦੀ ਉਲਟੀ ਹੋਵੇ। ਜਿਹੜਾ ਮਨ ਆਪਣੀ ਮੱਤ ਸ਼ਕਤੀ ਵੱਲੋਂ ਉਲਟਾ ਕੇ ਸ਼ਿਵ ਵਾਲੇ ਪਾਸੇ ਕਰ ਲੈਂਦਾ, ਇੱਥੇ ਉਸਨੂੰ ਕਹਿੰਦੇ ਨੇ ਆਪ ਪਛਾਣੈ। ਆਪ ਵੀ ਪਛਾਣੈ ਕਿਸ ਨੇ ਕਰਨਾ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਨੇ ਹੀ ਆਪਣੇ ਆਪ ਨੂੰ ਪਛਾਣਨਾ ਹੈ। ਮਨ ਨੂੰ ਹੀ ਕਹਿ ਰਹੇ ਨੇ, ਕਹਿੰਦੇ ਤੂੰ ਆਪਣੀ, ਦੇਖੋ ਉੱਪਰ ਜਿਹੜਾ ਲਫ਼ਜ਼ ਯੂਜ਼ ਕਰ ਰਿਹਾ ਸੀ ਸ਼ਿਵ ਤੇ ਸ਼ਕਤੀ, ਉਹਦੇ ਵਾਸਤੇ ਉਰੇ ਲਫ਼ਜ਼ ਯੂਜ਼ ਕਰ ਰਿਹਾ ਸ਼ਿਵ ਵਾਸਤੇ ਚਾਨਣ, ਸ਼ਕਤੀ ਵਾਸਤੇ ਅੰਧੇਰਾ। ਕਹਿੰਦੇ ਨੇ ਇਹ ਦੋ ਚੀਜ਼ਾਂ ਨੇ। ਮਨ ਨੂੰ ਕਹਿੰਦੇ ਤੂੰ ਆਪਣਾ ਮੂਲ ਪਛਾਣਦਾ ਨਹੀਂ, ਤੂੰ ਰੱਬ ਜੀ ਦੇ ਹੁਕਮ ਤੋਂ ਉਲਟ ਚੱਲਦਾ ਹੈ, ਭਾਵ ਤੂੰ ਅੰਧੇਰੇ ਵਿੱਚ ਆਪਣਾ ਜੀਵਨ ਬਤੀਤ ਕਰਦਾ। ਕਹਿੰਦੇ ਤੂੰ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਭਾਵ ਤੂੰ ਚਾਨਣ, ਸਤਿਗੁਰੂ ਜੀ ਚਾਨਣ ਸਰੂਪ ਨੇ, ਸਤਿਗੁਰੂ ਜੀ ਸਾਡੇ ਨਾਲ ਰਹਿੰਦੇ ਨੇ, ਤੂੰ ਫਿਰ ਕਿਉਂ ਅੰਧੇਰੇ ਦੇ ਵਿੱਚ ਆਪਣਾ ਜੀਵਨ ਆਪ ਵੀ ਬਤੀਤ ਕਰ ਰਿਹਾ ਤੇ ਆਪਣੀ ਸਾਰੀ ਅੰਦਰਲੀ ਸ੍ਰਿਸ਼ਟੀ ਭਾਵ ਜਿਹੜਾ ਤੂੰ ਅੰਦਰਲਾ ਤੇਰਾ ਸੰਸਾਰ ਉੱਤੇ ਤੂੰ ਹਨੇਰਾ ਹੀ ਵਰਤਾ ਕੇ ਰੱਖਿਆ ਹੋਇਆ। ਕਹਿੰਦੇ ਨਹੀਂ, ਤੂੰ ਕਹਿੰਦੇ ਨੇ ਆਪਣਾ ਮੂਲ ਪਛਾਣ। ਤੇ ਜਦੋਂ ਇਸ ਬੰਦ ਵਿੱਚ ਮੂਲ ਪਛਾਣਨ ਵਾਲੇ ਮਨ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਮਨ ਦੇ ਅੰਦਰ ਸ਼ਬਦ ਵਸ ਗਿਆ ਹੈ, ਜਿਸ ਮਨ ਦੇ ਅੰਦਰ ਬੁੱਧ ਪ੍ਰਗਟ ਹੋ ਗਈ ਹੈ। ਕਿਉਂ? ਕਿਉਂਕਿ ਮਨ ਨੇ ਨਾ ਇੱਕੋ ਵਰਤੈ ਅਵਰ ਨਾ ਬੀਆ। ਦੇਖੋ ਜਿਹੜਾ ਸਾਡੇ ਅੰਦਰ ਬੋਡੀ, ਇਸ ਬੋਡੀ ਨੂੰ ਨਾ ਗੁਰਬਾਣੀ ਕਹਿੰਦੀ ਹੈ ਕਾਇਆ ਨਗਰੀ। ਰੱਬ ਜੀ ਨੇ ਕਾਇਆ ਨਗਰੀ ਬਣਾਈ ਹੈ। ਹਾਂ, ਇਸ ਨੂੰ शिव की पुरी बनाना है या जम की पुरी बनाना है? इत्थे जम की सरकार चलानी है कि हरजीओ की सरकार चलानी है? ये गल साडे हत्थ विच है। सतगुरु जी ने, परमात्मा जी ने सानू साडी सिर्फ काया नू काया नगरी बनाया है। इस नू असीं शिव की नगरी बनाना है। क्योंकि कल भी आपां एक तुक सांझ कीती सी, शिव की पुरी बसै बुद्ध सार। इत्थे भी बुद्ध वाला लफ्ज़ आ रहा है। देखो ऊपर शिव की गल करके सतगुरु जी थले आके बुद्ध की गल कर रहे हैं, नाल चानण की गल कर रहे हैं। कहते अंधेरा चानण आपे किया। कहते जेड़ा मन है ना, इस अंदर वाली कहते काया नगरी दे विच चानण करेगा या अंधेरा करेगा? करेगा मन ही। कहते कोई सतगुरु जी नहीं करेगा चानण या मन। लेकिन कहते ये भी पक्की गल है, ये हुक्म है सतगुरु जी का कि इस काया नगरी दे विच सिर्फ एक चीज वरत सकती है, दूजी नहीं। अंधेरा ते चानण इकट्ठा नहीं वरत सकता, एको वरत है अवर ना बिया। चॉइस तुहाडी है की वरताना है। हुण इसी चीज नूं सानू सतगुरु जी समझाते ने, रहरास साहिब दे विच आंदी है, कहंदे तू आद पुरख अपरंपर करता जी, तुझ जेवड़ अवर ना कोई, तू जुग जुग एको, सदा सदा तू एको जी, तू नेचल करता सी। उत्थे कहंदे ने तुद आपे भावै सोई वरत है जी, तू आपे करै सो होई, तुद आपे भावै सोई वरतै जी। हुण इत्थे मन नूं की पसंद आ रहा है? आप पछाणे वाला मन, जिसने आप की पछाण कर ली है,
ਜਿਸ ਨੇ ਆਪਣੀ ਮੱਤ ਸ਼ਕਤੀ ਵੱਲੋਂ ਉਲਟਾ ਕੇ ਸ਼ਿਵ ਵਾਲੇ ਪਾਸੇ ਕਰ ਲਈ। ਭਾਵ ਇੱਥੇ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਜਿਸ ਨੇ ਮਨ ਨੇ ਆਪ ਪਛਾਣ ਲਿਆ, ਭਾਵ ਜਿਹੜਾ ਮਨ ਹਰਜੀ ਤੇਰੇ ਨਾਲ ਸੀ, ਗੁਰਮਤੀ ਰੰਗ ਮਾਣ, ਮਨ ਨੂੰ ਗੁਰੂ ਦੀ ਮੱਤ ਉੱਪਰ ਜਿਸ ਨੂੰ ਗਿਆਨ ਰਤਨ ਆਖਿਆ ਗਿਆ, ਜਿਸ ਨੂੰ ਥੱਲੇ ਕਮਲ ਬਿਗਸਨ ਆਖਿਆ ਗਿਆ। ਬੁੱਧ ਸ਼ਬਦ ਦੀ ਗੱਲ ਆਖਰੀ ਹੈ, ਮਨ ਨੂੰ ਸ਼ਬਦ ਪਸੰਦ ਆ ਰਿਹਾ, ਗੁਰੂ ਦਾ ਗਿਆਨ ਪਸੰਦ ਆ ਗਿਆ। ਇਸ ਨੂੰ ਕਹਿੰਦੇ ਤੁਧ ਆਪੇ ਭਾਵੈ, ਗਿਆਨ ਪਸੰਦ ਆਇਆ, ਚਾਨਣ ਪਸੰਦ ਆਇਆ। ਹੁਣ ਅੰਦਰਲੀ ਵਾਲੀ ਕਾਇਆ ਨਗਰੀ ਦੇ ਵਿੱਚ ਚਾਨਣ ਵਰਤੇਗਾ। ਹੁਣ ਚਾਨਣ ਵਰਤ ਰਿਹਾ, ਇੱਕੋ ਵਰਤ ਹੈ। ਜਦੋਂ ਚਾਨਣ ਵਰਤਿਆ ਅੰਧੇਰਾ ਅਵਰਣਾ ਵੀ ਆ ਦੂਜੀ ਨਾ ਨਹੀਂ ਹੋਏਗੀ ਉੱਥੇ ਚੀਜ਼। ਇਹ ਸ਼ਿਵ ਕੀ ਪੂਰੀ, ਜਿਸ ਨੂੰ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਨਾ, ਚਾਨਣ ਜਿੱਥੇ ਹੋਏਗਾ, ਜਿਸ ਨੂੰ ਆਪਾਂ ਗੁਰਬਾਣੀ ਕਹਿੰਦੀ ਹੈ ਸ਼ਿਵ ਕੀ ਪੂਰੀ ਬਸੈ ਬੁੱਧ ਸਾਰ। ਇੱਥੇ ਵੀ ਉਹੀ ਕਹਿੰਦੇ ਨੇ, ਕਹਿੰਦੇ ਕਮਲ ਬਿਗਸੈ ਬੁੱਧ ਤਾਹਾ। ਭਾਵ ਜਦੋਂ ਮਨ ਗੁਰੂ ਦੀ ਮੱਤ ਨੂੰ ਪਸੰਦ ਕਰ ਲੈਂਦਾ ਹੈ, ਉਸ ਨੂੰ ਮੰਨਣ ਲੱਗ ਜਾਂਦਾ, ਜਿਸ ਨੂੰ ਆਖਦੇ ਨੇ ਮੰਨੈ ਸੁਰਤ। ਫਿਰ ਕਹਿੰਦੇ ਕੀ ਹੁੰਦਾ, ਹੋਵੇ ਮਨ ਬੁੱਧ। ਮਨ ਵਿੱਚ ਬੁੱਧ ਪ੍ਰਗਟ ਹੋ ਜਾਂਦੀ ਹੈ, ਮਨ ਵਿੱਚ ਬੁੱਧ ਦਾ ਵਾਸਾ ਹੋ ਜਾਂਦਾ, ਮਨ ਵਿੱਚ ਸ਼ਬਦ ਦਾ ਵਾਸਾ ਹੋ ਜਾਂਦਾ। ਇੱਥੇ ਉਹੀ ਕਹਿ ਰਿਹਾ ਹੁਣ ਜੀ, ਕਹਿੰਦੇ ਜਦੋਂ ਮਨ ਵਿੱਚ ਸ਼ਬਦ ਦਾ ਵਾਸਾ ਹੋਇਆ, ਮਨ ਦੇ ਵਿੱਚ ਬੁੱਧ ਪ੍ਰਗਟ ਹੋ ਗਈ, ਮਨ ਦੇ ਵਿੱਚ ਗਿਆਨ ਦਾ ਰਤਨ ਪ੍ਰਗਟ ਹੋ ਗਿਆ, ਮਨ ਵਿੱਚ ਚਾਨਣ ਪ੍ਰਗਟ ਹੋ ਗਿਆ, ਤਾਂ ਹੁਣ ਸਾਰੀ ਨਗਰੀ ਦੇ ਵਿੱਚ ਮਨ ਚਾਨਣ ਹੀ ਵਰਤਾ ਰਿਹਾ ਹੈ, ਚਾਨਣ ਹੀ ਵਰਤੇਗਾ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਇਹ ਹੁਕਮ ਹੈ ਸਤਿਗੁਰੂ ਜੀ ਦਾ। ਸਤਿਗੁਰੂ ਜੀ ਨੇ ਮਨ ਨੂੰ ਕਿਹਾ, ਮਨ ਆ ਜਿਹੜੀ ਤੇਰੀ ਕਾਇਆ ਨਗਰੀ ਬਣਾਈ ਹੈ ਨਾ, ਤੇਰੇ ਹੱਥ ਚੁਆਇਸ ਦਿੱਤੀ ਹੈ, ਤੂੰ ਇੱਥੇ ਜੋ ਮਰਜ਼ੀ ਵਰਤਾ ਲੈ। ਪਰ ਵਰਤੇਗੀ ਇੱਕ ਚੀਜ਼, ਦੋ ਨਹੀਂ, ਜਾਂ ਹਉਮੈ ਜਾਂ ਨਾਮ, ਜਾਂ ਸ਼ਿਵ ਜਾਂ ਸ਼ਕਤੀ, ਜਾਂ ਅੰਧੇਰਾ ਜਾਂ ਚਾਨਣ। ਇਹਨਾਂ ਦੋਨਾਂ ਚੋਂ ਇੱਕ ਚੀਜ਼ ਵਰਤੇਗੀ। ਇਹ ਭਾਂਡਾ ਹੀ ਹੈ, ਜਾਂ ਤਾਂ ਭਾਂਡੇ ਦੇ ਵਿੱਚ ਕੀ ਕਹਿੰਦੇ ਆ ਕਰਮ ਰੂਪੀ ਦੁੱਧ ਪਵੇਗਾ, ਤਾਂ ਜਾਂ ਅਗਿਆਨਤਾ ਰੂਪੀ ਉਹਦੇ ਵਿੱਚ ਮਾਲ ਪਵੇਗਾ। ਦੋਨੋਂ ਚੀਜ਼ਾਂ ਇਕੱਠੀਆਂ ਨਹੀਂ, ਇੱਕੋ ਵਰਤ ਹੈ। ਅਵਰਨਾ ਵੀ ਇਹ ਦੂਜਾ ਨਹੀਂ ਵਰਤੇਗਾ। ਜਾਂ ਤੁਸੀਂ ਚਾਨਣ ਵਸਾਏਗਾ ਮਨ, ਜਾਂ ਅੰਧੇਰਾ ਵਸਾਏਗਾ। ਇੱਥੇ ਕਹਿੰਦੇ ਨੇ ਜਿਸ ਮਨ ਨੇ ਆਪ ਦੀ ਪਛਾਣ ਕਰ ਲਈ, ਜਿਹੜਾ ਗੁਰਮਤੀ ਰੰਗ ਮਾਣਨ ਲੱਗ ਗਿਆ, ਜਿਸ ਨੂੰ ਗਿਆਨ ਰਤਨ ਸ਼ਬਦ ਤਾਹਾ ਦੇ ਅਨੁਸਾਰ ਕਮਲ ਬਿਗਸ ਹੋ ਗਿਆ, ਜਿਸ ਦੇ ਅੰਦਰ ਬੁੱਧ ਪ੍ਰਗਟ ਹੋ ਗਈ, ਸ਼ਬਦ ਹੋ ਗਿਆ, ਉਹਨੂੰ ਸ਼ਬਦ ਪਸੰਦ ਆ ਰਿਹਾ, ਉਹਦੇ ਹੁਣ ਅੰਦਰ ਵੀ ਕਾਇਆ ਸ੍ਰਿਸ਼ਟੀ ਇਹ ਸ਼ਿਵ ਕੀ ਪੂਰੀ ਹੋ ਗਈ ਹੈ। ਇਹ ਸੱਚਖੰਡ ਹੋ ਗਿਆ ਹੈ, ਜਿਸ ਨੂੰ ਗੁਰਬਾਣੀ ਸੱਚਖੰਡ ਵੀ ਆਖਦੀ ਹੈ, ਜਿਸ ਨੂੰ ਗੁਰਬਾਣੀ ਦਵਾਰਕਾ ਨਗਰੀ ਰਾਸ ਬਗੋਈ ਵੀ ਆਖਦੀ ਹੈ। ਕਹਿੰਦੇ ਇੱਥੇ ਹੁਣ ਚਾਨਣ ਹੀ ਚਾਨਣ ਵਰਤ ਰਿਹਾ ਹੈ, ਸਤਿਗੁਰੂ ਦਾ ਸ਼ਬਦ ਹੀ ਵਰਤ ਰਿਹਾ ਹੈ। ਇਸ ਨੂੰ ਕਹਿੰਦੇ ਨੇ ਗੁਰਪ੍ਰਸਾਦੀ ਆਪ ਪਛਾਣੈ, ਕਮਲ ਬਿਗਸੈ ਬੁੱਧ ਤਾਹਾ ਹੈ। ਸਿਰਫ ਅੰਦਰਲੀ ਵਾਲੀ ਪੂਰੀ ਵਿੱਚ, ਕਾਇਆ ਨਗਰੀ ਦੇ ਵਿੱਚ ਸਿਰਫ ਇੱਕੋ ਚਾਨਣ ਹੀ ਵਰਤ ਰਿਹਾ। ਹੁਣ ਅਵਰਨਾ ਬੀਆ ਭਾਵ ਅੰਧੇਰਾ ਉੱਥੇ ਨਹੀਂ ਹੈ। ਹਾਂਜੀ ਸੁਖਵਿੰਦਰ ਵੀ ਜੀ, ਇਹਦੇ ਵਿੱਚ ਆਖਰੀ ਵਿੱਚ ਨਾ ਜਿਹੜਾ ਵਰਡ ਆਇਆ ਇੱਕੋ ਵਰਤੇ, ਅਵਰਨਾ ਬੀਆ, ਬੀਆ ਵਰਡ ਮਤਲਬ ਕਿ ਅਣਪਛਾਤਾ ਵਰਡ ਹੈ। ਦੂਜੇ ਨੂੰ ਕਹਿੰਦੇ ਨੇ ਵੀ ਜੀ ਬੀਆ ਦੂਜਾ ਕਹਿੰਦੇ ਨੇ, ਬੀਆ ਨਾ ਹੀ ਹੋ, ਦੂਜਾ ਨਾ ਹੀ ਹੋ। ਓਕੇ ਜੀ। ਇੱਕੋ ਤਾਂ ਉਲਟ ਹੈ, ਇੱਕੋ ਤਾਂ ਇੱਕੋ ਹੁੰਦਾ, ਇੱਕੋ ਵਰਤ ਹੈ। ਬੀਆ ਦਾ ਮਤਲਬ ਹੁੰਦਾ ਦੂਸਰਾ। ਅਵਰਨਾ ਬੀਆ, ਹੋਰ ਕੋਈ ਦੂਜਾ ਨਹੀਂ ਰਹਿ ਸਕਦਾ। ਬੀਆ ਨਾ ਹੀ ਹੋਰ ਗੁਰਬਾਣੀ ਚ। ਹਾਂਜੀ ਓਕੇ ਜੀ ਸਰ, ਬੀਬੀ ਜੀ। हाँ जी सुखविंदर भी जी, आप जी कह रहे हो एको वर्ते अवर न बिया, या मन चानन लेगा या अंधेरा लेगा। ते मन दी ते अवस्था होंदी है कि कदी 1 सेकंड चानन ते 1 सेकंड अंधेरा। हाँ, 1 सेकंड सच नाल जुड़न दी कोशिश करदा है, 1 सेकंड ਗੁਰਦੁਆਰੇ ਬੈਠਿਆ ਵੀ ਕਿਤੇ ਅੰਧੇਰਾ ਗ੍ਰਹਿਣ ਕਰਦਾ ਰਹਿੰਦਾ। ਇਸ ਨੂੰ ਥੋੜਾ ਜਿਹਾ ਹੋਰ 1-2 ਮਿੰਟ ਹੋਰ ਬੋਲ ਦਿਓ। ਹਾਂਜੀ, ਇਸ ਬੰਦ ਦੇ ਵਿੱਚ ਵੀ ਜੀ ਉਸ ਮਨ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਨੇ ਆਪ ਨੂੰ ਪਛਾਣ ਲਿਆ ਹੈ, ਆਪ ਵਾਲੀ ਪਛਾਣ ਕਰ ਲਈ ਹੈ, ਜਿਸ ਨੂੰ ਗੁਰਬਾਣੀ ਆਖਦੀ ਨਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿਸ ਨੂੰ ਮਨ ਨੂੰ ਕਹਿ ਰਿਹਾ ਨਾ ਪਛਾਣ ਤੂੰ ਆਪਣੇ ਆਪ ਨੂੰ, ਉਸ ਜਿਸ ਮਨ ਨੇ ਆਪਣਾ ਮੂਲ ਪਛਾਣ ਲਿਆ। ਆਪਣਾ ਮੂਲ ਪਛਾਣਨਾ ਕੀ ਹੁੰਦਾ, ਉਸੇ ਸ਼ਬਦ ਚ ਆਖਦੇ ਨੇ ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਿਹੜਾ ਭਾਵ ਗੁਰਮਤੀ ਨੂੰ ਪਛਾਣ ਕੇ ਗੁਰਮਤ ਅਨੁਸਾਰ ਆਪਣਾ ਰੰਗ ਮਾਣਨਾ, ਇਹ ਮਨ ਦਾ ਅਸਲਾ ਇਹ ਸੀ, ਮੂਲ ਸੀ। ਮਨ ਨੂੰ ਕਿਹਾ ਸੀ ਤੂੰ ਗੁਰੂ ਦੀ ਮੱਤ ਅਨੁਸਾਰ ਨਾਮ ਮਾਣ, ਕਿਉਂਕਿ ਤੂੰ ਇਕੱਲਾ ਹੀ ਹੈ ਜਿਹੜਾ ਰੱਬ ਦੇ ਜੇ ਹੁਕਮ ਦੇ ਵਿੱਚ ਭਾਣੇ ਵਿੱਚ ਨਹੀਂ ਚੱਲ ਰਿਹਾ। ਜਿਹੜਾ ਮਨ ਸਤਿਗੁਰੂ ਜੀ ਦੇ ਭਾਣੇ ਦੀ ਪਛਾਣ ਕਰਕੇ ਸਤਿਗੁਰੂ ਜੀ ਦੇ ਹੁਕਮਾਂ ਵਿੱਚ ਚੱਲਣ ਲੱਗ ਜਾਂਦਾ, ਭਾਵ ਸ਼ਬਦ ਦੇ ਅਨੁਸਾਰ ਸਤਿਗੁਰੂ ਜੀ ਦੇ ਬੁੱਧ ਦੇ ਅਨੁਸਾਰ ਆਪਣੇ ਆਪ ਨੂੰ ਆਪਣੇ ਅੰਦਰ ਸ਼ਬਦ ਵਸਾ ਲੈਂਦਾ, ਜਿਸ ਨੂੰ ਕਹਿੰਦੇ ਜਿਨ ਕੈ ਰਾਮ ਵਸੈ ਮਨ ਮਾਏ। ਆਪਣਾ ਆਪ ਪਛਾਣ ਲਿਆ, ਇਹ ਉਹ ਮਨ ਦੀ ਅਵਸਥਾ ਚੱਲ ਰਹੀ ਹੈ ਜਿਸ ਨੇ ਆਪਣੇ ਆਪ ਪਛਾਣ ਲਿਆ। ਉੱਥੇ ਹੁਣ ਕਿਹੜੀ ਚੀਜ਼ ਵਰਤ ਰਹੀ ਹੈ, ਚਾਨਣ। ਕਿਉਂਕਿ ਚਾਨਣ ਦੇ ਨਾਲ ਹੀ ਇੱਥੇ ਕਮਲ ਬਿਗਸਾ ਵੀ ਸ਼ੋ ਕਰ ਰਹੇ ਨਾ,
ਕਮਲ ਕਿਹਦੇ ਨਾਲ ਵਿਕਸਦਾ ਹੈ? ਬਾਹਰਲੇ ਸੂਰਜ ਦੇ ਚਾਨਣ ਦੇ ਨਾਲ। ਇੱਥੇ ਅੰਧੇਰਾ ਨਹੀਂ ਵਰਤ ਰਿਹਾ, ਇੱਥੇ ਚਾਨਣ ਵਰਤ ਰਿਹਾ। ਚਾਨਣ ਦੇ ਨਾਲ ਕਮਲ ਵਿਕਸਿਆ ਰਿਲੇਟ ਕਰਨਾ ਸੀ, ਕਿਉਂਕਿ ਕਮਲ ਵਿਕਸਿਆ ਸਤਿਗੁਰੂ ਸਮਝਾ ਰਹੇ ਨੇ। ਕਮਲ ਕਦੋਂ ਵਿਕਸਦਾ? ਜਦੋਂ ਸੂਰਜ ਦਾ ਬਾਹਰ ਚਾਨਣ ਹੁੰਦਾ ਹੈ, ਤੇ ਅੰਦਰ ਜਦੋਂ ਚਾਨਣ ਹੁੰਦਾ ਤਾਂ ਅੰਦਰ ਵਾਲਾ ਮਨ ਕਦੋਂ ਵਿਕਸਦਾ? ਜਦੋਂ ਸਾਡੇ ਅੰਦਰ ਚਾਨਣ ਰੂਪੀ ਸਤਿਗੁਰੂ ਦਾ ਸ਼ਬਦ ਅੰਦਰ ਪ੍ਰਕਾਸ਼ ਹੁੰਦਾ ਹੈ। ਹਾਂਜੀ ਜੀ ਜੀ ਵੀਰ ਜੀ। ਆਪਣੀ ਗਹਿਣ ਗਤ ਆਪੇ ਜਾਣੈ, ਹੋਰ ਲੋਕ ਸੁਣ ਸੁਣ ਆਖ ਵਖਾਣੈ। ਗਿਆਨੀ ਹੋਵੇ ਸੋ ਗੁਰਮੁਖ ਬੂਝੈ, ਸਾਚੀ ਸਿਫਤ ਸਲਾਹ ਹੈ। ਆਪਣੀ ਗਹਿਣ ਗਤ ਆਪੇ ਜਾਣੈ। ਆਪਣੀ ਗਹਿਣ, ਗਹਿਣ ਜਿਹੜਾ ਹੈ ਨਾ, ਗਹਿਣ ਅੱਖਰ ਜਿਹੜਾ ਹੈ, ਜਿਸ ਤਰ੍ਹਾਂ ਹਾਥ ਹੋਵੇ ਅਸਗਾ ਅਸੀਂ ਪਾਠ ਕਰਦੇ ਹਾਂ ਜਪਜੀ ਸਾਹਿਬ ਵਿੱਚ, ਗਹਿਣ ਡੂੰਘਿਆਈ ਤੋਂ, ਕਿੰਨੀ ਡੂੰਘਿਆਈ ਹੈ। ਕਈ ਵਾਰੀ ਤਰਨ ਦੇ ਨਾਲ ਰਿਲੇਟ ਕੀਤਾ ਜਾਂਦਾ ਹੈ ਕਿ ਨਦੀ ਨੂੰ ਗਾਹ ਲਿਆ, ਪਾਓ ਤਰ ਕੇ ਪਾਰ ਕਰ ਲਈ, ਜਾਂ ਡੂੰਘਿਆਈ ਮਾਪ ਲਈ, ਕਿੰਨੀ ਕਿੰਨੀ ਡੂੰਘੀ ਹੈ, ਪਾਣੀ ਦੀ ਡੂੰਘਿਆਈ ਕਿੰਨੀ ਹੈ। ਤੇ ਆਪਣੀ ਗਹਿਣ ਗਤ, ਗਤ ਤੋਂ ਕੀ ਪਾਵੇ? ਮੰਨੇ ਕੀ ਗਤ ਕਹੀ ਨਾ ਜਾਏ। ਗਤ ਤੋਂ ਪਾਵੇ ਅਵਸਥਾ। ਆਪਣੀ ਗਹਿਣ ਡੂੰਘਿਆਈ ਤੇ ਗਤ ਉੱਚੀ ਆਤਮਕ ਅਵਸਥਾ ਆਪੇ ਜਾਣੇ, ਉਹ ਪ੍ਰਮਾਤਮਾ ਆਪ ਹੀ ਜਾਣਦਾ। ਹੋਰ ਲੋਕ ਸੁਣ ਸੁਣ ਆਂਖ ਵਖਾਣੇ, ਕਹਿੰਦੇ ਨੇ ਬਾਕੀ ਜਗਤ ਜਿਹੜਾ ਹੈ ਸੁਣ ਸੁਣ, ਜੋ ਸੁਣੀ ਸੁਣਾਈ ਗੱਲਾਂ ਹਨ ਉਹ ਸੁਣ ਸੁਣ ਕੇ ਬੋਲਦੇ ਹਨ, ਬਿਆਨ ਕਰਦੇ ਹਨ। ਜਿੰਨਾ ਕੁ ਉਸ ਪ੍ਰਮਾਤਮਾ ਬਾਰੇ ਸੁਣ ਲੈਂਦੇ ਹਨ ਉਹਨਾਂ ਬੋਲ ਲੈਂਦੇ ਹਨ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਜਦੋਂ ਤੱਕ ਉਸ ਪ੍ਰਮਾਤਮਾ ਦੇ ਨਾਲ ਸੁਰਤ ਕਰਕੇ ਸਾਂਝ ਨਹੀਂ ਬਣਦੀ, ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ। ਜਦੋਂ ਤੱਕ ਸੁਰਤ ਉਸ ਉਚਾਈ ਤੇ ਨਹੀਂ ਪਹੁੰਚਦੀ, ਅਸਲ ਪ੍ਰਮਾਤਮਾ ਦੀ ਬਾਰੇ ਮਨੁੱਖ ਜਿਹੜਾ ਬਿਆਨ ਪੂਰੀ ਤਰ੍ਹਾਂ ਤੋਂ ਨਹੀਂ ਕਰ ਸਕਦਾ। ਵੈਸੇ ਵੀ ਪੂਰੀ ਤਰ੍ਹਾਂ ਤੋਂ ਪ੍ਰਮਾਤਮਾ ਜਿਹੜਾ ਬਿਆਨ ਤੋਂ ਪਰੇ ਹੈ। ਗਿਆਨੀ ਹੋਵੇ ਸੋ ਗੁਰਮੁਖ ਬੂਝੇ। ਫਿਰ ਦੇਖੋ ਗਿਆਨੀ ਹੋਵੇ, ਹੁਣ ਗਿਆਨੀ ਅੱਖਰ ਵੀ ਬੜਾ ਸਾਨੂੰ ਬਾਰ-ਬਾਰ ਗੱਲ ਕਰਨੀ ਪਏਗੀ ਗਿਆਨੀ ਅੱਖਰ ਬਾਰੇ, ਕਿਉਂਕਿ ਜਿਸ ਨੂੰ ਦੋ ਅੱਖਰਾਂ ਦਾ ਗਿਆਨ ਹੋ ਜਾਂਦਾ ਨਾ, ਅਸੀਂ ਉਹਨੂੰ ਉਹਦੇ ਨਾਲ ਗਿਆਨੀ ਅੱਖਰ ਜੋੜ ਦਿੰਦੇ ਹਾਂ। ਅੱਖਰਾਂ ਦਾ ਗਿਆਨ ਜਿਹੜਾ ਹੈ ਉਹ ਠੀਕ ਹੈ ਕਿ ਉਹਨੂੰ ਸ਼ਬਦ ਦਾ ਗਿਆਨ ਹੋ ਗਿਆ। ਅੱਖਰਾਂ ਦਾ ਗਿਆਨ ਜਿਹੜਾ ਹੈ, ਗੁਰੂ ਸਾਹਿਬ ਜਦ ਵੀ ਗਿਆਨੀ ਦਾ ਜ਼ਿਕਰ ਕਰ ਰਹੇ ਨੇ ਜਾਂ ਗਿਆਨ ਦੇ ਜ਼ਿਕਰ ਕਰ ਰਹੇ ਨਾ, ਉਸ ਗਿਆਨ ਦਾ ਜ਼ਿਕਰ ਕਰ ਰਹੇ ਹਨ ਜਿਹੜਾ ਜਦੋਂ ਅੱਖਰਾਂ ਦੇ ਰਾਹੀਂ ਸੁਰਤ ਜਦੋਂ ਉਸ ਉਚਾਈ ਤੇ ਪਹੁੰਚਦੀ ਹੈ। ਅੱਖਰ ਜਿਹੜੇ ਹਨ ਉਹ ਸਾਧਨ ਹਨ ਪੂਰਨ ਗਿਆਨ ਪ੍ਰਾਪਤ ਕਰਨ ਦੇ। ਅੱਖਰ ਜਿਹੜੇ ਹਨ ਉਹ ਜ਼ਰੀਆ ਹੈ ਜਿਹਦੇ ਰਾਹੀਂ ਜਿਨ ਗੁਰੂ ਦੇ ਅੱਖਰਾਂ ਨੂੰ ਜੀਵਿਆਂ ਪੂਰਨ ਗਿਆਨਤਾ ਵਾਲੀ ਅਵਸਥਾ ਬਣਦੀ ਹੈ। ਗੁਰੂ ਸਾਹਿਬ ਉਸ ਗਿਆਨੀ ਹੋਵੇ ਸੋ ਗੁਰਮੁਖ ਬੂਝੇ, ਉਹ ਗੁਰੂ ਦੇ ਰਾਹੀਂ ਬੂਝ ਲੈਂਦਾ ਹੈ ਸੱਚ ਨੂੰ। ਜੋ ਗੁਰੂ ਦੇ ਰਾਹੀਂ ਸੱਚ ਨੂੰ ਬੁੱਝ ਲੈਂਦਾ ਹੈ, ਮਾਨੋ ਚੀਜ਼ ਸਿਫਤ ਸਲਾਹ ਹੈ। ਕਹਿੰਦੇ ਫਿਰ ਅਸਲ ਵਿੱਚ ਜਿਹੜੀ ਅਸਲ ਸਾਚੀ ਤੋਂ ਪਾਵੇ, ਅਟਲ ਕਹਿ ਲਈਏ, ਸਦੀਵ ਰਹਿਣ ਵਾਲੀ ਕਹਿ ਲਈਏ, ਅਸਲ ਸਿਫਤ ਸਲਾਹ ਫਿਰ ਉਸਦੇ ਕੋਲੋਂ ਆਉਂਦੀ ਹੈ। ਫਿਰ ਉਹਨੂੰ ਸਮਝ ਆਉਂਦਾ ਹੈ ਕਿ ਸਿਫਤ ਸਲਾਹ ਹੈ ਕੀ। ਅਮੂਮਨ ਅਸੀਂ ਜ਼ਬਾਨੀ ਸਿਫਤ ਸਲਾਹ ਕਰਦੇ ਰਹਿੰਦੇ ਹਾਂ, ਅਸੀਂ ਜਿਹੜਾ ਸਿਫਤ ਸਲਾਹ ਕਰਨ ਦੇ ਢੰਗ ਨੂੰ ਸਮਝ ਨਹੀਂ ਪਾਉਂਦੇ। ਗੁਰੂ ਸਾਹਿਬ ਸਮਝਾਣਾ ਕਰ ਰਹੇ, ਗਿਆਨੀ ਹੋਵੇ ਸੋ ਗੁਰਮੁਖ ਬੂਝੇ। ਗੁਰੂ ਦੇ ਰਾਹੀਂ ਸੱਚ ਨੂੰ ਬੂਝਣਾ ਹੈ। ਹੁਣ ਬਾਰ-ਬਾਰ ਅਸੀਂ ਧਿਆਨ ਦਈਏ ਨਾ, ਕਿਉਂਕਿ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਉਚਾਰਨ ਦੇ ਉੱਤੇ ਵੀ ਅਸੀਂ ਕਈ ਵਾਰੀ ਰੁਕ ਜਾਂਦੇ ਹਾਂ। ਤੇ ਬਾਰ-ਬਾਰ ਗੁਰੂ ਸਾਹਿਬ ਗੁਰਮੁਖ ਬੂਝੇ, ਗੁਰੂ ਦੇ ਰਾਹੀਂ ਬੂਝਣ। ਅਗਰ ਵਾਹਿਗੁਰੂ ਤੋਂ ਹੀ ਪੂਰਾ ਪਾਰ ਉਤਾਰਾ ਹੋਣਾ ਸੀ, ਕੇਵਲ ਰਾਮ ਰਾਮ ਕਿਹਾ ਹੀ ਪਾਰ ਉਤਾਰਾ ਹੋਣਾ ਸੀ, ਤੇ ਗੁਰੂ ਸਾਹਿਬ ਨੂੰ ਇੰਨੇ ਮਿਹਨਤ ਕਰਨ ਦੀ 1429 ਅੰਕ ਲਿਖਣ ਦੀ ਲੋੜ ਨਹੀਂ ਸੀ। ਗੁਰੂ ਸਾਹਿਬ ਸਮਝਾਣਾ ਕਰ ਰਹੇ ਹਨ, ਗਿਆਨੀ ਹੋਵੇ ਸੋ ਗੁਰਮੁਖ ਬੂਝੇ। ਸੱਚੀ ਸਿਫਤ ਸਲਾਹ ਹੈ, ਅਸਲ ਸਿਫਤ ਸਲਾਹ ਦਾ ਫਿਰ ਉਹਨੂੰ ਸਮਝ ਆਉਂਦੀ ਹੈ। ਜੀ ਹਰਵਿੰਦਰ ਵੀਰ ਜੀ, ਸਮੇਂ ਦਾ ਥੋੜਾ ਹਰਵਿੰਦਰ ਵੀਰ ਜੀ ਧਿਆਨ ਰੱਖਿਆ ਜੇ, ਬੇਨਤੀ ਹੈ, ਕਿਉਂਕਿ ਸਵਾਲ ਜਵਾਬ ਰਹਿ ਰਹੇ ਨੇ ਅੱਜ ਕੱਲ, ਤੇ ਕੁਝ ਸਵਾਲ ਵੀ ਲੈ ਲਈਏ। ਜੋ ਤੁਸੀਂ ਕਿਹਾ ਉਹ ਬਿਲਕੁਲ ਠੀਕ ਹੈ। ਹੋਰ ਕੁਝ ਅੰਦਰ ਐਡ ਕਰਨ ਵਾਲੀ ਕੋਈ ਗੱਲ ਹੈ ਨਹੀਂ, ਬਸ ਉਹ ਗੱਲ ਉਤਨੀ ਹੀ ਹੈ। तो ਵੱਖਰੇ ਅੱਖਰਾਂ ਅੰਦਰ ਐਕਸਪਲੇਨ ਕਰਨ ਵਾਲੀ ਗੱਲ ਹੈ। ਬਾਕੀ ਗੱਲ ਤੇ ਜੋ ਆਪ ਜੀ ਨੇ ਕਹਿ ਦਿੱਤੀ ਉਹ ਅੰਦਰ ਪੂਰਾ ਜੋ ਹੈ, ਉਹ ਜੋ ਵਰਡਸ ਮੈਂ ਯੂਜ਼ ਕਰਨੇ ਸਾਨੂੰ ਬਸ ਸਿਰਫ ਵਰਡਸ ਵੱਖਰੇ ਹੋਣਗੇ,
ਬਾਕੀ ਤੇ ਸੇਮ ਗੱਲ ਚੱਲੀ ਜਾਂਦੀ ਪਈ ਬਸ ਸ਼ਾਰਟ ਭੈਣ ਜੀ ਪਲੀਜ਼ ਗੱਲ ਪਲੀਜ਼ ਪਲੀਜ਼ ਸ਼ਾਰਟ ਵਿੱਚ ਤੁਸੀਂ ਹਰਵਿੰਦਰ ਜੀ ਜਿਵੇਂ ਕਰਦੇ ਹੋ ਸ਼ਾਰਟ ਵਿੱਚ ਵਿਚਾਰ ਕਰਦੇ ਹੋ ਪਲੀਜ਼ ਰਿਕੁਐਸਟ। ਇਹ ਕਹਿੰਦੇ ਆਪਣੀ ਗਹਿਨਗਾ ਕੋਈ ਵੀ ਵੀ ਆਪਣੀ ਡੁੰਗਿਆਈ ਕਹਿ ਲੋ ਵੀ ਰੱਬ ਜਿਹੜਾ ਹੈ ਨਾ ਅਸੀਂ ਨੂੰ ਰੱਬ ਨੂੰ ਅਕਤ ਕਹਿੰਦੇ ਪਿਆ। ਆਓ ਸੰਤ ਪਿਆਰਿਓ ਅਕਤ ਕੀ ਕਰੇ ਕਹਾਣੀ, ਜਾਂ ਅਸੀਂ ਜਦੋਂ ਕਹਿੰਦੇ ਆ ਵੀ ਉਹ ਸੋਈ ਅਜਾਨ ਕਹੇ ਮੈਂ ਜਾਣਾ, ਰੱਬ ਜਿਹੜਾ ਹੈ ਨਾ ਉਹ ਜਾਨ ਦੋਨੋਂ ਪੱਖ ਨੇ। ਰੱਬ ਨੂੰ ਪੂਰਨ ਤੌਰ ਤੇ ਜਾਣਿਆ ਨਹੀਂ ਜਾ ਸਕਦਾ। ਕਹਿੰਦੇ ਜਹਾਂ ਬੋਲਤੇ ਅਛਰ ਆਵਾ ਜਹ ਬੋਲਤੇ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਏ ਜਸ ਉਹ ਹੈ ਤਸ ਲਖੇ ਨਾ ਕੋਏ। ਰੱਬ ਕੋਈ ਅੱਖਰ ਰੱਬ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੇ। ਰੱਬ ਦੀ ਗਹਿਰਾਈ ਕਹਿ ਲੋ, ਰੱਬ ਦੀ ਆਤਮਕ ਅਵਸਥਾ ਕਹਿ ਲੋ, ਰੱਬ ਕਿਸ ਚੀਜ਼ ਦਾ ਮਾਲਕ ਹੈ, ਰੱਬ ਕਿਸ ਸਮਰੱਥਾ ਦਾ ਮਾਲਕ ਹੈ, ਉਹਦੇ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਆਪੇ ਹੀ ਜਾਣਦਾ ਹੈ ਵੀ ਇਹ ਬੜਾ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋ ਉਹਦੇ ਵਰਗਾ ਕੋਈ ਹੋਏ ਤਾਂ ਉਹਨੂੰ ਜਾਣੇ। ਹਾਂ ਸਤਿਗੁਰੂ ਜਾਣਦਾ ਉਹਨੂੰ, ਕਹਿੰਦੇ ਸਤਿਗੁਰੂ ਜਿਹਨੇ ਜਾਣਿਆ ਸਤਿਗੁਰੂ ਤਿਸ ਕੋ ਨਾ। ਬਾਕੀ ਸਰ ਕਹਿੰਦੇ ਬਈ ਸੁਣ ਵੱਡਾ ਆਕੇ ਸਭ ਕੋ, ਬੜਾ ਕਹਿੰਦੇ ਵੀ ਹੋਰ ਲੋਕ ਸੁਣ ਆਖ ਉਖਾਨੇ, ਬਾਕੀ ਲੋਕ ਕੀ ਨੇ ਵੀ ਸੁਣ ਵੱਡਾ ਆਖੇ ਸਭ ਕੋਏ ਤੇ ਕੇਵੜ ਵੱਡਾ ਡੀਠਾ ਹੋਏ। ਕਹਿੰਦਾ ਅੱਛਾ ਹੋਰ ਕਹਿੰਦੇ ਨੇ ਜੇਵੜ ਆਪ ਜਾਣੇ ਆਪ ਜਿਤਨਾ ਵੱਡਾ ਉਹ ਹੈ ਨਾ। ਬਾਕੀ ਕਹਿੰਦੇ ਨੇ ਅੰਤ ਕਾਰਨ ਕੀਤੇ ਬਿਲ ਰਹਾ ਹੈ ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣੇ ਕੋਈ। ਉਹ ਕਹਿੰਦੇ ਅਸੰਖ ਕਹੇ ਸਿਰ ਭਾਰ ਹੋਏ। ਜੇ ਰੱਬ ਨੂੰ ਤੂੰ ਅਸੰਖ ਵੀ ਕਹਿ ਦੇਗਾ ਨਾ, ਤੂੰ ਸਿਰ ਤੇ ਕਿਤੇ ਭਾਰ ਚੁੱਕਣਾ ਪੈ ਤੂੰ ਕਹਿੰਦਾ ਮੈਂ ਕੋਣ ਗੱਲਾਂ ਕੇ ਸਿਰ ਭਾਰ। ਜਦੋਂ ਮੈਂ ਆਪਣੇ ਸ਼ਬਦਾਂ ਦੇ ਨਾਲ ਹੀ ਰੱਬ ਦੀਆਂ ਸਿਫਤਾਂ ਕਰਨ ਜਾਵਾਂਗਾ ਨਾ, ਮੈਂ ਉਹਨੂੰ ਛੋਟਾ ਬਣਾ ਦਾਂਗਾ। ਮੇਰੀ ਬੁੱਧੀ ਛੋਟੀ ਹੈ। ਪਰ ਉਹ ਰੱਬ ਕਿਸ ਸਮਰੱਥਾ ਦਾ ਮਾਲਕ ਹੈ ਉਹ ਸਾਨੂੰ ਕਿਸੇ ਨੂੰ ਪਤਾ ਨਹੀਂ। ਆਪਣੀ ਗਹਿਨਗਤ ਆਪੇ ਜਾਣੇ। ਹੋਰ ਲੋਕ ਸੁਣ ਆ, ਬਾਕੀ ਤੇ ਕੇਵਲ ਹੋਰਾਂ ਕੋਲੋਂ ਗੱਲ ਸੁਣ ਕੇ ਲੈਣਾ ਉਹ ਖਾਣਦੇ ਪਏ ਨੇ। ਕਹਿੰਦੇ ਗਿਆਨੀ ਹੋਵੇ ਸੋ ਗੁਰਮੁਖ ਬੁਝੇ। ਇੱਕ ਹੋਰ ਪੰਕਤੀ ਕਹਿੰਦੇ ਨੇ ਵੀ ਅਗਿਆਨੀ ਅੰਦਾ ਬਹੁ ਕਰਮ ਤੜਾਵੇ। ਅਗਿਆਨੀ ਬੰਦਾ ਹੈ ਨਾ ਉਹ ਤੁਹਾਨੂੰ ਸਿਰਫ ਕਰਮ ਕਾਂਡ ਵਿੱਚ ਸਿੱਧਾ ਬੈਠੋ, ਚਿੱਟੀ ਚਾਦਰ ਵਿਛਾਇਆ ਜੇ, ਕਮਰ ਸਿੱਧੀ ਕਰੋ, ਚਿੱਟੇ ਰੰਗ ਦੇ ਕੱਪੜੇ ਪਾ ਲਓ, ਇਹ ਕਰੋ ਵੀ ਉਹ ਸਾਰਾ ਤੁਹਾਨੂੰ ਕਹਿੰਦੇ ਅਗਿਆਨੀ ਅੰਦਾ ਬਹੁ ਕਰਮ ਦ੍ਰਿੜਾਵੇ। ਕਹਿੰਦੇ ਮਨਮੁਖ ਕਾ ਇਹ ਬਾਦ ਆਚਾਰ ਬਹੁ ਕਰਮ ਦ੍ਰਿੜਾਵੇ। ਇਸ ਦੇ ਉਲਟ ਗੁਰੂ ਗਿਆਨੀ ਕਿਹਨੂੰ ਕਹਿੰਦਾ ਪਿਆ? ਕਹਿੰਦੇ ਜੋ ਗੁਰੂ ਦੇ ਸਨਮੁਖ ਚਲੇ ਜਾਏਗਾ ਨਾ ਉਹ ਗਿਆਨੀ ਹੈ। ਉਹਨੂੰ ਸਹੀ ਗਿਆਨ ਮਿਲ ਜਾਏਗਾ, ਉਹ ਰੱਬ ਨੂੰ ਬੁੱਝ ਪਾਏਗਾ। ਰੱਬ ਨੂੰ ਚੰਗਾ ਮਾੜਾ ਕੀ ਲੱਗਦਾ ਨਾ, ਕਬੀਰ ਪਾਹਨ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਇਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਧਾਰ। ਵੀ ਉਹ ਜਿਹੜਾ ਗੁਰੂ ਕੋਲ ਜਾਏਗਾ ਉਹਨੂੰ ਖਿਆਲ ਆ ਜਾਏਗਾ। ਗਿਆਨੀ ਹੋਵੇ ਸੋ ਗੁਰਮੁਖ ਬੂਝੇ ਸਾਚੀ ਸਿਫਤ ਸਲਾਹ ਹੈ। ਫਿਰ ਉਹ ਪਰਮਾਤਮਾ ਦੀ ਕਹਿੰਦਾ ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਉਹ ਰੱਬ ਦੀਆਂ ਸੱਚੀਆਂ ਸਿਫਤ ਸਲਾਹਾਂ ਜਿਹੜਾ ਨਾ ਉਹ ਜੁੜ ਜਾਏਗਾ। ਹਾਂਜੀ ਜੀ ਵੀਰ ਜੀ ਬਿਲਕੁਲ ਠੀਕ ਸਮਝਾਣਾ ਕਰ ਰਹੇ ਹੋ। ਸੱਚੀ ਸਿਫਤ ਸਲਾਹ ਜਿਹੜੀ ਹੈ ਕਰਮ ਕਾਂਡਾਂ ਤੋਂ ਉਪਰਾਮ ਹੋ ਕੇ ਉਹਨੂੰ ਸਿਫਤ ਸਲਾਹ ਕਰਨ ਦਾ ਤਰੀਕਾ ਆ ਜਾਏਗਾ। ਜੀ ਵਿੰਦਰੀ ਬੋਲ। ਹਾਂਜੀ ਕਿਹਾ ਜਾਂਦਾ ਕਿ ਅਸੀਂ ਐਕਚੁਅਲੀ ਜਿਤਨੇ ਵੀ ਸੰਸਾਰਿਕ ਲੋਕ ਆ, ਅਸੀਂ ਖਾਲੀ ਸੁਣ ਕੇ ਇਟ ਇਜ਼ ਅ ਬੋਰਡ ਗਿਆਨ, ਅਸੀਂ ਉਹਨਾਂ ਦੇ ਬੋਰਡ ਐਕਸਪੀਰੀਅੰਸ ਦੇ ਨਾਲ ਅਸੀਂ ਵਾਹ ਕਰਦੇ ਹਾਂ। ਪਰ ਉਸ ਦਾ ਜਿਹੜਾ ਅੰਦਰ ਦਾ ਜਿਹੜੀ ਡੂੰਘੀ ਵਿਚਾਰ ਉਹ ਆਪ ਹੀ ਜਾਣਦਾ ਹੈ, ਉਸ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ। ਬਟ ਅਗਰ ਇੱਕ ਗੁਰਮੁਖ ਜਿਸ ਦਾ ਮੂੰਹ ਉਸ ਗੁਰੂ ਦੀ ਤਰਫ ਹੋਵੇ, ਜਿਸ ਨੇ ਉਸ ਨੌਲੇਜ ਨਾਲ ਇਨਟਿਊਨਡ ਹੋ ਜਾਏ, ਉਹਦੇ ਗੁਣਾਂ ਨਾਲ ਇਨਟਿਊਨਡ ਹੋ ਜਾਏ, ਤੇ ਫਿਰ ਕਹਿੰਦੇ ਨੇ ਉਹ ਕਹਿੰਦਾ ਹੀ ਐਕਸਪੀਰੀਅੰਸਸ। ਕਿਸ ਚੀਜ਼ ਨੂੰ ਐਕਸਪੀਰੀਅੰਸ ਕਹਿੰਦੇ? ਦਾ ਤਤ ਗਿਆਨ। ਇੱਥੇ ਗਿਆਨ ਉਹ ਤਤ ਗਿਆਨ ਦੀ ਗੱਲ ਕੀਤੀ ਜਿਸ ਨੂੰ ਅਸੀਂ ਐਕਸਪੀਰੀਅੰਸ ਕਹਿੰਦੇ ਹਾਂ। ਵੇਅਰ ਇਜ਼ ਦ ਇੰਪਲੀਮੈਂਟੇਸ਼ਨ। ਜਦੋਂ ਗੁਰਮੁਖ ਉਸ ਚੀਜ਼ ਨੂੰ ਐਕਸਪੀਰੀਅੰਸ ਕਰਦਾ ਤਤ ਗਿਆਨ ਨੂੰ, ਫਿਰ ਉਹ ਆਪਣੇ ਸੱਚੀ ਸਿਫਤ ਸਲਾਹ ਹੈ ਦੈਨ ਹੀ ਇਜ਼ ਅਬਾਈਡਿੰਗ ਹਿਜ਼ ਲਾਈਫ। ਉਹ ਪੂਰੀ ਤਰ੍ਹਾਂ ਆਪਣੇ ਜੀਵਨ ਵਿੱਚ ਉਤਾਰ ਦਿੰਦਾ। ਦੈਟ ਇਜ਼ ਕਾਲਡ ਕਿ ਸਲਾਹ ਕਰਨਾ, ਸਿਫਤ ਸਲਾਹ ਕਰਨਾ। ਉਹ ਆਪਣੇ ਜੀਵਨ ਵਿੱਚ ਉਤਾਰ ਲੈਂਦਾ ਹੈ। ਹਾਂਜੀ ਅੱਗੇ ਭੁਪਿੰਦਰ ਜੀ ਨੇ ਜੁਆਇਨ ਕੀਤਾ। ਬੇਨਤੀ ਹੈ ਭੁਪਿੰਦਰ ਜੀ ਆਪ ਜੀ शेयर करो। वाह जी खालसा जी की फतेह जी। मेरी आवाज आ रही है? जी ਵੀਰ ਜੀ। ਅੱਛਾ ਇਹ ਜਿਹੜਾ ਜਿਸ ਮਨ ਦੀ ਰੱਬੀ ਮਿਕਤਾ ਦੀ ਅਵਸਥਾ 'ਚ ਜਿਹੜਾ ਆਪਣੇ ਅੰਦਰ ਸਭ ਕੁਝ ਕਰਨ ਯੋਗ ਹੋ ਰਿਹਾ ਸਤਿਗੁਰ ਦੀ ਮੱਤ ਦੇ ਨਾਲ ਸਮਾ ਕੇ ਵਨੈਸ ਵਿਦ ਗੋਡ ਦੇ ਨਾਲ, ਉਹਨੇ ਜਿਨੇ ਆਪਣੇ ਅੰਦਰ ਦੇ ਅੰਧੇਰੇ ਨੂੰ ਚਾਨਣ ਕਰ ਲਿਆ, ਉਹ ਆਪਣੇ ਹਰ ਇੱਕ ਅੰਗ ਉੱਤੇ ਵਰਤਦਾ ਹੈ। ਹਰ ਇੱਕ ਰੋਮ ਈਚ ਐਂਡ ਐਵਰੀ ਨੁਕ ਐਂਡ ਕਾਰਨਰ ਆਫ ਹਿਸ ਸ੍ਰਿਸ਼ਟੀ, ਜਿਸ ਨੂੰ ਅਸੀਂ ਅੰਦਰ ਦੀ ਸ੍ਰਿਸ਼ਟੀ ਦੀ ਗੱਲ ਕਰ ਰਹੇ ਹਾਂ, ਵਰਤਦਾ ਹੈ। ਤਾਂ ਉਹਦੇ ਈਚ ਐਂਡ ਐਵਰੀ ਕਣ ਜਿਹੜਾ ਉਹਦੇ ਬੋਡੀ ਦੇ ਅੰਦਰ ਹੈ ਨਾ, ਰੂਮ
ਸੁਰਤਮਤ ਬੁੱਧ ਸਮੇਤ, ਉਹਨੂੰ ਇਸ ਪਦ ਦੇ ਵਿੱਚ ਲੋਕ ਵੀ ਆਖਿਆ। ਇੱਥੇ ਲੋ ਆਕਾਰ ਉਹਦੇ ਚਾਨਣ ਹੁੰਦੇ ਨਾ ਉਹਨਾਂ ਦੇ ਵਿਚਕਾਰ, ਉਹਨੇ ਪਿੱਛੋਂ ਚਾਨਣ ਕਰ ਲਿਆ। ਤਾਂ ਉਹ ਗੁਰੂ ਪ੍ਰਸਾਦ ਦੀ ਆਪ ਪਛਾਣੇ ਕਮਲ ਵਿਕਸਿਆ ਬੁੱਧ ਤਾਂ ਹੈ, ਉਹਨੂੰ ਇਹ ਤਾਂ ਮਤ ਪ੍ਰਾਪਤ ਹੋ ਚੁੱਕੀ ਹੈ। ਹੁਣ ਇਹ ਸਾਰੇ ਅੰਗਾਂ ਵਾਸਤੇ ਉਸ ਐਲੀਵੇਟਿਡ ਮਨ ਜਿਹੜਾ ਸਤਿਗੁਰੂ ਨਾਲ ਮਰਜ ਹੋ ਚੁੱਕਾ ਹੈ, ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਜਿਹੜਾ ਇਸ ਬੋਡੀ ਨੂੰ ਪ੍ਰੋਪਰ ਟਿਊਨਡ ਰੱਖ ਸਕੇ, ਕਿਉਂਕਿ ਉਹ ਸਤਿਗੁਰ ਦੀ ਮੱਤ ਲੈ ਕੇ ਇਹਨਾਂ ਦਾ ਸਾਹਿਬ, ਇਹਨਾਂ ਦਾ ਮਾਲਕ, ਇਹਨਾਂ ਦਾ ਖਸਮ, ਇਹਨਾਂ ਦਾ ਮਾਸਟਰ ਚੌਧਰੀ ਜਿਹੜਾ ਹੈ ਇਸ ਸਾਰੇ ਸਰੀਰ ਦਾ, ਮਨ ਰਾਜਾ, ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਜਿਹੜਾ ਇਹਨਾਂ ਨੂੰ ਸਿੱਧੇ ਰਾਹ ਪਾ ਸਕੇ। ਸੋ ਅਲਟੀਮੇਟਲੀ ਆਪਣੀ ਗਹਿਣ ਗਤ ਆਪੇ ਜਾਣਾ ਹੈ। ਗਹਿਣ ਲਫ਼ਜ਼ ਬਣਿਆ ਹੋਇਆ ਹੈ ornaments ਤੋਂ, ਔਰ ਆਈ ਕੈਨ ਸੇ ਜੁਐਲਰੀ ਤੋਂ, ਔਰ ਆਈ ਕੈਨ ਸੇ ਗਹਿਣਿਆਂ ਤੋਂ। ਜਦੋਂ ਅਸੀਂ ਇੱਕ ਵਾਰੀ ਪਹਿਲਾਂ ਸਾਂਝ ਕੀਤੀ ਸੀ ਨਾ, ਨਾਨਕ ਪਦ ਅਦਵੈਤ ਅਵਸਥਾ ਦੀ ਨਿਸ਼ਾਨੀ ਹੈ। ਜੇ ਮੇਰਾ ਮਨ ਅਦਵੈਤ ਹੋ ਜਾਏ ਤਾਂ ਨਾਨਕ ਪਦ ਨੂੰ ਗ੍ਰਹਿਣ ਕਰਦਾ ਹੈ, ਪਰ ਜੇ ਮੇਰਾ ਮਨ ਸਤਿਗੁਰ ਦੀ ਮੱਤ ਨਮਰਤਾ ਨਾਲ ਲੈਣਾ ਚਾਹੁੰਦਾ ਹੈ, ਪਹਿਲਾਂ ਡੁਐਲਿਟੀ ਖਤਮ ਕੀਤੀ, ਹੁਣ ਸਤਿਗੁਰ ਦੀ ਮੱਤ ਲੈਣਾ ਚਾਹੁੰਦਾ ਹੈ, ਉਹਨੂੰ ਕਹਿੰਦੇ ਨੇ ਪ੍ਰਭ ਤੁਮ ਤੇ ਲਹਿਣਾ, ਤੂੰ ਮੇਰਾ ਗਹਿਣਾ, ਤੁਸੀਂ ਮੈਨੂੰ ਹੁਣ ਮੇਰੀ ਇਨਰ ਬਿਊਟੀ ਦੇ ਗਹਿਣੇ ਦਿਓ, ਮੈਨੂੰ ornaments ਦਿਓ, ਜਿਹੜੇ ਮੇਰੇ ਸਤ ਸੰਤੋਖ ਦਿਆ ਧਰਮ, ਇਹ ਸਾਰੇ ਮੇਰੇ ਅੰਦਰ ਦੇ ਗਹਿਣੇ ਤੁਸੀਂ ਬਣਾਣੇ ਨਾ, ਇਹ ਮਨ ਸੁੰਦਰ ਆਪਣਾ ਮੇਰਾ ਇਨਰ ਬਿਊਟੀ ਤੁਸੀਂ ਮੈਨੂੰ ਦੇਣੀ ਹੈ, ਦਿਓ। ਉਹਦੇ ਨਾਲ ਉਹਦੀ ਨਾ ਜ਼ਿੰਦਗੀ ਦੀ ਨਾ ਜਿਹੜੀ ਚਾਲ ਹੈ ਨਾ, ਉਹ ਗੁਰਮੁਖੀ ਚਾਲ ਹੋ ਜਾਂਦੀ ਹੈ। ਉਹ ਗੁਰਮੁਖੀ ਚਾਲ ਨੂੰ ਅਸੀਂ ਕਹਿੰਦੇ ਆ ਭਗਤਾਂ ਦੀ ਚਾਲ ਨਿਰਾਲੀ ਹੋ ਜਾਂਦੀ ਹੈ। ਜਿੱਥੇ ਜਿਸ ਮਾਰਗ ਨੂੰ ਲੋਕੀ ਔਖਾ ਕਹਿੰਦੇ ਸੀ ਉਹਦੇ ਤੇ ਤੁਰਨ ਲੱਗ ਪੈਂਦਾ ਹੈ। ਜਿਹਨੂੰ ਲੋਕੀ ਕਹਿੰਦੇ ਸੀ ਆਖਣ ਔਖਾ ਸਾਚਾ ਨਾ ਹੋ, ਉਹ ਕਹਿੰਦਾ ਲੋ ਸਾਚੇ ਨਾਮ ਕੀ ਲੱਗ ਗਿਆ ਭੂਖ, ਮਨੂੰ ਤੇ ਉਹ ਸੱਚੇ ਨਾਮ ਦੀ ਭੁੱਖ ਲੱਗ ਗਈ ਹੈ, ਤੁਸੀਂ ਕਹਿੰਦੇ ਹੋ ਮੁਸ਼ਕਲ ਹੈ। ਜਿਹਨੂੰ ਲੋਕੀ ਵਿਦਿਆ ਵਿਖਮ ਵਿਚਾਰ ਕਹਿੰਦੇ ਨੇ, ਉਹ ਸਤਿਗੁਰ ਦੀ ਮੱਤ ਲੈ ਕੇ ਉਸ ਮਾਰਗ ਤੇ ਟੁਰਨ ਲੱਗ ਪੈਂਦਾ ਹੈ। ਆਪਣੀ ਗਹਿਣ ਗਤ ਆਪੇ ਜਾਣਾ, ਉਹ ਆਪਣੀ ਜਿਹੜੀ ornaments ਤੋਂ ਬਾਅਦ ਜਿਹੜੀ ਉਹਦੀ ਅੰਗਦ ਅਵਸਥਾ ਬਣੀ ਹੈ ਨਾ, ਅੰਗਦ ਅਵਸਥਾ ਨੂੰ ਕਹਿੰਦੇ ਹੀ ਸ਼ਿੰਗਾਰ ਕਰਨਾ ਹੈ। ਸੋ ਲਹਿਣੇ ਤੋਂ ਉਹ ਅੰਗਦ ਬਣਦਾ ਹੈ, ਔਰ ਸ਼ਿੰਗਾਰ ਕਰਕੇ ਉਹਦੀ ਜਿਹੜੀ ਜ਼ਿੰਦਗੀ ਦੀ ਟੋਰ ਹੈ ਨਾ, ਉਹ ਬਦਲ ਗਈ ਹੈ। ਉਹ ਸਬਰ ਅੰਦਰ ਸਾਬਰੀ ਤਾਨੇ ਹੈ ਜਲੇ, ਬਿਲਕੁਲ ਹੁਣ ਨਜ਼ਦੀਕ ਖੁਦਾਈ ਦੇ ਭੇਤ ਨਾ ਕਿਸੇ ਦੇਣ ਵਾਲਾ ਨਾ, ਸਬਰ ਵਾਲਾ, ਪੇਸ਼ੈਂਸ ਵਾਲਾ, ਟੋਲਰੈਂਸ ਵਾਲਾ, ਇਹ ਗੁਣਾ ਦੇ ਨਾਲ ਇਹ ਜਿਹੜਾ ਉਹ ਜੀਂਦਾ ਹੈ ਨਾ, ਇਹ ਉਹ ਮਨ ਆਪ ਹੀ ਜਾਣਦਾ ਹੈ। ਹੋਰ ਲੋਕ ਸੁਣ ਸੁਣ ਆਖ ਵਖਾਣਾ, ਉਹ ਆਪਣੇ ਇੱਕ ਇੱਕ ਅੰਗ ਨੂੰ ਆਖ ਕੇ ਸੁਣਾਉਂਦਾ ਹੈ। ਜਦੋਂ ਮਨ ਆਪਣੇ ਅੰਗਾਂ ਨੂੰ ਸੁਣਾਉਣ ਜੋਗਾ ਹੋ ਜਾਂਦਾ ਹੈ ਨਾ, ਉਸ ਅਵਸਥਾ ਨੂੰ ਭੱਟ ਕਹਿੰਦੇ ਨੇ। ਉਹ ਜਦੋਂ ਭੱਟ ਹੋ ਜਾਂਦਾ ਨਾ, ਉਹ ਕਹਿੰਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਮਿਲਾ ਲੋ। ਅਜੀ ਇਹ ਮੇਰੀ ਚਤਰਾਈ ਨਹੀਂ ਹੈ, ਮੇਰੀ ਚਤਰਾਈ ਹੁੰਦੀ ਤਾਂ ਆਪਣ ਲਿਆ ਜੇ ਮਿਲੇ ਤਾਂ ਸਭ ਕੋ ਪਾਗਟ ਹੋਏ। ਮੈਨੂੰ ਤੇ ਅਕਲ ਹੀ ਨਹੀਂ ਸੀ, ਮੈਂ ਤੇ ਸਰੈਂਡਰ ਕੀਤਾ ਸਤਿਗੁਰ ਦੀ ਮੱਤ ਅੱਗੇ। ਸੋ ਉਹ ਭੱਟ ਬਣ ਕੇ ਜੈਸਾ ਉਹਨੂੰ ਸਮਤ ਮਿਲੀ ਹੈ, ਉਹਦੇ ਨਾਲ ਉਹ ਮਰਜ ਹੋ ਚੁੱਕਾ ਹੋਇਆ। ਵੈਸੇ ਵੈਲੀ ਆਪਣੇ ਇੱਕ ਇੱਕ ਅੰਗ ਨੂੰ ਇੱਥੇ ਲੋਕ ਕਿਹਾ ਹੈ। ਲੋਕ ਮਤਲਬ ਇੱਕ ਇੱਕ ਆਪਣਾ ਖੰਡ, ਖੰਡ ਮੰਡਲਵਰ ਪੰਡ ਕਹਿੰਦੇ ਨਾ ਅਸੀਂ, ਉਹ ਅੰਦਰ ਦੇ ਜਿਹੜੇ ਨੇ ਆਪਣੇ ਇੱਕ ਇੱਕ ਰੂਮ ਨੂੰ ਉਹ ਸੁਣਾਉਂਦਾ ਹੈ। ਅੱਗੇ ਕਹਿੰਦੇ ਨੇ ਗਿਆਨੀ ਹੋਵੇ ਸੋ ਗੁਰਮੁਖ ਬੂਝੈ। ਗੁਰਮੁਖ ਬੂਝੈ ਕੀ ਹੁੰਦਾ? ਗੁਰੂ ਦੀ ਮੱਤ ਨੂੰ ਬੁੱਝ ਲੈਂਦਾ ਹੈ। ਜਿਹੜਾ ਗੁਰੂ ਦੀ ਮੱਤ ਬੁੱਝ ਲੈਂਦਾ ਹੈ, ਉਸ ਮਨ ਨੂੰ ਗਿਆਨੀ ਕਹਿੰਦੇ ਨੇ। ਬਾਹਰਲੇ ਕਿਸੇ ਮਨੁੱਖ ਨੂੰ ਗਿਆਨੀ ਨਹੀਂ ਕਹਿੰਦੇ। ਜਦੋਂ ਅਸੀਂ ਇੱਕ ਸ਼ਬਦ ਪੜਿਆ ਸੀ, ਕੌਣ ਮੁਹਾਰੇ ਕੌਣ ਮੁਹਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਬ੍ਰਹਮ ਗਿਆਨੀ ਕੋਲ ਜਾ ਕੇ ਬੈਠ ਕੇ ਵਿਚਾਰ ਕਰਨੀ ਪਏਗੀ ਵੀ ਇਹ ਮੇਰੇ ਘਰ ਕੌਣ ਮਰ ਗਿਆ। ਰਾਦਰ ਇਹ ਕਹਿ ਰਹੇ ਨੇ ਬ੍ਰਹਮ ਗਿਆਨੀ, ਬ੍ਰਹਮ ਦੇ ਗਿਆਨ ਦੀ ਮੱਤ ਦੇ ਨਾਲ ਵਿਚਾਰ ਕਰਕੇ ਵੇਖੋ। ਤੋ ਬ੍ਰਹਮ ਜੋ ਸਤਿਗੁਰ ਦੀ ਮੱਤ ਮਨ ਲੈ ਲੈਂਦਾ ਹੈ, ਉਹ ਗਿਆਨੀ ਬਣ ਜਾਂਦਾ ਹੈ। ਗਿਆਨੀ ਬਣ ਜਾਏ ਤੇ ਨਾ ਉਹ ਕਿਸੇ ਕੋਲੋਂ ਡਰਦਾ, ਨਾ ਕਿਸੇ ਨੂੰ ਡਰਾਉਂਦਾ ਹੈ। ਤੇ ਗਿਆਨੀ ਹੋਵੇ ਸੋ ਗੁਰਮੁਖ ਬੁਝਿਆ, ਗੁਰੂ ਦੀ ਮੱਤ ਨੂੰ ਬੁਝੇ। ਸਾਚੀ ਸਿਫਤ ਸਲਾਹਾ ਹੈ,
ਉਹ ਸੱਚੀ ਸਿਫਤ ਵਡਿਆਈਆਂ ਦੀ ਵਿਚਾਰ ਆਪ ਕਰਦਾ ਹੈ ਤੇ ਵਡਿਆਈਆਂ ਦੀ ਵਿਚਾਰ ਵਾਲੀ ਸਲਾਹ ਆਪਣੇ ਸਾਰੇ ਅੰਗਾਂ ਨੂੰ ਰੋਮ ਰੋਮ ਨੂੰ ਇਸ ਪਦੇ 'ਚ ਹੋਰ ਲੋਕ ਸੁਣ ਸੁਣ ਆਖੋ ਖਾਣਾ ਉਹਨਾਂ ਨੂੰ ਵੀ ਦੱਸਦਾ ਜਾਂਦਾ ਹੈ, ਸਿਰਫ ਸਲਾਹ ਦੀਆਂ ਗੱਲਾਂ ਕਰਦਾ ਜਾਂਦਾ ਹੈ। ਇਹਦੇ ਅਸੀਂ ਐਪਲੀਕੇਬਲ ਮੀਨਿੰਗ ਆਪਣੇ ਬਾਰੇ ਸਮਝਦੇ ਹਾਂ। ਹਾਂਜੀ ਜੀ ਵੀ ਜੀ, ਅੰਦਰ ਦੀ ਸ੍ਰਿਸ਼ਟੀ ਆਪ ਜੀ ਔਰ ਸੁਖਿੰਦਰ ਵੀ ਜੀ ਬੜੀ ਖੂਬਸੂਰਤੀ ਨਾਲ ਬਿਆਨ ਕਰਦੇ ਹੋ ਜੀ। ਜੀ ਸੁਖਿੰਦਰ ਵੀ ਜੀ। ਹਾਂਜੀ ਵੀਰ ਜੀ, ਪਿਛਲੇ ਬੰਦ ਦੇ ਵਿੱਚ ਨਾ ਸਤਿਗੁਰੂ ਜੀ ਨੇ ਬੁੱਧ ਦੀ ਗੱਲ ਕੀਤੀ ਸੀ ਤੇ ਆਪਾਂ ਉੱਥੇ ਇੱਕ ਤੁਕ ਸ਼ੇਅਰ ਕੀਤੀ ਸੀ ਕਿ ਮੰਨੈ ਸੁਰਤ ਹੋਵੇ ਮਨ ਬੁੱਧ। ਜਦੋਂ ਮਨ ਸੁਰਤ ਨੇ ਜੋ ਗੁਰੂ ਦੀ ਮੱਤ ਗ੍ਰਹਿਣ ਕਰ ਲਈ ਹੋਈ ਹੈ ਧਿਆਨ ਦੇ ਨਾਲ, ਤੇ ਉਸ ਸੁਰਤ ਮੱਤ ਨੂੰ, ਜਿਸ ਨੂੰ ਉੱਪਰ ਸਤਿਗੁਰੂ ਜੀ ਆਖਦੇ ਨੇ ਗਿਆਨ ਰਤਨ ਸ਼ਬਦ ਨਾਲ, ਉਸ ਗਿਆਨ ਨੂੰ ਜਦੋਂ ਮਨ ਮੰਨ ਜਾਂਦਾ, ਭਾਵ ਆਪਣੇ ਵਿੱਚ ਸਤਿਗੁਰੂ ਜੀ ਦਾ ਗਿਆਨ, ਸਤਿਗੁਰੂ ਜੀ ਦਾ ਸ਼ਬਦ ਵਸਾ ਲੈਂਦਾ, ਤੇ ਉਹਦੇ ਵਿੱਚ ਭਾਵ ਬੁੱਧ ਦਾ ਵਾਸਾ ਹੋ ਜਾਂਦਾ ਹੈ। ਸ਼ਬਦ ਦਾ ਵਾਸਾ ਹੋਣਾ ਹੀ ਬੁੱਧ ਦਾ ਵਾਸਾ ਹੋ ਜਾਣਾ ਹੈ। ਪਰ ਹੁੰਦੀ ਕਦੋਂ ਇਹ ਬੁੱਧ ਦਾ ਵਾਸਾ? ਕਹਿੰਦੇ ਜਦੋਂ ਮਨ ਮੰਨਦਾ ਹੈ। ਤੇ ਉਸੇ ਅਵਸਥਾ ਨੂੰ ਦੇਖੋ ਜਪਜੀ ਸਾਹਿਬ ਵਿੱਚ ਇਹ ਜਿਹੜੀਆਂ ਇੱਥੇ ਜਿਹੜੇ ਲਫ਼ਜ਼ ਯੂਜ਼ ਹੋ ਰਹੇ ਨੇ, ਇਹ ਸਾਰੇ ਲਫ਼ਜ਼ ਜਪਜੀ ਸਾਹਿਬ ਤੇ ਸਤਿਗੁਰੂ ਜੀ ਨੇ ਯੂਜ਼ ਕੀਤੇ ਹਨ। ਗਤ ਲਫ਼ਜ਼ ਆਇਆ ਹੈ, ਆਪੇ ਲਫ਼ਜ਼ ਆਇਆ ਹੈ, ਜਾਣੈ ਲਫ਼ਜ਼ ਆਇਆ ਹੈ, ਗੁਰਮੁਖ ਲਫ਼ਜ਼ ਆਇਆ ਹੈ, ਬੁੱਝੈ ਲਫ਼ਜ਼ ਆਇਆ ਹੈ। ਇਹ ਸਾਰੇ ਜਪਜੀ ਸਾਹਿਬ ਦੇ ਵਿੱਚ ਬਿਲਕੁਲ ਸਤਿਗੁਰੂ ਨੇ ਟਰਮਸ ਐਕਸਪਲੇਨ ਕੀਤੀਆਂ ਨੇ। ਉਹਦੇ ਜਿਸ ਨੂੰ ਕਹਿ ਰਹੇ ਨੇ ਨਾ ਆਪਣੀ ਗਹਿਣ ਗਤ ਆਪੇ ਜਾਣੈ, ਉੱਥੇ ਵੀ ਸਤਿਗੁਰੂ ਜੀ ਸਾਨੂੰ ਗੱਲ ਸਮਝਾਉਂਦੇ ਨੇ, ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ। ਇੱਥੇ ਕਹਿੰਦੇ ਨੇ ਜਿਹੜਾ ਕੀ ਕਹਿੰਦੇ ਇੱਥੇ ਜੇ ਅਸੀਂ ਆਪੇ ਨੂੰ ਗੱਲ ਕਰਾਂਗੇ ਨਾ, ਆਪੇ ਜੇ ਕਵਾਂਗੇ ਵੀ ਪਰਮਾਤਮਾ ਹੀ ਆਪਣੀ ਗਤੀ ਜਾਣਦਾ ਹੈ, ਤੇ ਉੱਥੇ ਸਤਿਗੁਰੂ ਜੀ ਕਹਿ ਰਹੇ ਨਹੀਂ ਮੰਨੇ ਕੀ ਗਤ ਕਹੀ ਨਾ, ਜਿਹੜਾ ਮੰਨਦਾ ਹੈ ਉਸ ਦੀ ਅਵਸਥਾ ਨਹੀਂ ਦੱਸੀ ਜਾ ਸਕਦੀ। ਉਹ ਗੱਲ ਸਤਿਗੁਰੂ ਜੀ ਜਿੱਥੇ ਸਮਝਾਉਣਾ ਚਾਹ ਰਹੇ ਨੇ ਨਾ, ਕਿਉਂਕਿ ਅੱਗੇ ਨਾਲ ਆ ਰਿਹਾ ਜਾਣਾ। ਜਾਣਾ ਕੌਣ ਕਰਦਾ? ਉਸੇ ਵਿੱਚ ਹੀ ਆ ਜਾਂਦਾ। ਮੰਨੇ ਕਬਾਲੀ ਤੁਕ ਵਿੱਚ ਅਖੀਰ ਤੇ ਆਉਂਦਾ ਜੇ ਕੋ ਮਨ ਜਾਣਾ, ਮਨ ਕੋਈ, ਜੇ ਕੋਈ ਆਪਣੇ ਮਨ ਦੇ ਵਿੱਚ ਇਹ ਗੱਲ ਜਾਣ ਕੇ ਮੰਨ ਲਵੇ, ਕਹਿੰਦੇ ਨੇ ਇੱਕ ਤਾਂ ਮਨ ਕੋਏ ਹੋ ਜਾਂਦਾ, ਕਹਿੰਦੇ ਇੱਕ ਉਹਦੀ ਮੰਨੇ ਕੀ ਗਤ ਕਹੀ ਨਾ ਜਾਏ ਹੋ ਸਕਦੀ ਹੈ। ਉਹੀ ਬਿਲਕੁਲ ਉਹੀ ਨਾਲ ਸਤਿਗੁਰੂ ਜੀ ਸਾਨੂੰ ਉਹ ਸਿਧਾਂਤ ਦ੍ਰਿੜ ਕਰਵਾਉਂਦੇ ਜਾ ਰਹੇ ਨਾਲ। ਉੱਥੇ ਵੀ ਦੇਖੋ ਉਹੀ ਲਫ਼ਜ਼ ਆ ਰਿਹਾ, ਉੱਥੇ ਇੱਥੇ ਜਿਹੜਾ ਲਫ਼ਜ਼ ਆ ਰਿਹਾ ਆਪੇ, ਉੱਥੇ ਵੀ ਲਫ਼ਜ਼ ਆ ਰਿਹਾ ਆਪੇ। ਕਹਿੰਦੇ ਨੇ ਨਾਨਕ ਜੇ ਕਹਿੰਦੇ ਨਾ ਜੇ ਕੋ ਮਨ ਜਾਣੈ, ਕਹਿੰਦੇ ਕੀ ਮੰਨ ਕੇ ਜਾਣ ਕੇ ਕੀ ਮੰਨੇ? ਕਹਿੰਦੇ ਨੇ ਇਹ ਨਾਨਕ ਏਵੈ ਜਾਣੀਏ ਸਭ ਆਪੇ ਸਚਿਆ। ਕਹਿੰਦੇ ਤੂੰ ਇਹ ਜਾਣ ਲੈ, ਤੂੰ ਤਾਂ ਕੁੜਿਆਰ ਸਚਿਆਰ ਬਣਨ ਆਇਆ ਹੈ ਨਾ। ਜਿਹੜਾ ਮਨ ਦੀ ਅਰਦਾਸ ਹੁੰਦੀ ਹੈ ਨਾ ਵੀ ਸਤਿਗੁਰੂ ਜੀ ਮੇਰੇ ਅੰਦਰ ਤੇ ਤੁਹਾਡੇ ਵਿਚਕਾਰ ਕੂੜ ਦੀ ਪੰਧ ਹੈ, ਭਾਵ ਮੇਰਾ ਕੁੜਿਆਰ ਕੂਣਾ ਹੋਣਾ ਹੀ ਤੁਹਾਡੇ ਤੇ ਮੇਰੇ ਵਿੱਚ ਦੀਵਾਰ ਹੈ, ਮੇਰਾ ਕੁੜਿਆਰ ਦੂਰ ਕਰਕੇ ਮੈਨੂੰ ਸਚਿਆਰ ਬਣਾ ਲਓ, ਮੈਨੂੰ ਦੱਸੋ ਮੈਂ ਕਿਸ ਤਰ੍ਹਾਂ ਕਿਵ ਸਚਿਆਰਾ ਹੋਈਏ ਕਰਾਂ। ਤੇ ਸਤਿਗੁਰੂ ਜੀ ਜਦੋਂ ਉਸਨੂੰ ਕਿਵ ਸਚਿਆਰਾ ਹੋਣਾ ਸਿਖਾਉਂਦੇ ਨੇ ਨਾ, ਤੇ ਉਹਨੂੰ ਉਸੇ ਤਰ੍ਹਾਂ ਸਾਨੂੰ ਫਿਰ ਅੱਗੇ ਜਾ ਕੇ ਕਹਿੰਦੇ ਨੇ ਜਦੋਂ ਮਨ ਸਚਿਆਰ ਹੋ ਜਾਂਦਾ ਹੈ, ਉਸੇ ਨੂੰ ਹੀ ਕਹਿ ਰਹੇ ਨੇ ਆਕੇ, ਕਹਿੰਦੇ ਨੇ ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ। ਕਹਿੰਦੇ ਜਾਣ ਲਵੋ ਕਿ ਜਿਹੜਾ ਆਪੇ ਸਚਿਆਰ ਆ ਨਾ, ਉੱਥੇ ਨੂੰ ਉਰੇ ਬੋਲਣੇ ਆਪੇ ਜਾਣਾ। ਉਹਨੂੰ ਕਹਿੰਦੇ ਨੇ ਆਪੇ ਆਪ ਨਿਰੰਜਨ ਸੋਏ। ਦੇਖੋ ਸਾਡਾ ਨਿਰੰਜਨ ਹੈ ਨਾਮ ਨਿਰੰਜਨ। ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਹੁਕਮੇ ਰਹਿਆ ਸਮਾਈ ਹੈ। ਸਾਡਾ ਨਿਰੰਜਨ ਹੈ ਨਾਮ। ਹੁਣ ਨਾਮ ਕਿੱਥੇ ਜਾ ਕੇ ਬੈਠ ਚੁੱਕਾ ਹੈ, ਵਸ ਚੁੱਕਾ ਹੈ? ਮਨ ਦੇ ਅੰਦਰ। ਤੇ ਮਨ ਕੀ ਹੋ ਗਿਆ? ਆਪੇ ਆਪ ਨਿਰੰਜਨ ਸੋਏ। ਉਹ ਮਨ ਦੀ ਅਵਸਥਾ ਜਿਸ ਨੇ ਪਿਛਲੇ ਸ਼ਬਦ ਵਿੱਚ ਵੀ ਆਖਰੇ ਨੇ ਆਪ ਪਛਾਣ ਕਰ ਲਿਆ ਹੋਇਆ ਹੈ, ਜਿਹੜਾ ਮਨ ਦੇ ਵਿੱਚ ਬੁੱਧ ਪ੍ਰਗਟ ਹੋ ਚੁੱਕੀ ਹੈ, ਭਾਵ ਸਤਿਗੁਰੂ ਜੀ ਦਾ ਸ਼ਬਦ, ਸਤਿਗੁਰੂ ਜੀ ਦਾ ਨਾਮ ਪ੍ਰਗਟ ਹੋ ਚੁੱਕਾ ਹੈ। ਉਸ ਮਨ ਨੂੰ ਹੁਣ ਆਪੇ ਆਖ ਰਹੇ ਨੇ ਸਤਿਗੁਰੂ ਜੀ, ਆਪ ਹੀ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ। ਕਹਿੰਦੇ ਆਪੇ ਹੈ ਨਾਮ ਨਿਰੰਜਨ ਹੈ, ਲੇਕਿਨ ਹੁਣ ਉਹ ਨਿਰੰਜਨ ਨਾਮ ਮਨ ਦੇ ਵਿੱਚ ਵਸ ਰਿਹਾ, ਇਸ ਲਈ ਮਨ ਨੂੰ ਕਹਿੰਦੇ ਨੇ ਆਪੇ ਆਪ ਨਿਰੰਜਨ ਸੋਏ। ਪਹਿਲੇ ਉੱਥੇ ਕੁੜਿਆਰ ਹੀ ਕੁੜਿਆਰ ਵਰਤ ਰਿਹਾ ਸੀ, ਹੁਣ ਜਿਸਨੂੰ ਕਹਿੰਦੇ ਨੇ ਇੱਕੋ ਵਰਤਾ ਚਾਨਣ, ਜਿਸਨੂੰ ਕਹਿੰਦੇ ਹੁਣ ਅੰਦਰਲੀ ਕਾਇਆ ਨਗਰੀ ਦੇ ਵਿੱਚ ਸਿਰਫ ਨਾਮ ਹੀ ਨਾਮ ਵਰਤ ਰਿਹਾ ਹੈ। ਕਹਿੰਦੇ ਹੁਣ ਉਸ ਅਵਸਥਾ ਨੂੰ ਕਹਿੰਦੇ ਜਿਹੜੀ ਮੰਨੇ ਕੀ ਗਤ ਇਹ ਵਾਲੀ ਅਵਸਥਾ ਬਣੀ ਸੀ, ਮੰਨੇ ਕੀ ਗਤ ਕਹੀ ਨਾ ਜੇ, ਕਹਿੰਦੇ ਉਹ ਹੁਣ ਆਪੇ ਹੀ ਜਾਣਦਾ, ਉਹ ਕੋਈ ਹੋਰ ਉਸਨੂੰ ਆਖ ਕੇ ਦੱਸ ਨਹੀਂ ਸਕਦਾ। ਮੰਨੇ ਜਿਸ ਮਨ ਨੇ ਇਹ ਮੰਨ ਲਿਆ ਸੀ, ਮੰਨ ਕੇ ਸਚਿਆਰ ਬਣ ਚੁੱਕਾ ਸੀ, ਮੰਨ ਕੇ ਮਨ ਵਿੱਚ ਬੁੱਧ ਪ੍ਰਗਟ ਹੋ ਚੁੱਕੀ ਸੀ, ਕਹਿੰਦੇ ਨੇ ਉਹ ਅਵਸਥਾ ਉਹ ਆਪ ਹੀ ਜਾਣਦਾ ਹੈ। ਇੱਥੇ ਉਸ ਮਨ ਦੀ ਗੱਲ ਕੀਤੀ ਕਿ ਜੋ ਨਿਰੰਜਨ
ਦੇ ਅੰਦਰ ਨਿਰੰਜਨ ਪ੍ਰਗਟ ਹੋ ਚੁੱਕਾ ਹੈ, ਸ਼ਬਦ ਪ੍ਰਗਟ ਹੋ ਚੁੱਕਾ ਹੈ, ਜੋ ਖੁਦ ਨਿਰੰਜਨ ਸਰੂਪ ਬਣ ਚੁੱਕਾ ਹੈ। ਉਸੇ ਦੀ ਗੱਲ ਹੀ ਆ, ਕਹਿੰਦੇ ਨੇ ਉਹ ਵਾਲੀ ਗੱਲ ਕਹੀ ਨਾ ਜਾਏ, ਉਹ ਆਪੇ ਆਪ ਹੀ ਜਾਣਦਾ ਹੈ। ਉਸੇ ਨੂੰ ਕਹਿੰਦੇ ਨੇ ਇੱਕ ਥੱਲੇ ਇਸ ਬੰਦ ਵਿੱਚ ਜਿਹੜੀ ਤੁਕਾਰੀ ਨਾ, ਗਿਆਨੀ ਹੋਵੇ ਸੋ ਗੁਰਮੁਖ ਬੁੱਝੈ, ਇਹਦਾ ਅਸੀਂ ਉਚਾਰਨ ਨਾ ਵੈਸੇ ਇਹਦਾ ਵਿਸ਼ਰਾਮ ਅਸੀਂ ਦੇ ਦਿੰਦੇ ਹਾਂ ਗਿਆਨੀ ਹੋਵੇ ਸੋ ਗੁਰਮੁਖ ਬੁੱਝੈ, ਨਹੀਂ ਅਸੀਂ ਇਹਦਾ ਵਿਸ਼ਰਾਮ ਦੇਣਾ ਗਿਆਨੀ ਹੋਵੇ ਸੋ। ਇੱਥੇ ਸਾਨੂੰ ਗਿਆਨੀ ਹੋਣ ਦਾ ਤਰੀਕਾ ਸਤਿਗੁਰੂ ਜੀ ਦੱਸ ਰਹੇ ਹਨ। ਦੇਖੋ ਉਰੇ ਸ਼ਬਦ ਗੁਰਮੁਖ ਬੁੱਝੈ ਆ ਰਿਹਾ ਹੈ। ਜਪਜੀ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਗੁਰਮੁਖ ਦੀ ਜਗ੍ਹਾ ਲਫ਼ਜ਼ ਸਤਿਗੁਰੂ ਜੀ ਨੇ ਯੂਜ਼ ਕੀਤਾ ਹੈ ਹੁਕਮ। ਉੱਥੇ ਕਹਿੰਦੇ ਨੇ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਈ, ਕਹਿੰਦੇ ਤੁਹਾਡਾ ਹੋਮੈ ਨਹੀਂ ਹੋਏਗਾ, ਪਾਪ ਤੇ ਤੁਹਾਡੇ ਅੰਦਰ ਨਾਮ ਵਸੇਗਾ ਜੇ ਤੁਸੀਂ ਹੁਕਮ ਨੂੰ ਬੁੱਝੋਗੇ। ਇੱਥੇ ਕਹਿੰਦੇ ਨੇ ਜਿਹੜਾ ਵੀ ਗੁਰਮੁਖ ਬੁੱਝੈ, ਭਾਵ ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਹੁਕਮ, ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਸ਼ਬਦ, ਗੁਰੂ ਦੇ ਮੁਖ ਦਾ, ਗੁਰੂ ਦੀ ਮੱਤ, ਗੁਰੂ ਦੀ ਬਾਣੀ ਨੂੰ ਸਮਝ ਲੈਂਦਾ ਹੈ, ਉਹ ਗਿਆਨੀ ਹੁੰਦਾ ਹੈ। ਕਿਉਂਕਿ ਗੁਰੂ ਦੀ ਮੱਤ ਦੇ ਨਾਲ ਹੀ ਅਸੀਂ ਗਿਆਨੀ ਬਣਦੇ ਹਾਂ। ਪਹਿਲਾਂ ਗਿਆਨ ਦੇ ਨਾਲ ਫਿਰ ਹੁਕਮ ਸਮਝਣਾ ਕੀ ਹੋਇਆ? ਨਹੀਂ, ਕਹਿੰਦੇ ਨੇ ਗਿਆਨੀ ਹੋਣ ਦਾ ਤਰੀਕਾ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ। ਕਹਿੰਦੇ ਨੇ ਤੁਸੀਂ ਹੁਕਮ ਨੂੰ ਬੁੱਝੋ, ਹੁਕਮ ਨੂੰ ਬੁੱਝੋਗੇ ਕੀ ਹੋ ਜਾਏਗਾ? ਤੁਹਾਨੂੰ ਹੁਕਮ ਦੀ ਸੋਝੀ ਹੋਏਗੀ, ਭਾਵ ਸਤਿਗੁਰੂ ਜੀ ਦੇ ਗਿਆਨ ਦੀ ਸੋਝੀ ਹੋਏਗੀ, ਤੁਹਾਡੇ ਅੰਦਰ ਗਿਆਨ ਵਸੇਗਾ, ਤਾਂ ਤੁਸੀਂ ਗਿਆਨੀ ਅਖਵਾਓਗੇ, ਤਾਂ ਤੁਹਾਨੂੰ ਕਿਹਾ ਜਾਏਗਾ ਤੁਸੀਂ ਗਿਆਨਵਾਨ ਹੋ। ਗਿਆਨੀ ਹੋਵੇ ਸੋ ਜੋ ਗੁਰਮੁਖ ਬੁੱਝਿਆ ਕਰੇਗਾ, ਸਾਚੀ ਸਿਫਤ ਸਲਾਹ ਹੈ। ਗੁਰਮੁਖ ਬੁੱਝਣਾ ਭਾਵ ਰੱਬ ਦੀ ਸੱਚੀ ਸਿਫਤ ਸਲਾਹ ਨੂੰ ਬੁੱਝ ਕੇ ਸੱਚੀ ਸਿਫਤ ਸਲਾਹ ਦੇ ਵਿੱਚ ਮਰਜ ਹੋ ਜਾਣਾ। ਇਸ ਅਵਸਥਾ ਨੂੰ ਸਤਿਗੁਰੂ ਜੀ ਇੱਥੇ ਬਿਆਨ ਕਰ ਰਹੇ ਹਨ। ਹਾਂਜੀ जी ਵੀਰ ਜੀ, ਬਿਲਕੁਲ ਠੀਕ ਪਾਸੇ ਆਪ ਜੀ ਧਿਆਨ ਦਿਵਾ ਰਹੇ ਹੋ। ਬਿਲਕੁਲ ਗਿਆਨੀ ਹੋਵੇ ਸੋ ਤੇ ਠਹਿਰਾਵ ਦੇਣਾ ਚਾਹੁੰਦਾ ਇਹ ਚਾਹੀਦਾ ਹੈਗਾ। ਬਿਲਕੁਲ ਠੀਕ ਪਾਸੇ ਆਪ ਜੀ ਨੇ ਕਰੈਕਸ਼ਨ ਵੀ ਕੀਤੀ ਹੈ, ਸਮਝਾਣਾ ਵੀ ਕੀਤਾ। ਅੱਜ 2 ਪਦਿਆਂ ਦਾ ਪਾਠ ਹੋਇਆ, ਆਓ ਰਲ ਮਿਲ ਕੇ ਪਾਠ ਕਰ ਲਈਏ, ਫਿਰ ਪਾਠ ਸੈਸ਼ਨ ਦੀ ਸਮਾਪਤੀ ਹੈ। ਉਪਰੰਤ ਅਸੀਂ ਸਵਾਲ ਜਵਾਬ ਲੈਣੇ। ਪਰਮਪਾਲ ਵੀਰ ਜੀ US ਤੋਂ ਜੁੜੇ, ਉਹਨਾਂ ਨੇ ਵੀ 5 ਮਿੰਟ ਵਿਚਾਰ ਦੇਣੀ। अंधेरा चानन आपे किया, एको वर्तै अवर न बिया, गुर प्रसादी आप पछाणै, कमल बिगसै बुध ताहा है, अपनी गहन गत आपे जाणै, और लोक सुन सुन आंख वखाणै, ज्ञानी होवै सो गुरमुख बूझै, साची सिफत सलाह है, ज्ञानी होवै सो गुरमुख बूझै, ਸਾਚੀ ਸਿਫਤ ਸਲਾਹ ਹੈ। ਹੋਈ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਤਜਿੰਦਰ ਵੀ ਜੀ। ਵੀਰ ਜੀ ਪਰਮਪਾਲ ਵੀਰ ਜੀ ਦੀ ਰਿਕੁਐਸਟ ਆਈ ਸੀ ਕਿ ਉਹਨਾਂ ਦੀ ਬੇਨਤੀ ਹੈ ਆਪਣੀ ਆਡੀਓ ਔਰ ਵੀਡੀਓ ਔਨ ਕਰਕੇ ਵਿਚਾਰ ਰੱਖਣ। ਜੀ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਸੋਹਣਾ ਵਿਚਾਰ ਵੀਰ ਜੀ ਚੱਲਿਆ ਤੁਹਾਡਾ, ਤੇ ਬਹੁਤ ਮਨ ਖੁਸ਼ ਹੁੰਦਾ ਹੈ ਜਦੋਂ ਸਾਰੇ ਵੀਰ ਵਿਚਾਰਾਂ ਕਰਦੇ ਨੇ, ਹਨਾ ਜੀ। ਤੇ ਆਪਣਾ ਥੋੜਾ ਜਿਹਾ ਹਿਸਾਬ ਕਿਤਾਬ ਕਿਸੇ ਹੋਰ ਤਰ੍ਹਾਂ ਦਾ ਵੀਰ ਜੀ। ਆਪਾਂ ਇਹ ਚਾਹ ਰਹੇ ਸੀ ਵੀ ਜਿਵੇਂ ਇੱਕ ਤੇ ਗੁਰੂ ਸਾਹਿਬ ਹਿਊਮਨ ਇਕੁਐਲਿਟੀ ਦੀ ਗੱਲ ਕਰਦੇ ਨੇ, ਹਿਊਮਨ ਇਕੁਐਲਿਟੀ ਦੀ ਗੱਲ ਕਰਦੇ ਨੇ ਨਾ ਜੀ। ਜੀ ਤੇ ਹਿਊਮਨ ਇਕੁਐਲਿਟੀ ਦੇ ਨਾਲ ਜਿਹੜਾ ਗੁਰੂ ਸਾਹਿਬ ਦਾ ਬੇਸਿਕ ਸਿਧਾਂਤ ਹੈ, ਉਹਦੇ ਵੱਲ ਥੋੜਾ ਆਪਾਂ ਵਧਣਾ ਚਾਹੁੰਦੇ ਹਾਂ ਵੀਰ ਜੀ। ਉਹ ਤੁਹਾਡੀ ਮਦਦ ਨਾਲ ਸਾਰੇ ਵੀਰਾਂ ਦੀ। ਇਹ ਜਿਵੇਂ ਗੁਰੂ ਨਾਨਕ ਸਾਹਿਬ ਸੀ, ਉਹ ਪਹਿਲਾਂ ਸਭ ਤੋਂ ਪਹਿਲਾਂ ਕੁਰੂਕਸ਼ੇਤਰ ਗਏ ਸੀ, ਤੇ ਉੱਥੇ ਉਹਨਾਂ ਨੇ ਜਾ ਕੇ ਦੱਸਿਆ ਸੀ ਵੀ ਜੋ ਤੁਸੀਂ ਕਰ ਰਹੇ ਹੋ ਦੂਸਰੇ ਪਾਸੇ ਉਹਨਾਂ ਨੇ ਕੀਤਾ ਸੀ, ਭਾਵ ਇਹ ਚੀਜ਼ ਹੈ ਵੀ ਜੋ ਵੀਰ ਜੀ ਤੁਹਾਡੀ ਨੈਟਵਰਕ ਵਿੱਚ ਬਹੁਤ ਪ੍ਰੋਬਲਮ ਆ ਰਹੀ ਹੈ। ਵੀਰ ਜੀ ਤੁਹਾਡੀ ਆਵਾਜ਼ ਹੀ ਨਹੀਂ ਆ ਰਹੀ ਹੁਣ ਤੇ, ਤੁਹਾਡੀ ਆਡੀਓ ਹੀ ਆਫ ਹੋ ਗਈ ਹੈ। ਪਰਮਪਾਲ ਵੀਰ ਜੀ ਆਪਣੀ ਇੱਕ ਵਾਰੀ ਚੈੱਕ ਕਰਿਓ। ਵੀਰ ਜੀ ਨੋ ਵੌਇਸ। ਪਰਮਪਾਲ ਵੀਰ ਜੀ ਹਾਂ ਤਜਿੰਦਰ ਵੀਰ ਜੀ। ਜੀ ਵੀਰ ਜੀ ਇਹਨਾਂ ਦਾ ਤਦ ਤੱਕ 5 ਮਿੰਟ ਚ ਇਹਨਾਂ ਦਾ ਨੈਟਵਰਕ ਠੀਕ ਹੋ ਜਾਂਦਾ। ਪਹਿਲਾ ਸਵਾਲ ਲੈ ਲਓ, ਫਿਰ ਪਰਮਪਾਲ ਵੀਰ ਜੀ ਨੂੰ ਦੁਬਾਰਾ ਬੇਨਤੀ ਕਰ ਦਾਂਗੇ। ਆ ਗਏ ਵੀਰ ਜੀ, ਨਹੀਂ ਆਏ ਵੀਰ ਜੀ। ਯਾ ਸੋ ਪ੍ਰਭਦੀਪ ਵੀਰ ਜੀ ਇੱਕ ਸ਼ਬਦ ਜਿਹੜਾ ਸੀਗਾ ਉਹ ਸਕਰੀਨ ਤੇ ਸ਼ੇਅਰ ਕਰ ਦਿਓ। ਤੇ ਸੁਖਵਿੰਦਰ ਵੀਰ ਜੀ ਤੁਹਾਨੂੰ ਬੇਨਤੀ ਸੀਗੀ ਕਿ ਉਸ ਦਿਨ ਉਹ ਸ਼ਬਦ ਦੀ ਵਿਚਾਰ ਰਹਿ ਗਈ ਸੀਗੀ। ਜੀ ਠੀਕ ਤੇ ਯਾ
ਸੁਖਵਿੰਦਰ ਵੀਰ ਜੀ। ਜੀ ਹਾਂਜੀ, ਆਪਾਂ ਅੱਗੇ ਦੂਸਰੇ ਵੀਰ ਜੀ ਵਿਚਾਰ ਕਰਨਗੇ। ਵੀਰ ਜੀ ਆ ਗਏ ਤੁਸੀਂ, ਠੀਕ ਹੈ ਵੀਰ ਜੀ, ਕੰਟੀਨਿਊ ਪਲੀਜ਼, ਨੋ ਪ੍ਰੋਬਲਮ। ਤੁਹਾਡਾ ਨੈਟਵਰਕ ਤੰਗ ਹੋ ਗਿਆ ਸੀ ਇਸ ਕਰਕੇ ਉਹਨਾਂ ਨੂੰ ਦੇਤਾ ਸੀ ਸਮਾਂ। ਵੀਰ ਜੀ ਪਲੀਜ਼ ਕੰਟੀਨਿਊ। ਅੱਛਾ ਠੀਕ ਹੈ ਵੀਰ ਜੀ, ਠੀਕ ਹੈ। ਤੋ ਆਪਾਂ ਇਹ ਬੇਨਤੀ ਕਰਨਾ ਚਾਹੁੰਦੇ ਸੀ ਕਿ ਥੋੜਾ ਜਿਹਾ ਜਿਵੇਂ ਕੋਈ ਐਸਾ, ਜਿਵੇਂ ਗੁਰੂ ਸਾਹਿਬ ਨੇ ਕੁਰੂਖੇਤਰ ਜਾ ਕੇ ਦੱਸਿਆ ਸੀ ਵੀ ਜੋ ਤੁਸੀਂ ਕਰ ਰਹੇ ਹੋ ਇਹ ਐਕਚੁਅਲੀ ਠੀਕ ਨਹੀਂ ਹੈ। ਤੋ ਇੱਥੇ ਕਈ ਲਗਭਗ ਜੋ ਮੈਨੂੰ ਸਮਝ ਆਈ, ਮੈਨੂੰ ਤਾਂ ਖੈਰ ਕੀ ਸਮਝ ਆਣੀ ਹੈ, ਉਹ ਜੋ ਤੁਸੀਂ ਗੱਲ ਕਰਦੇ ਹੋ ਵੀਰ ਜੀ, ਜਦੋਂ ਗੁਰੂ ਸਾਹਿਬ ਚਾਨਣ ਕਰਦੇ ਨੇ ਤੇ ਉਹ ਚਾਨਣ ਦੇ ਨਾਲ ਜੋ ਚੀਜ਼ ਸਮਝ ਆਉਂਦੀ ਹੈ ਉਹ ਉਹੀ ਲੱਗਦੀ ਵੀ ਕਿਧਰੇ ਸੰਸਾਰ ਜੋ ਕਰਦਾ ਹੈ ਕਈ ਵਾਰੀ ਉਹ ਠੀਕ ਨਹੀਂ ਹੁੰਦਾ, ਤੇ ਗੁਰੂ ਸਾਹਿਬ ਉਸ ਤੋਂ ਹਟ ਕੇ ਰਸਤਾ ਦੱਸਦੇ ਨੇ, ਜਿਵੇਂ ਅੰਧੇਰਾ ਚਾਨਣ ਪ੍ਰਭ ਆਪੇ ਕੀਆ। ਤੇ ਇਹਦਾ ਵੀਰ ਜੀ ਸੁਖਵਿੰਦਰ ਸਿੰਘ ਵੀਰ ਜੀ ਨੇ ਦੱਸਿਆ ਸੀ ਬਹੁਤ ਸੋਹਣਾ ਵੀ ਇੱਕ ਹੀ ਚੀਜ਼ ਇਹਨਾਂ ਚ ਹੁੰਦੀ ਆ, ਅੰਧੇਰਾ ਹੁੰਦਾ ਜਾਂ ਚਾਨਣ ਹੁੰਦਾ ਹੈ। ਤੋ ਇੱਥੇ ਜਿਹੜਾ ਇਹ ਸਿਧਾਂਤ ਜਿਹੜਾ ਗੁਰੂ ਸਾਹਿਬ ਦਾ, ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਹਉਮੈ ਨਾਮੇ ਨਾਲ ਵਿਰੋਧ ਹੈ, ਕਿ ਹੰਕਾਰ ਹੁੰਦਾ ਹੈ ਤੇ ਨਾਮ ਹੁੰਦਾ, ਇੱਕ ਪਾਸੇ ਹੰਕਾਰ ਇੱਕ ਪਾਸੇ ਨਾਮ ਹੈ। ਆਪਾਂ ਸ਼ਾਰਟ ਫਾਰਮੂਲਾ ਕੱਢੀਏ, ਇੱਕ ਸੂਤਰ ਕੱਢੀਏ ਗੁਰੂ ਬਾਣੀ ਵਿੱਚੋਂ ਕਿ ਜੇ ਚ ਆਪਾਂ ਕਿਸੇ ਸਿੱਟੇ ਤੇ ਪਹੁੰਚ ਸਕੀਏ। ਹਿਊਮਨ ਇਕੁਐਲਿਟੀ ਕਿਵੇਂ ਇਸ ਸ਼ਬਦ ਦੇ ਰਾਹੀਂ ਹੋ ਸਕਦੀ ਹੈ, ਮੈਂ ਇਹ ਬੇਨਤੀ ਕਰਾਂਗਾ ਤੁਹਾਨੂੰ, ਕਿਉਂਕਿ ਹਿਊਮਨ ਇਕੁਐਲਿਟੀ ਦਾ ਸਭ ਤੋਂ ਵੱਡਾ ਸਿਧਾਂਤ ਗੁਰੂ ਸਾਹਿਬ ਦਾ ਸੀ। ਤੇ ਉਹ ਗੁਰੂ ਸਾਹਿਬ ਕਹਿੰਦੇ ਨੇ ਵੀ ਹਉਮੈ ਨਾਮੇ ਨਾਲ ਵਿਰੋਧ ਹੈ, ਜਿਵੇਂ ਵੀਰ ਜੀ ਨੇ ਦੱਸਿਆ ਸੀ, ਸੁਖਵਿੰਦਰ ਸਿੰਘ ਵੀਰ ਜੀ ਨੇ। ਤੇ ਇੱਕ ਦਿਨ ਵਿੰਦਰੀ ਭੈਣ ਜੀ ਨੇ ਜਿਹੜਾ ਸੀ ਉਹ ਬਹੁਤ ਸੋਹਣਾ ਦੱਸਿਆ ਸੀ, ਬੜਾ ਇੱਕ ਸ਼ਾਰਟ ਦੇ ਵਿੱਚ ਉਹਨਾਂ ਨੇ ਫ੍ਰੀਕੁਐਂਸੀ ਦੀ ਗੱਲ ਕੀਤੀ ਸੀ। ਤੇ ਉਸ ਕੰਟੈਕਸਟ ਵਿੱਚ ਆਪਾਂ ਇਹ ਗੱਲ ਕਵਾਂਗੇ ਵੀ ਅੰਧੇਰਾ ਚਾਨਣ ਪ੍ਰਭ ਆਪੇ ਕੀਆ ਅਤੇ ਹਉਮੈ ਨਾਮੇ ਨਾਲ ਵਿਰੋਧ ਹੈ। ਇੱਕ ਪਾਸੇ ਹਉਮੈ ਹੁੰਦਾ, ਇੱਕ ਪਾਸੇ ਨਾਮ ਹੁੰਦਾ। ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਜਦੋਂ ਹਉਮੈ ਵੇ ਨਾਮ ਨਹੀਂ ਆਏਗਾ, ਔਰ ਹਿਊਮਨ ਇਕੁਐਲਿਟੀ ਦੇ ਵਾਸਤੇ ਕਿ ਅਸੀਂ ਸਾਰੇ ਹਿਊਮਨ ਇੱਕ ਜੈਸੇ ਆ, ਉਸ ਗੱਲ ਨੂੰ ਗੁਰੂ ਸਾਹਿਬ ਨੇ ਪੱਕਾ ਕਰਨ ਦੇ ਵਾਸਤੇ ਕਹਿ ਦਿੱਤਾ ਸੀ ਕਿ ਨਿਮਖ ਨਿਮਕ ਕਰ ਸ਼ਰੀਰ ਕਟਾਵੇ ਤੋ ਵੀ ਹਉਮੈ ਮੈਲ ਨਾ ਜਾਵੇ, ਕਿ ਇਹ ਹਉਮੈ ਮੈਲ ਨਹੀਂ ਜਾਂਦੀ। ਇਹ ਬੰਦਾ ਜਿਵੇਂ ਮਰਜੀ ਜਿੱਧਰ ਦੌੜੇਗਾ ਉਧਰ ਸੂਖਸ਼ਮ ਹਉਮੈ ਉਹਨੂੰ ਚਿਮੜਦੀ ਚਲੀ ਜਾਏਗੀ। ਇਸ ਕਰਕੇ ਜਦੋਂ ਮਨੁੱਖ ਇਹ ਸਮਝੇਗਾ ਕਿ ਮੇਰੇ ਚ ਹਉਮੈ ਵੇ, ਤੇ ਕਿਸੇ ਰੂਪ ਵਿੱਚ ਉਹ ਗੱਲ ਸਮਝ ਲੇਗਾ ਕਿ ਕੋਟਣ ਮੈਂ ਨਾਨਕ ਕੋ ਨਾਰਾਇਣ ਜਚੀਤ, ਵੀ ਬਾਕੀ ਸਾਰੇ ਇੱਕ ਜੈਸੀਆਂ ਸੀ। ਉਹ ਗੁਰੂ ਨਾਨਕ ਸਾਹਿਬ ਜੈਸੇ ਜਿਹੜੇ ਨੇ ਉਹ ਸਾਨੂੰ ਇਹ ਉਪਦੇਸ਼ ਦੇ ਗਏ ਨੇ ਵੀ ਤੁਸੀਂ ਸਾਰੇ ਹਿਊਮਨ ਇੱਕ ਜੈਸੇ ਹੋ, ਤੁਸੀਂ ਇਸ ਚੱਕਰ ਚ ਨਾ ਰਹੋ ਕਿ ਮੇਰੇ ਅੰਦਰ ਹਉਮੈ ਨਹੀਂ ਹੈ। ਤੇ ਹਿਊਮਨ ਇਕੁਐਲਿਟੀ ਦੀ ਗੱਲ ਕਿਧਰੇ ਮੈਨੂੰ ਇਹ ਲੱਗਿਆ ਵੀ ਗੁਰੂ ਸਾਹਿਬ ਇਸ ਸ਼ਬਦ ਦੇ ਰਾਹੀਂ ਦੱਸਣਾ ਚਾਹੁੰਦੇ ਨੇ। ਬੜੇ ਛੋਟੇ ਫਾਰਮੂਲਿਆਂ ਚ ਗੁਰੂ ਸਾਹਿਬ ਨੇ ਵਰਡ ਨੂੰ ਉਪਦੇਸ਼ ਦਿੱਤਾ ਸੀ। ਤੇ ਇਹ ਸਾਰਾ ਮਿਸ਼ਨ ਸਾਡਾ ਜਿਹੜਾ ਸਿੱਖ ਹੈ, ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਫਿਲਾਸਫੀ ਹੈ, ਇਹਨੂੰ ਸ਼ਾਰਟ ਰੂਪ ਵਿੱਚ ਜਦੋਂ ਆਪਾਂ ਦੇਖਾਂਗੇ ਤਾਂ ਪੂਰੇ ਵਰਲਡ ਵਾਸਤੇ ਹੈ। ਔਰ ਅਸੀਂ ਉਹ ਫਾਰਮੂਲੇ ਚੋਂ ਕੱਢਣਾ ਚਾਹੁੰਦੇ ਹਾਂ ਵੀਰ ਜੀ, ਜਿਹੜੇ ਕਿ ਪੂਰੀ ਹਿਊਮੈਨਿਟੀ ਨੂੰ ਪਹਿਲਾਂ ਸਿੱਖਾਂ ਨੂੰ ਇੱਕ ਕਰ ਦੇਣ ਔਰ ਉਸ ਤੋਂ ਬਾਅਦ ਹਿਊਮੈਨਿਟੀ ਨੂੰ ਚਾਨਣਾ ਦੇਣ। ਤੇ ਉਹਦੇ ਚ ਇੱਕ ਸ਼ਬਦ ਦੇ ਵਿੱਚ ਹੀ ਮੈਨੂੰ ਇੰਨਾ ਜਾਨ ਲੱਗਦੀ ਹੈ ਕਿ ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਤੇ ਸਾਨੂੰ ਅਸੀਂ ਸਾਰੇ ਹੀ ਮਨੁੱਖ ਹਉਮੈ ਬਾਜ ਹਾਂ। ਔਰ ਇਸੇ ਗੁਰੂ ਸਾਹਿਬ ਇਹ ਕਹਿੰਦੇ ਨੇ ਹਉਮੈ ਰੋਗ ਮਨੁੱਖ ਕੋ ਦੀਨਾ, ਕਿ ਮਨੁੱਖ ਨੂੰ ਇਹ ਰੋਗ ਪਰਮਾਤਮਾ ਨੇ ਆਪ ਦਿੱਤਾ ਹੈ, ਔਰ ਜਦੋਂ ਉਹ ਚਾਹੇਗਾ ਉਹੀ ਕੱਢੇਗਾ। ਕੋਈ ਦੁਨੀਆ ਦੀ ਦੂਸਰੀ ਤਾਕਤ ਕੱਢ ਨਹੀਂ ਸਕਦੀ। ਗੁਰੂ ਸਾਹਿਬ ਕਹਿੰਦੇ ਨੇ ਗਿਆਨੀ ਗਿਆਨ ਕਮਾਵੇ, ਧਿਆਨੀ ਧਿਆਨ ਲਾਵੇ, ਪ੍ਰਭ ਕਿਨ ਹੀ ਜਾਤਾ। ਅਤੇ ਗਿਆਨੀ ਅਤੇ ਹੋਰ ਬਹੁਤ ਸਾਰਾ ਕਿਹਾ ਗਿਆਨ ਧਿਆਨ ਸਭ ਕੋਈ ਰਵੈ, ਬੰਦ ਨ ਬੰਦਿਆ ਸਭ ਜਗ ਭਾਵੈ, ਕਿ ਇਹ ਗਿਆਨ ਧਿਆਨ ਵਿੱਚ ਹੀ ਸਾਰਾ ਸੰਸਾਰ ਬੰਨਿਆ ਜਾ ਰਿਹਾ ਹੈ। ਤੇ ਸਿੱਖਾਂ ਨੂੰ ਸੁਚੇਤ ਕੀਤਾ ਕਿ ਤੁਸੀਂ ਇਸ ਤੋਂ ਉੱਪਰ ਹੋ ਕੇ ਦੇਖਿਓ ਕਿ ਹਿਊਮਨ ਇਕੁਐਲਿਟੀ ਤੁਸੀਂ ਆਪਣੇ ਚ ਕਿਵੇਂ ਕਰਨੀ ਹੈ ਔਰ ਸੰਸਾਰ ਨੂੰ ਕਿਉਂ ਉਪਦੇਸ਼ ਦੇਣਾ ਹੈ, ਤਾਂ ਕਿ ਅਸੀਂ ਬੇਗਮਪੁਰੇ ਵੱਲ ਨੂੰ ਵੱਧ ਸਕੀਏ। ਮੈਂ ਇੰਨੀ ਕੁ ਬੇਨਤੀ ਕਰਨਾ ਚਾਹੁੰਦਾ ਸੀ ਜੀ। ਬਹੁਤ ਧੰਨਵਾਦ ਵੀਰਾਂ ਦਾ। ਜੀ ਲੇਕਿਨ ਤੁਸੀਂ ਗੱਲ ਦੀ ਵਿਚਾਰ ਕੀਤੀ ਵੀ ਸੀ, ਉਹਦੇ ਵਿੱਚ ਤੁਸੀਂ ਹੁਣੇ ਕਿਹਾ ਕਿ ਉਸ ਅਕਾਲ ਪੁਰਖ ਨੇ ਹਉਮੈ ਦਿੱਤੀ ਹੈ, ਕੱਢੇਗਾ ਵੀ ਉਹੀ ਨਹੀਂ ਵੀ ਜੀਓ। ਸਾਨੂੰ ਉਪਰਾਲਾ ਤੇ ਆਪ ਕਰਨਾ ਪਏਗਾ ਵੀ ਜੀ ਹਉਮੈ ਨੂੰ ਕੱਢਣ ਵਾਸਤੇ। ਜਿਵੇਂ ਦਿਨ ਤੇ ਰਾਤ ਉਹਨੇ ਦਿੱਤਾ ਹੈ ਵੀ ਜੀ, ਲੇਕਿਨ ਪਹਿਚਾਨ ਸਾਨੂੰ ਕਰਨੀ ਪਏਗੀ ਕਿ ਕੀ ਦਿਨ ਹੈ ਕੀ ਰਾਤ ਹੈ। ਹਉਮੈ ਹੀ ਉਵੇਂ ਦਿੱਤੀ ਹੈ ਜਿਵੇਂ ਪੰਜ ਜਾਂ ਵੀ ਜੀ। ਮੈਂ ਥੋੜਾ ਜਿਹਾ ਕਰੈਕਟ ਕਰ ਰਿਹਾ ਵੀ ਜੀ ਉਹਦੇ ਵਿੱਚ, ਸੌਰੀ ਵੀ ਜੀ। ਜੀ 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 ਨਹੀਂ, ਬਿਲਕੁਲ ਬਿਲਕੁਲ ਤੁਸੀਂ ਸਹੀ ਕਿਹਾ ਵੀਰ ਜੀ, ਬਿਲਕੁਲ ਠੀਕ ਹੈ। ਉੱਥੇ ਐਕਚੁਅਲੀ
ਜਿਹੜਾ ਇਹ ਗੁਰੂ ਸਾਹਿਬ ਨੇ ਸੰਸਾਰ ਦੇ ਰਸਤੇ ਦੱਸੇ ਨੇ ਹਨਾ, ਜਿਨ੍ਹਾਂ ਚ ਲੋਕ ਹਉਮੈ ਕੱਢਣ ਵਾਸਤੇ ਯੂਜ਼ ਕਰ ਰਹੇ ਨੇ ਜੀ, ਉਹ ਗੁਰੂ ਸਾਹਿਬ ਸੰਸਾਰ ਯੂਜ਼ ਕਰਦਾ ਪਿਆ ਰਸਤੇ। ਉਹ ਗੁਰੂ ਸਾਹਿਬ ਕਹਿੰਦੇ ਨੇ ਵੀ ਜਾਣੋ ਨਹੀਂ ਭਾਵੈ ਕਮਨ ਬਾਤਾਂ ਮਨ ਖੋਜ ਮਾਰਗ। ਅੱਗੇ ਉਸ ਕਹਿੰਦੇ ਵੀ ਜਾਣੋ ਨਹੀਂ ਭਾਵੈ ਕਮਨ ਬਾਤਾਂ ਮਨ ਖੋਜ ਮਾਰਗ। ਤੇ ਹੁਣ ਉਹ ਜਿਹੜਾ ਸਾਰੀਆਂ ਜਿਨ੍ਹਾਂ ਰਸਤਿਆਂ ਨਾਲ ਬੰਦਾ ਹਉਮੈ ਕੱਢਦਾ ਪਿਆ, ਗੁਰੂ ਸਾਹਿਬ ਕਹਿੰਦੇ ਨੇ ਕਿਧਰੇ ਹਉਮੈ ਪਾਉਣ ਵਾਲੇ ਨੇ। ਕਿਵੇਂ? ਗੁਰੂ ਸਾਹਿਬ ਕਹਿੰਦੇ ਨੇ ਵੀ ਧਿਆਨੀ ਧਿਆਨ ਲਾਵੇਂ। ਅੱਜ ਰੱਬ ਨੂੰ ਪਾਉਣ ਵਾਸਤੇ ਜਾਂ ਤੇ ਧਿਆਨ ਦੀ ਗੱਲ ਕੀਤੀ ਜਾਂਦੀ ਹੈ, ਤੇ ਜਾਂ ਗਿਆਨੀ ਧਿਆਨੀ ਧਿਆਨ ਲਾਵੇਂ, ਗਿਆਨੀ ਗਿਆਨ ਕਮਾਵੇਂ। ਇਹ ਦੋ ਕੰਮ ਪੂਰੀ ਦੁਨੀਆ ਕਰਦੀ ਪਈ ਹੈ ਰੱਬ ਨੂੰ ਪਾਉਣ ਦੇ ਰਸਤਿਆਂ 'ਚ। ਪਰ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਗਿਆਨੀ ਧਿਆਨੀ ਧਿਆਨ ਲਾਵੇਂ, ਗਿਆਨੀ ਗਿਆਨ ਕਮਾਵੇਂ, ਪ੍ਰਭ ਕੀ ਨਹੀਂ ਜਾਤਾ। ਵੀ ਇਹਨਾਂ ਸੌਦਿਆਂ ਨਾਲ ਰੱਬ ਲੱਭਣ ਵਾਲਾ ਨਹੀਂ। ਹੁਣ ਇੱਥੇ ਤੁਸੀਂ ਕੀ ਕਹੋਗੇ ਵੀਰ ਜੀ? ਵੀਰ ਜੀ ਬੇਨਤੀ ਕਰਨਾ ਚਾਹਾਂਗਾ। ਹਉਮੈ ਬਿਲਕੁਲ ਪਰਮਾਤਮਾ ਦੇ ਹੁਕਮ ਵਿੱਚ ਨਿਕਲਣੀ ਹੈ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਹੁਕਮ ਨੂੰ ਬੁੱਝਣ ਦਾ ਕਾਰ ਜਿਹੜਾ ਨਾ ਉਹ ਸਾਡੇ ਮਨ ਨੇ ਕਰਨਾ ਹੈ, ਗੁਰੂ ਦੇ ਰਾਹੀਂ ਨਿਕਲਣੀ ਉਸਦੇ ਹੁਕਮ ਵਿੱਚ ਹੀ ਹੈ। ਇਸ ਦੇ ਵਿੱਚ ਜੀ ਪਰ ਉਹ ਹੁਕਮ ਨੂੰ ਬੁੱਝ ਕੇ ਜਦੋਂ ਹੁਕਮ ਨਾਲ ਸਾਂਝ ਪਏਗੀ ਤਾਂ ਹਉਮੈ ਨੇ ਨਿਕਲਣਾ ਹੈ। ਉਹ ਗੁਰੂ ਸਾਹਿਬ ਜੀ ਦੱਸਦੇ ਨੇ, ਮੈਨੂੰ ਮਾਫ ਕਰਿਓ ਹਨਾ, ਤੁਹਾਡਾ ਮੈਂ ਬਹੁਤ ਕੀਮਤੀ ਸਮਾਂ ਲੈ ਰਿਹਾ। ਇਹ ਤੁਹਾਡਾ ਬੱਚਿਆਂ ਵਰਗਾ ਮੈਂ ਵੀ ਜੋ ਗੁਰੂ ਨੇ ਹੈਲਦੀ ਡਿਸਕਸ਼ਨ ਹੋ ਰਹੀ ਹੈ, ਜਿਹਦੇ ਨਾਲ ਅਸੀਂ ਸਿੱਖੀਏ। ਅਸੀਂ ਸਾਰੇ ਸਿੱਖਣ ਲਈ ਬੈਠੇ ਹਾਂ, ਅਸੀਂ ਸਾਰੇ ਸਿੱਖ ਲਈਏ ਕੁਛ ਨਾ ਕੁਛ। ਸਿਰਫ ਹੈਲਦੀ ਡਿਸਕਸ਼ਨ ਹੋ ਰਹੀ ਹੈ, ਪਲੀਜ਼ ਜੀ। ਠੀਕ ਹੈ ਵੀਰ ਜੀ, ਠੀਕ ਹੈ। ਤੁਸੀਂ ਐਕਚੁਅਲੀ ਮੈਂ ਜਦੋਂ ਸ਼ਾਮਲ ਹੋਇਆ ਨਾ ਗਰੁੱਪ ਵਿੱਚ, ਮੈਨੂੰ ਲੱਗਿਆ ਵੀ ਬਹੁਤ ਤੁਸੀਂ ਮਿਹਨਤ ਕੀਤੀ ਹੈ, ਤੇ ਉਸ ਮਿਹਨਤ ਨੂੰ ਕੋਈ ਐਸਾ ਫਲ ਲੱਗ ਜੇ ਜਿਹੜਾ ਕਿ ਸਾਰੇ ਸੰਸਾਰ ਦੇ ਕੰਮ ਆ ਸਕੇ। ਇਸ ਕਰਕੇ ਦਾਸਤੋਂ ਨੂੰ ਬੇਨਤੀ ਕੀਤੀ ਸੀ ਵੀਰ ਜੀ ਨੂੰ ਕਿ ਸਮਾਂ ਦਿਓ। ਤੇ ਉਹਦੇ ਚ ਫਿਰ ਜੀ ਉਹਦੇ ਚ ਗੁਰੂ ਸਾਹਿਬ ਅੱਗੇ ਕਹਿੰਦੇ ਨੇ। Can I speak? ਹਾਂਜੀ ਵੀਰ ਜੀ, ਬੁਆ ਜੀ ਪਲੀਜ਼। ਹਾਂਜੀ जो परमपाल जी ने किया है, 100% ही इज राइट। वो एकदम राइट है। क्योंकि पहले ਸਾਨੂੰ ਇਹ ਸਮਝਣਾ ਪਏਗਾ ਕਿ ਹਉਮੈ ਆਇਆ ਕਿੱਥੋਂ, ਹਉਮੈ ਪਾਇਆ ਕਿਸਨੇ। ਹਉਮੈ ਸ਼ਰੀਰ ਹੈ, ਸਭ ਤੋਂ ਪਹਿਲੇ ਹਉਮੈ ਸ਼ਰੀਰ ਹੈ। ਸ਼ਰੀਰ ਦੀ ਬੰਤਨ ਹੁੰਦਿਆਂ ਸਾਰੇ ਆਂਦਿਆਂ ਸਾਰੀ ਸੰਸਾਰ ਦੇ ਵਿੱਚ ਹਉਮੈ ਪੈ ਗਈ। ਹਉਮੈ ਕਿੰਜ ਪੈ ਗਈ? ਹਉਮੈ ਇੰਜ ਪੈ ਗਈ ਕਿ ਹਉਮੈ ਦੇ ਨਾਲ ਮੀਨਸ ਇਸ ਦਿਸ ਬੋਡੀ ਕੌਨਸ਼ੀਅਸ। ਬੋਡੀ ਕੌਨਸ਼ੀਅਸ ਦਾ ਮਤਲਬ ਸਾਡੀ ਲੇਬਲਸ ਲੱਗ ਗਏ। ਮੈਂ ਮਾਵਾਂ, ਮੈਂ ਭੈਣਾਂ, ਮੈਂ ਧੀਆਂ। ਇਸ ਬੋਡੀ ਕੌਨਸ਼ੀਅਸ ਦੇ ਨਾਲ ਸਾਡੀ ਅਟੈਚਮੈਂਟ ਪੂਰੇ ਸੰਸਾਰ ਦੇ ਨਾਲ ਹੋ ਗਈ। ਔਰ ਇਹ ਸੰਸਾਰ ਦੇ ਨਾਲ ਅਟੈਚਮੈਂਟ ਹੋਣ ਦੇ ਨਾਲ ਉਹ ਪੂਰੀ ਉਸਦੇ ਕਹਿੰਦੇ ਇੱਕ ਪਰਿਵਾਰ ਸੀ ਉਸ ਹਉਮੈ ਦਾ, ਕਿਉਂਕਿ ਹਉਮੈ ਰਾਜਾ ਹੈ। ਉਸ ਹਉਮੈ ਦਾ ਜਿਹੜਾ ਪੂਰਾ ਪਰਿਵਾਰ ਇਕੱਠਾ ਹੋ ਗਿਆ ਮਨ ਦੇ ਅੰਦਰ। ਇਹ ਹੋ ਗਿਆ ਹਉਮੈ। ਨਾਮ ਕੀ ਹੈ? ਨਾਮ ਕਹਿੰਦੇ ਨਾ ਦੇਈ ਮੇਂ ਇਸਕਾ ਵਿਸਰਾਮ। ਇਹ ਸਾਡੀ ਇਸ ਦੇਈ ਦੇ ਅੰਦਰ ਹੀ ਨਾਮ ਹੈ। ਹੁਣ ਇਸ ਮਨ ਦੇ ਅੰਦਰ ਇੱਕ ਚੀਜ਼ ਬੈਠੇਗੀ, ਜਾਂ ਤੇ ਹਉਮੈ ਬੈਠੇਗੀ ਜਾਂ ਨਾਮ ਬੈਠੇਗਾ। ਬੈਠਣ ਇੱਕ ਦੋ ਚੀਜ਼ਾਂ ਨਹੀਂ ਬੈਠ ਸਕਦੀਆਂ। ਇਸ ਕਰਕੇ ਪੂਰੇ ਗ੍ਰੰਥ ਦਾ ਇਹੀ ਸੋਝੀ ਹੈ ਕਿ ਅਸੀਂ ਹਉਮੈ ਵਿੱਚੋਂ ਨਿਕਲ ਕੇ ਅਸੀਂ ਨਾਮ ਦੇ ਰਸਤੇ ਵਿੱਚ ਚੱਲ ਕੇ ਇਸ ਹਉਮੈ ਤੋਂ ਅਸੀਂ ਮੁਕਤ ਹੋਣਾ ਹੈ। ਬਹੁਤ ਸੂਖਸ਼ਮ ਹੈ। ਅਸੀਂ ਤਕਰੀਬਨ ਪਕੜਦੇ ਹਾਂ ਜੀ, ਕ੍ਰੋਧ ਆ ਗਿਆ, ਜੈਲਸੀ ਆ ਗਈ। ਇਹਨਾਂ ਚੀਜ਼ਾਂ ਨੂੰ ਪਕੜਨ ਦੀ ਲੋੜ ਨਹੀਂ, ਕਿਉਂਕਿ ਇਹ 10-15 ਮਿੰਟ ਦੀ ਖੇਡ ਹੈਗੀ। ਹਉਮੈ ਜੋ ਸਾਡੇ ਜਨਮ ਦੇ ਨਾਲ ਸਾਡੇ ਨਾਲ ਚਮੁੱਟਿਆ ਹੋਇਆ ਹੈ, ਇਤਨਾ ਸੂਖਸ਼ਮ ਹੈ ਕਿ ਸਾਨੂੰ ਸਮਝ ਨਹੀਂ ਆਉਂਦੀ ਹੈ। ਕ੍ਰੋਧ ਆਇਆ, ਸਮਝੋ ਇਹ ਸਾਡੀ ਹਉਮੈ ਹੈ। ਜੈਲਸੀ ਆਈ, ਇਹ ਹਉਮੈ ਹੈ। ਜਿਤਨੇ ਵੀ ਵਿਕਾਰ ਹਨ ਉਹਨਾਂ ਦਾ ਰਾਜਾ ਹੀ ਹਉਮੈ ਹੈ। ਹਾਲੇ ਤੱਕ ਅਸੀਂ ਹਉਮੈ ਤੱਕ ਪਹੁੰਚੇ ਨਹੀਂ ਆ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਮੈਂ ਪਾਇਆ ਹੈ। ਉਹ ਇੱਕ ਕਹਿੰਦਾ ਮੈਂ ਹੀ ਪਾਇਆ ਹੈ ਤੇ ਮੈਂ ਹੀ ਕੱਢਾਂਗਾ। ਮੈਂ ਕੱਢਣ ਦਾ ਮਤਲਬ ਹੈ ਕਿ ਮੈਂ ਕਿੰਜ ਕੱਢਾਂਗਾ? ਚਲੇ ਜਾਓ ਆਪਣੇ ਸਤਿਗੁਰੂ ਕੋਲ, ਚਲੇ ਜਾਓ ਗ੍ਰੰਥ ਦੇ ਵਿੱਚ। ਉਹ ਸਤਿਗੁਰੂ ਦੀ ਜਿਹੜੀ ਬਾਣੀ ਹੈ, ਇਹ ਬਾਣੀ ਹੀ ਗੁਰੂ ਹੈ, ਗੁਰੂ ਹੀ ਬਾਣੀ ਹੈ, ਇਹੀ ਗਿਆਨ ਹੈ, ਇਹੀ ਨਿਰੰਕਾਰ ਹੈ। ਜਦੋਂ ਤੁਸੀਂ ਇਸ ਮਾਰਗ ਦੇ ਉੱਪਰ, ਇਹਨਾਂ ਸਿਧਾਂਤਾਂ ਦੇ ਉੱਪਰ, ਕਨਸੈਪਟਸ ਦੇ ਉੱਪਰ, ਲਾਜ਼ ਦੇ ਉੱਪਰ ਚੱਲੋਗੇ ਤੇ ਤੁਸੀਂ ਉਸ ਤਤ ਗਿਆਨ ਦਾ ਐਕਸਪੀਰੀਅੰਸ ਕਰੋਗੇ। ਉਹ ਤਤ ਗਿਆਨ ਜੋ ਐਕਸਪੀਰੀਅੰਸ ਕਰੋਗੇ ਉਹੀ ਵਾਹਿਗੁਰੂ ਹੈ। ਉਹ ਵਾਪਸ ਤੁਹਾਨੂੰ ਵਾਪਸ ਇੱਕ ਵਿੱਚ ਹੀ ਲੈ ਕੇ ਆਏਗਾ। ਦ ਜਰਨੀ ਇਜ਼ ਥਰੂ ਦ ਸਤਿਗੁਰੂ। ਉਸਨੇ ਸਾਨੂੰ ਮਾਰਗ ਦੱਸ ਦਿੱਤਾ ਹੈ। ਮਿਹਨਤ ਤੇ ਮਨ ਨਹੀਂ ਕਰਨੀ ਹੈ, ਬਟ ਹੈਜ਼ ਟੂ ਗੋ ਥਰੂ ਦ ਸਤਿਗੁਰੂ। ਸਤਿਗੁਰੂ ਦਾ ਗਿਆਨ ਨਹੀਂ ਲਏਗਾ, ਖਾਲੀ ਪੜਨਾ ਤੇ ਰੱਟਣਾ ਤੇ ਗਿਣਤੀਆਂ ਮਿਣਤੀਆਂ ਨਹੀਂ ਚੱਲਣਗੀਆਂ, ਖਾਲੀ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਚੱਲੇਗਾ। ਵੀ ਹੈਵ ਟੂ ਵਾਕ ਔਨ ਦੈਟ ਪਾਥ, ਵੀ ਹੈਵ ਟੂ ਵਾਕ ਔਨ ਦ ਟਰੂਥਫੁਲ ਲਿਵਿੰਗ। ਸਾਨੂੰ ਇੰਪਲੀਮੈਂਟ ਕਰਨਾ ਪਏਗਾ, ਮਨ ਇੰਪਲੀਮੈਂਟ ਕਰੇਗਾ। ਕਿਉਂਕਿ ਗੁਰੂ ਕਹਿ ਰਿਹਾ ਹੈ ਕਿ ਮੈਂ ਹੀ ਪਾਇਆ
ਉਸ ਇੱਕ ਨੇ ਪਾਇਆ ਤੇ ਉਹ ਇੱਕ ਹੀ ਕੱਢੇਗਾ। ਇੱਕ ਕਿੰਜ ਕੱਢੇਗਾ? ਜਦੋਂ ਸਤਿਗੁਰੂ ਦੇ ਨਾਮ ਵਿੱਚ ਅਸੀਂ ਚੱਲਦੇ ਹਾਂ, ਉਸਦੇ ਗਿਆਨ ਦੇ ਵਿੱਚ ਚੱਲਦੇ ਹਾਂ ਤੇ ਅਸੀਂ ਹਉਮੈ ਤੋਂ ਮੁਕਤ ਹੁੰਦੇ ਹਾਂ ਤੇ ਨਾਮ ਪ੍ਰਵੇਸ਼ ਕਰ ਜਾਂਦਾ ਹੈ। ਤੇ ਉਸੇ ਦੀ ਐਕਸਪੀਰੀਅੰਸ ਅਸੀਂ ਕਰਦੇ ਹਾਂ। This is how we have to understand from where home come, how the labeling, how the attachment is coming to the world. Because ਇਸ ਹਉਮੈ ਨੂੰ ਪਕੜਨਾ ਬਹੁਤ ਮੁਸ਼ਕਲ ਹੈ। ਤਕਰੀਬਨ ਅਸੀਂ ਇਹੀ ਸੋਚਦੇ ਹਾਂ ਕਿ ਕ੍ਰੋਧ ਹੈ ਇਹ, ਪਰ ਉਹਦਾ ਰਾਜਾ ਤੇ ਹਉਮੈ ਹੈ। ਤੇ ਬਾਣੀ ਠੀਕ ਕਹਿੰਦੀ ਕਿ ਹਉਮੈ ਨਾਵੇ ਨਾਲ ਵਿਰੋਧ ਹੈ, ਮਨ ਦੇ ਵਿੱਚ ਇੱਕੋ ਹੀ ਬੈਠੇਗਾ। ਔਰ ਉਸ ਇੱਕ ਨੂੰ ਬਿਠਾਉਣ ਵਾਸਤੇ, ਉਸ ਨਾਮ ਨੂੰ ਬਿਠਾਉਣ ਵਾਸਤੇ ਸਾਨੂੰ ਸਤਿਗੁਰੂ ਦੇ ਕੋਲ ਹੀ ਜਾਣਾ ਪਏਗਾ। ਉਸ ਦਾ ਗਿਆਨ ਨੂੰ ਸਮਝ ਕੇ, ਉਸ ਮਾਰਗ ਦੇ ਚੱਲ ਕੇ ਉਸ ਨੂੰ ਐਕਸਪੀਰੀਅੰਸ ਕਰਨਾ ਪਏਗਾ। ਉਹ ਜਿਹੜਾ ਐਕਸਪੀਰੀਅੰਸ ਹੈ ਨਾ, ਉਹ ਤਤ ਗਿਆਨ ਹੈ। that is the wisdom। ਔਰ ਉਹ ਐਕਸਪੀਰੀਅੰਸ ਕੀ ਹੈ? ਉਸ ਇੱਕ ਦਾ ਐਕਸਪੀਰੀਅੰਸ ਹੈਗਾ। I think that's what I am already doing। Yeah, thanks a lot ਭੂਆ ਜੀ। ਮੈਂ ਉਹਨਾਂ ਨੂੰ ਹਲਕਾ ਜਿਹਾ ਇੱਕ ਗੱਲ ਦੀ ਸਾਂਝ ਪਾਈ ਸੀ ਕਿ ਮੈਂ ਉਹਨਾਂ ਦੀ ਗੱਲ ਤੋਂ ਕੋਈ ਵੀ ਐਵੇਂ ਨਹੀਂ ਸੀਗਾ ਕਿ ਮੈਂ ਉਹਨਾਂ ਨੂੰ ਗਲਤ ਕਹਿ ਰਿਹਾ ਸੀਗਾ। You and VG are both correct। ਮੈਂ ਹਲਕੀ ਜੀ ਗੱਲ ਕਰੈਕਟ ਕੀਤੀ ਸੀਗੀ, ਜਸਟ ਨਥਿੰਗ ਐਲਸ ਭੂਆ ਜੀ। ਨਹੀਂ that is ਹਉਮੈ ਕੱਢਣ ਵਾਸਤੇ ਸਾਨੂੰ ਉਪਰਾਲਾ ਆਪ ਕਰਨਾ ਪਏਗਾ। that's why ਮਨ ਨੂੰ ਕਰਨਾ ਪਏਗਾ। ਹਾਂ, ਮਨ ਨੂੰ ਕਰਨਾ ਪਏਗਾ ਯਾਰ ਜੀ। ਉਹਦਾ ਗੁਰੂ ਸਾਹਿਬ ਨੇ ਦੱਸਿਆ ਨਾ ਹਉਮੈ ਕਿਵੇਂ ਨਿਕਲੇਗੀ। ਹਾਂਜੀ ਵੀ ਜੀ। ਉਹਦਾ ਗੁਰੂ ਸਾਹਿਬ ਨੇ ਇਹ ਸ਼ਬਦ ਦੇ ਵਿੱਚ ਦੱਸਿਆ ਵੀ ਸਾਰਾ ਜਿਹੜਾ ਨਾ ਜੀ, ਇਹ ਸੰਸਾਰ ਹਉਮੈ ਚ ਬੰਨਿਆ ਯਾ ਵੀ ਜੀ। ਔਰ ਬਿਲਕੁਲ ਵੀ ਜੀ। ਉਹਦੇ ਵਿੱਚ ਜੀ ਜਿਹੜਾ ਆਪਾਂ ਚੱਲ ਜਿਵੇਂ ਭਾਵੇਂ ਗਿਆਨ ਦੇ ਕਰਦੇ ਹਾਂ ਹਨਾ, ਤੇ ਗੁਰੂ ਸਾਹਿਬ ਨੇ, ਮੈਂ ਬੋਲ ਸਕਦਾ ਵੀਰ ਜੀ? ਹਾਂਜੀ ਵੀਰ ਜੀ ਪਲੀਜ਼। ਹਾਂਜੀ ਜੀ ਵੀਰ ਜੀ। ਜੀ ਜੀ ਮੇਰੀ ਆਵਾਜ਼ ਨਹੀਂ ਆ ਰਹੀ? ਆ ਰਹੀ ਹੈ ਵੀਰ ਜੀ, ਆ ਰਹੀ ਹੈ ਵੀਰ ਜੀ। ਪਲੀਜ਼ ਕੈਰੀ ਔਨ, ਰਿਕਾਰਡਿੰਗ ਵੀ ਹੋ ਰਹੀ ਹੈ। ਬੋਲੋ ਵੀਰ ਜੀ। ਜੀ ਆਪਾਂ ਦੇਖੋ, ਪਹਿਲਾਂ ਗੁਰੂ ਸਾਹਿਬ ਜਿਹੜਾ ਨਾ, ਪਹਿਲਾਂ ਆਪਣੇ ਆਪ ਨੂੰ ਲੈਂਦੇ ਨੇ, ਆਪਣੇ ਆਪ ਨੂੰ ਸਭ ਤੋਂ ਕਹਿੰਦੇ ਨੇ ਵੀ ਗੁਰੂ ਸਾਹਿਬ ਹੀ ਆਪਣੇ ਆਪ ਨੂੰ ਕਹਿ ਰਹੇ ਨੇ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਮੈਂ ਚੰਗਾ ਨਹੀਂ ਹਾਂ। ਪਹਿਲਾਂ ਇਸ ਲੈਵਲ ਤੇ ਆਉਂਦੇ ਨੇ ਔਰ ਇਸ ਲੈਵਲ ਤੇ ਆ ਕੇ ਫਿਰ ਉਹ ਦੱਸਦੇ ਨੇ ਵੀ ਇਸ ਲੈਵਲ ਤੇ ਬੰਦੇ ਦੀ ਆਪਣੀ ਪਛਾਣ ਆਉਂਦੀ, ਜਦੋਂ ਉਹਨੂੰ ਲੱਗਦਾ ਕਬੀਰ ਸਭ ਤੇ ਹਮ ਬੁਰੇ। ਜਦੋਂ ਆਪਣੀ ਪਛਾਣ ਆਏਗੀ, ਆਪ ਪਛਾਣੇ ਤਾਂ ਇੱਕੋ ਜਾਣੇ, ਉਹ ਫਿਰ ਇਹ ਸਮਝੇਗਾ ਵੀ ਉਹੀ ਵਾਹਿਗੁਰੂ ਹੈ, ਸਾਰਿਆਂ ਵਿੱਚ ਉਹੀ ਵਸ ਰਿਹਾ, ਕੋਈ ਉੱਚਾ ਨਹੀਂ, ਕੋਈ ਛੋਟਾ ਨਹੀਂ, ਨਾ ਕੋ ਮੂਰਖ ਨਾ ਕੋ ਸਿਆਣੇ, ਨਾ ਕੋ ਮੂੜ ਨਹੀਂ ਕੋ ਬਖਤਾ, ਨਾ ਕੋ ਹੀਣ ਨਾ ਕੋਈ ਪੂਰਾ, ਨਾ ਕੋ ਸੁਗਰ ਨਾ ਕੋਈ ਮੂਰਾ। ਔਰ ਗਿਆਨ ਜਿਹੜਾ ਸਾਰਾ ਹੀ ਸੁਗਰ ਤੇ ਮੂਰੇ ਚ ਬਦਲਦਾ ਬੰਦੇ ਨੂੰ, ਜਾਂ ਕਹਿੰਦਾ ਤੂੰ ਸਿਆਣਾ ਹੈ। ਤੇ ਉਹ ਜਿਹੜੀ ਚੀਜ਼ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਇਸ ਲੈਵਲ ਤੇ ਹਿਊਮਨ ਇਕੁਐਲਿਟੀ ਨਹੀਂ ਆਏਗੀ। ਔਰ ਇਹਨਾਂ ਚੀਜ਼ਾਂ ਨੂੰ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਤੂੰ ਮਾਰਗ ਖੋਜ, ਜਾਣੂ ਨਾ ਹੀ ਭਾਵੇਂ ਭਾਵੈ ਕਮਨ ਬਾਤਾਂ, ਮਨ ਖੋਜ ਮਾਰਗ। ਉਹ ਗੁਰੂ ਸਾਹਿਬ ਕਹਿੰਦੇ ਨੇ ਮੈਂ ਅਲਟੀਮੇਟ ਨਹੀਂ ਕਹਿ ਰਿਹਾ, ਪਰ ਤੂੰ ਖੋਜ। ਤੇ ਕੀ ਕਹਿ ਰਹੇ ਨੇ ਅੱਗੇ ਵੀ ਇਹ ਚੀਜ਼ਾਂ ਚ ਮੈਨੂੰ ਨਹੀਂ ਲੱਭਿਆ। ਗੁਰੂ ਸਾਹਿਬ ਕਹਿੰਦੇ ਨੇ ਕਿ ਪਹਿਲਾਂ ਆਪਣੇ ਘਰ ਨੂੰ ਕਿਹਾ, ਕਿਉਂਕਿ ਸਿੱਖਾਂ ਚ ਜਾਂ ਹਿੰਦੂਆਂ ਚ ਹੀ ਸਭ ਤੋਂ ਜ਼ਿਆਦਾ ਦੋ ਗੱਲਾਂ ਸੀ, ਧਿਆਨੀ ਧਿਆਨ ਲਾਵੇ, ਇਹ ਉਹਨਾਂ ਦੀਆਂ ਸਮਾਧੀਆਂ ਦੀਆਂ ਗੱਲਾਂ ਸੀ, ਔਰ ਗਿਆਨ ਦੀਆਂ ਗੱਲਾਂ ਉਹਨਾਂ ਵਿੱਚ ਹੀ ਸੀ, ਦੋਨੇ ਹੈ। ਇਹਨਾਂ ਨੂੰ ਗੁਰੂ ਸਾਹਿਬ ਨੇ ਸ਼ੁਰੂ ਚ ਹੀ ਸਭ ਤੋਂ ਪਹਿਲਾਂ ਖੰਡਨ ਕੀਤਾ ਸੀ। ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ, ਪ੍ਰਭ ਕਿਨ ਹੀ ਜਾਤਾ, ਵੀ ਤੁਸੀਂ ਇਹਨਾਂ ਤੋਂ ਬਚਿਓ, ਇਹ ਦੁਨੀਆ ਇਹਨਾਂ 'ਚ ਫਸੀ ਪਈ ਹੈ। ਅੱਗੇ ਹੋਰ ਜੋ ਕੰਮ ਉਸ ਵੇਲੇ ਹੋ ਰਹੇ ਸੀ, ਗੁਰੂ ਸਾਹਿਬ ਕਹਿੰਦੇ ਨੇ ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਉਹ ਸਾਰੇ ਹੀ ਹਉਮੈ ਵਿੱਚ ਹੀ ਕਹੀ ਜਾ ਰਹੇ ਨੇ ਸਾਰਾ ਕੁਝ ਵੀ ਅਸੀਂ ਮੁਕਤ ਹੋ ਗਏ ਹਾਂ। ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਤਪਸੀ ਤਪੈ ਰਾਤਾ, ਤਪ ਕਰਦਿਆਂ ਹੋਇਆਂ ਤਪਸੀ ਜਿਹੜਾ ਉਹ ਰਤਿਆ ਹੋਇਆ, ਉਹਦੇ ਵਿੱਚ ਕਹਿੰਦਾ ਵੀ ਮੈਂ ਹੁਣ ਜਿਹੜਾ ਰੱਬ ਦੇ ਕੋਲ ਪਹੁੰਚ ਗਿਆ। ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਹਿਤਾ, ਵੀ ਜਿੰਨੀਆਂ ਵੀ ਕੈਟਾਗਰੀਆਂ ਅਸੀਂ ਧਰਮ ਦੇ ਨਾਂ ਤੇ ਸੁਣਦੇ ਹਾਂ ਦੁਨੀਆ ਵਿੱਚ ਹੀ ਸਾਰੀ ਦੀ ਗੁਰੂ, ਕਿਉਂਕਿ ਗੁਰੂ ਸਾਹਿਬ ਕਿਸੇ ਇੱਕ ਦੇ ਤੇ ਹੈ ਨਹੀਂ ਸੀ ਨਾ। ਗੁਰੂ ਗ੍ਰੰਥ ਸਾਹਿਬ ਜੀ ਇੱਕ ਕੌਮ ਦੇ ਨੇ, ਇੱਕ ਦੇਸ਼ ਦੇ ਨੇ, ਇੱਕ ਮਜ਼ਹਬ ਦੇ ਨੇ, ਔਰ ਨਾ ਹੀ ਗੁਰੂ ਨਾਨਕ ਸਾਹਿਬ ਸੀ, ਨਾ ਹੀ 10 ਪਾਤਸ਼ਾਹੀਆਂ ਸੀ, ਔਰ ਨਾ ਹੀ ਉਹਨਾਂ ਨੇ ਇਸ ਕੰਮ ਵਾਸਤੇ ਸ਼ਹੀਦੀਆਂ ਦਿੱਤੀਆਂ। ਉਹ ਸਾਰਿਆਂ ਦੇ ਸੂਰਜ ਸੀ, ਔਰ ਸੂਰਜ ਕਦੇ ਇੱਕ ਦੇਸ਼ ਦਾ ਨਹੀਂ ਹੁੰਦਾ, ਇੱਕ ਕਮਿਊਨਿਟੀ ਦਾ ਨਹੀਂ ਹੁੰਦਾ, ਇੱਕ ਬੰਦੇ ਦਾ ਨਹੀਂ ਹੁੰਦਾ, ਉਹ ਸਾਰਿਆਂ ਨੂੰ ਬਰਾਬਰ ਚਾਨਣਾ ਕਰਦਾ। ਔਰ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ। ਤੋ ਇਹ ਸਾਰੇ ਹੀ ਲੱਗੇ ਸੀ। ਗੁਰੂ ਸਾਹਿਬ ਕਹਿੰਦੇ ਨੇ ਵੀ ਆਪਣੇ ਆਪ ਨੂੰ ਅੱਗੇ ਭਗਤ ਨਵੇਂ ਪ੍ਰਕਾਰ ਆ। ਅਸੀਂ ਇੱਥੇ ਗੁਰੂ ਘਰਾਂ 'ਚ ਜਾਂਦੇ ਹਾਂ, ਔਰ ਉੱਥੇ ਜਿਹੜੇ ਕਈ ਗੁਰੂ ਘਰਾਂ 'ਚ ਦੱਸਿਆ ਜਾਂਦਾ ਵੀ 9 ਪ੍ਰਕਾਰ ਦੀ ਭਗਤੀ ਗੁਰੂ ਸਾਹਿਬ ਨੇ ਦੱਸੀ ਹੈ। ਇਹਦਾ ਮਤਲਬ ਜੋ ਗੁਰੂ ਸਾਹਿਬ ਦੱਸਦੇ ਨੇ ਉਹਦੇ ਤੋਂ ਉਲਟ ਅਸੀਂ ਉਪਦੇਸ਼ ਕਰ ਰਹੇ ਹਾਂ। ਕਈ ਗੁਰੂ ਘਰਾਂ 'ਚ ਕਹਿੰਦੇ ਨੇ ਭਗਤ ਨਵੇਂ ਪ੍ਰਕਾਰਾ, ਪੰਡਤ ਵੇਦ ਪੁਕਾਰਾ, ਪਰ ਗੁਰੂ ਸਾਹਿਬ ਕਹਿੰਦੇ ਨੇ ਨਹੀਂ, 9 ਪ੍ਰਕਾਰ ਦੀ ਭਗਤੀ ਨਹੀਂ ਹੁੰਦੀ, ਸਾਰੇ ਹਉਮੈ ਦੇ ਰਸਤੇ ਨੇ। ਭਗਤ ਨਵੇਂ ਪ੍ਰਕਾਰਾ, ਪੰਡਤ ਵੇਦ ਪੁਕਾਰਾ, ਗਿਰਸਤੀ ਗਿਰਸ ਧਰਮ ਮਾਤਾ। ਫਿਰ ਗ੍ਰਸਤੀ ਨੂੰ ਵੀ ਕਿਧਰੇ ਇਹ ਨਾ
ਜੇ ਮੈਂ ਗ੍ਰਸਤ ਕਰਕੇ ਬਾਕੀਆਂ ਨਾਲੋਂ ਠੀਕ ਆ, ਉੱਥੇ ਵੀ ਕਹਿੰਦਾ ਵੀ ਤੂੰ ਕਿਧਰੇ ਨਾ ਕਿਧਰੇ ਹਉਮੈ ਚ ਫਸਿਆ ਹੋਇਆ। ਇਹ ਧਿਆਨ ਕਰੀ, ਇੰਨੀ ਸੂਖਮ ਤੈਨੂੰ ਜਿੱਧਰ ਵੀ ਜਾਏਗਾ ਉਧਰ ਹੀ ਘੇਰੇਗੀ, ਕਿਉਂਕਿ ਰੱਬ ਨੇ ਤੇਰੇ ਅੰਦਰ ਪਾਈ, ਉਹਨੇ ਹੀ ਕੱਢਣੀ। ਔਰ ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਨੇ ਇੱਕ ਸ਼ਬਦੀ ਬਹੁ ਰੂਪ ਅਵਧੂਤਾ, ਕਈ ਇੱਕ ਸ਼ਬਦ ਦਾ ਰਟਨ ਲਗਾ ਲੈਂਦੇ ਨੇ। ਅੱਗੇ ਫਿਰ ਕਹਿੰਦੇ ਨੇ ਕਾਪੜੀ ਕੌਤੇ ਜਾਗੂਤਾ, ਕਈ ਤਰ੍ਹਾਂ ਦੇ ਕੱਪੜੇ ਪਾਣੇ ਜਾਂ ਕੱਪੜੇ ਫਾੜ ਲੈਣੇ ਜਾਂ ਆਪਣੇ ਕੱਪੜੇ ਫਾੜ ਕੇ ਕਹਿਣਾ ਜਾਂ ਨੰਗੇ ਹੋ ਜਾਣਾ, ਉਹ ਸਾਰੇ ਮੈਨੂੰ ਲੱਗਦਾ ਵੀ ਕਾਪੜੀ ਕੌਤੇ ਜਾਗੂਤਾ ਚ ਆਉਂਦੇ ਹੋਣੇ ਨੇ। ਇੱਕ ਤੀਰ ਸਨਾਤਾ, ਫਿਰ ਤੀਰ ਸਨਾਉਣ ਵਾਲੇ, ਇਹ ਸਾਰੇ ਹੀ ਦੁਨੀਆ ਧਰਮਾਂ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ। ਨਿਰਹਾਰੀ ਵਰਤ ਆਪਰਸਾ, ਨਿਰਹਾਰ ਰਹਿਣੇ, ਭੁੱਖੇ ਰਹਿਣ ਵਾਲੇ, ਦੁੱਧਾਧਾਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇੱਕ ਲੂਕ ਨਾ ਦੇਵੇਂ ਦਰਸਾ, ਕਈ ਛੁਪੇ ਰਹਿੰਦੇ ਨੇ ਗੁਫਾ ਦੇ ਵਿੱਚ, ਇੱਕ ਲੂਕ, ਉਹ ਕਿਸੇ ਨੂੰ ਨਜ਼ਰ ਹੀ ਨਹੀਂ ਆਉਂਦੇ ਕਿਉਂਕਿ ਆਪਾਂ ਭਗਤੀ ਕਰ ਰਹੇ ਹਾਂ, ਕਹਿੰਦੇ ਨੇ। ਇੱਕ ਮਨ ਹੀ ਗਿਆਤਾ, ਫਿਰ ਇਹਨਾਂ ਸਾਰਿਆਂ ਤੋਂ ਅਲੱਗ ਇੱਕ ਹੋਰ ਹੈ ਮੇਰੇ ਜੈਸਾ, ਉਹ ਜਿਹੜਾ ਆਪਣੇ ਮਨ ਵਿੱਚ ਭਾਵੇਂ ਉਹ ਕੁਛ ਵੀ ਨਹੀਂ ਕਰਦਾ, ਪਰ ਆਪਣੇ ਮਨ ਵਿੱਚ ਹੀ ਗਿਆਨੀ ਸਮਝੀ ਬੈਠਾ ਹੈ ਵੀ ਮੈਂ ਕਿਸੇ ਹੋਰ ਢੰਗ ਦਾ ਗਿਆਨੀ ਹਾਂ, ਉਹ ਵੀ ਗੁਰੂ ਸਾਹਿਬ ਵਿੱਚ ਹੀ ਸ਼ਾਮਲ ਕਰ ਦਿੰਦੇ ਨੇ, ਜਿਹੜੇ ਇਹਨਾਂ ਕੈਟਾਗਰੀਆਂ ਵਿੱਚ ਨਹੀਂ ਆਉਂਦੇ ਮੇਰੇ ਜੈਸੇ। ਇੱਕ ਮਨ ਹੀ ਗਿਆਤਾ, ਉਹ ਨਾ ਗਿਆਨੀਆਂ ਚ ਆਉਂਦੇ, ਨਾ ਧਿਆਨੀਆਂ ਚ, ਨਾ ਤਪਸੀਆਂ ਚ, ਨਾ ਮੋਨੀਆਂ ਚ, ਨਾ ਗ੍ਰਸਤੀਆਂ ਚ, ਪਰ ਉਹ ਆਪਣੇ ਮਨ ਚ ਹੀ ਸਮਝੀ ਬੈਠੇ ਨੇ ਵੀ ਅਸੀਂ ਗਿਆਨੀ ਹਾਂ। ਇੱਕ ਮਨ ਹੀ ਗਿਆਤਾ, ਇਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਨੇ ਇੱਕ ਲਾਈਨ ਲਾ ਕੇ ਅੱਗੇ ਕਿਹਾ, ਘਾਟ ਨਾ ਕਿੰਨੀ ਹੀ ਕਹਾਇਆ। ਇਹਨਾਂ ਸਾਰਿਆਂ ਵਿੱਚੋਂ ਇੱਕ ਮਨ ਹੀ ਗਿਆਤਾ ਵਿੱਚੋਂ ਵੀ ਉਹ ਆ ਗਿਆ ਕਿ ਘਾਟ ਨਾ ਕਿੰਨੀ ਹੀ ਕਹਾਇਆ, ਸਭ ਕਹਤੇ ਹੈ ਪਾਇਆ। ਇਹਨਾਂ ਵਿੱਚੋਂ ਕੋਈ ਵੀ ਆਪਣੇ ਆਪ ਨੂੰ ਘੱਟ ਕਹਿਣ ਨੂੰ ਤਿਆਰ ਨਹੀਂ। ਉੱਪਰਲੀ ਲਿਸਟ ਤੋਂ ਪਹਿਲੇ ਨੰਬਰ ਤੋਂ ਲੈ ਕੇ ਆਖਰੀ ਨੰਬਰ ਤੱਕ ਗੁਰੂ ਸਾਹਿਬ ਕਹਿੰਦੇ ਇਹਨਾਂ ਚ ਕੋਈ, ਤੁਸੀਂ ਜਿਹਨੂੰ ਮਰਜ਼ੀ ਮਿਲ ਕੇ ਦੇਖ ਲਓ, ਉਹ ਆਪਣੇ ਆਪ ਨੂੰ ਘੱਟ ਕਹਿਣ ਨੂੰ ਤਿਆਰ ਨਹੀਂ ਹੈ। ਘਾਟ ਨਾ ਕਿੰਨੀ ਕਹਾਇਆ, ਸਭ ਕਹਤੇ ਹੈ ਪਾਇਆ। ਔਰ ਇੱਥੇ ਅਗਲੀ ਗੱਲ ਗੁਰੂ ਸਾਹਿਬ ਨੇ ਦੱਸੀ, ਜਿਸ ਮੇਲੇ ਸੋ ਭਗਤਾ, ਵੀ ਉਹ ਆਪ ਜਿਹਦੇ ਅੰਦਰੋਂ ਹੰਕਾਰ ਕੱਢੇਗਾ ਉਹਦਾ ਨਿਕਲੇਗਾ। ਕੋਈ ਗਿਆਨ, ਕੋਈ ਧਿਆਨ, ਦੁਨੀਆ ਦਾ ਕੋਈ ਸਾਧਨ ਬੰਦੇ ਚ ਹੰਕਾਰ ਨਹੀਂ ਕਰ ਸਕਦਾ। ਉਹਨੇ ਸਿਰਫ ਹਿਊਮਨ ਇਕੁਐਲਿਟੀ ਦੇਖਣੀ ਹੈ ਵੀ ਸਾਰੇ ਅਸੀਂ ਉਸ ਪਿਤਾ ਦੇ ਬੱਚੇ ਹਾਂ ਔਰ ਕੁਝ ਦਿਨ ਅਸੀਂ ਧਰਤੀ ਤੇ ਰਹਿਣ ਆਏ ਹਾਂ। ਇੱਕ ਹਿਊਮਨ ਇਕੁਐਲਿਟੀ ਦੇ ਰੂਪ ਵਿੱਚ ਬੇਗਮਪੁਰੇ ਵੱਲ ਵਧਣ ਦਾ ਇੱਕ ਰਸਤਾ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਰਾਹੀਂ ਦੱਸਿਆ ਹੈ। ਸਭ ਕਹਤੇ ਹੈ ਪਾਇਆ, ਜਿਸ ਮੇਲੇ ਸੋ ਭਗਤਾ। ਇੱਥੇ ਗੁਰੂ ਸਾਹਿਬ ਨੇ ਕਿਹਾ ਵੀ ਜਿਸ ਨੂੰ ਆਪ ਮਿਲਾਏ ਸੋਈ ਹਰ ਮਿਲ ਸੀ। ਬਹੁਤ ਸਾਰੇ ਸ਼ਬਦਾਂ ਚ ਗੁਰੂ ਸਾਹਿਬ ਨੇ ਕਿਹਾ ਵੀ ਉਹੀ ਸੋਈ ਗਿਆਨੀ, ਸੋਈ ਜਨ ਤੇਰਾ, ਜਿਸ ਉੱਪਰ ਰੁਚ ਆਵੇ। ਜੇ ਤੇ ਤੇਰੀ ਰੁਚੀ ਆਏਗੀ, ਜੇ ਤੇ ਤੂੰ ਪ੍ਰਸੰਨ ਹੋਏਗਾ, ਉਹਨੂੰ ਹੀ ਗੁਰੂ ਸਾਹਿਬ ਨੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਹਾ ਹੈ ਕਿ ਉਹ ਵਾਹਿਗੁਰੂ ਇੱਕ ਹੈ ਔਰ ਉਹ ਆਪਣੀ ਕਿਰਪਾ ਨਾਲ ਹੀ ਮਿਲਦਾ ਜਦੋਂ ਕਿਰਪਾ ਕਰੇਗਾ। ਔਰ ਗੁਰੂ ਨੂੰ ਉਹੀ ਹੁਕਮ ਕਰਦਾ ਕਿ ਹੁਣ ਸਿੱਖ ਤੇ ਕਿਰਪਾ ਕਰਦੇ, ਕਿਉਂਕਿ ਗੁਰੂ ਵੀ ਉਹਦੇ ਹੁਕਮੇ ਚ ਬੰਨੇ ਆ। ਇਹ ਉਹਦੀ ਕਿਰਪਾ ਨਾਲ ਹੀ ਹੋਣਾ, ਉਹਦੇ ਕਰਿਆ ਹੀ ਹੋਣਾ। ਅੱਗੇ ਗੁਰੂ ਸਾਹਿਬ ਕਹਿੰਦੇ ਵੀ ਮੇਰੇ ਕੋਲ ਕੀ ਰਸਤਾ ਹੈ, ਸਗਲ ਉਕਤ ਉਪਾਵਾ। ਜਿੰਨੇ ਉੱਪਰ ਰਸਤੇ ਦੁਨੀਆ ਦੇ ਦੱਸੇ ਨੇ ਗੁਰੂ ਸਾਹਿਬ ਕਹਿੰਦੇ ਨੇ ਤਿਆਗੀ ਸ਼ਰਨ ਪਾਵਾ। ਮੈਂ ਸਾਰਿਆਂ ਨੂੰ ਛੱਡ ਦਿੱਤੇ, ਜਦੋਂ ਮੈਂ ਸਾਰੇ ਛੱਡੇ, ਤਿਆਗੀ ਸ਼ਰਨ ਪਾਵਾ, ਨਾਨਕ ਗੁਰ ਚਰਨ ਪ੍ਰਾਪਤਾ। ਮੈਂ ਸ਼ਰਨ ਵਿੱਚ ਆ ਗਿਆ ਔਰ ਸ਼ਰਨ ਵਿੱਚ ਉਦੋਂ ਹੀ ਮਨੁੱਖ ਆਏਗਾ ਜਦੋਂ ਇਹ ਸਾਰੇ ਰਸਤੇ ਛੱਡੇਗਾ ਔਰ ਹਿਊਮਨ ਇਕੁਐਲਿਟੀ ਦੇਖੇਗਾ, ਸਾਰਿਆਂ ਵਿੱਚ ਰੱਬ ਨੂੰ ਵਸਦਾ ਦੇਖੇਗਾ। ਫਿਰ ਉੱਤੇ ਗੁਰੂ ਕਿਰਪਾ ਹੋਏਗੀ, ਫਿਰ ਉਹਨੂੰ ਗੁਰੂ ਕਿਰਪਾ ਕਰਕੇ ਖਨੀਓ ਤਿੱਖੀ ਵਾਲੋਂ ਨਿੱਕੀ ਤੇ ਲੈ ਕੇ ਕਿੱਧਰ ਲੈ ਜਾਏਗਾ। ਫਿਰ ਉੱਥੇ ਗੁਰੂ ਦੀ ਮਰਜ਼ੀ ਹੈ, ਉੱਥੇ ਸਿੱਖ ਦੀ ਮਰਜ਼ੀ ਨਹੀਂ ਚੱਲੇਗੀ, ਉਹ ਗੁਰੂ ਦੀ ਤੇ ਵਾਹਿਗੁਰੂ ਦੀ ਮਰਜ਼ੀ ਹੋ ਜਾਂਦੀ ਹੈ। ਉੱਥੇ ਤੀਸਰਾ ਕੋਈ ਬੰਦਾ, ਇੱਕ ਸਿੱਖ ਹੋਏਗਾ, ਇੱਕ ਗੁਰੂ ਹੋਏਗਾ, ਇੱਕ ਵਾਹਿਗੁਰੂ ਹੋਏਗਾ। ਤੀਸਰੇ ਵਿੱਚ ਕੋਈ ਦੁਨੀਆ ਦੇ ਬੰਦੇ ਦੀ, ਕਿਸੇ ਮਾਂ ਭੈਣ ਸੰਸਾਰ ਦੀ, ਦੁਨੀਆ ਦੀ ਕਿਸੇ ਚੀਜ਼ ਦੇ ਵਿੱਚ ਕੋਈ ਐਂਟਰੀ ਨਹੀਂ ਹੋਏਗੀ। ਉਹ ਗੁਰੂ ਸਾਹਿਬ ਦਾ ਆਪਣਾ ਫਿਰ ਅਗਲਾ ਸਟੈਪ ਸ਼ੁਰੂ ਹੁੰਦਾ ਹੈ। ਸਗਲ ਉਕਤ ਪਾਵਾ, ਤਿਆਗੀ ਸ਼ਰਨ ਪਾਵਾ, ਨਾਨਕ ਗੁਰ ਚਰਨ ਪ੍ਰਾਪਤਾ। ਵੀ ਮੈਂ ਉਸ ਗੁਰੂ ਦੀ ਸ਼ਰਨ ਵਿੱਚ ਆਇਆ ਤੇ ਅਸੀਂ ਇਹ ਬੇਨਤੀ ਕਰਦੇ ਹਾਂ ਵੀਰ ਜੀ ਇੱਥੇ ਕਿ ਅਸੀਂ ਉਹਦੀ ਸ਼ਰਨ ਵਿੱਚ ਆ ਜਾਈਏ। ਸਾਰੇ ਸ਼ਰਨ ਵਿੱਚ, ਜਦੋਂ ਸਿੱਖ ਸ਼ਰਨ ਵਿੱਚ ਆਵਾਂਗੇ ਤਾਂ ਅਸੀਂ ਸਾਰੇ ਸੰਸਾਰ ਨੂੰ ਦੱਸ ਸਕਾਂਗੇ ਵੀ ਸਾਡੇ ਗੁਰੂ ਸਾਹਿਬ ਨੇ ਕਿਸ ਵਾਸਤੇ ਕੁਰਬਾਨੀਆਂ ਦਿੱਤੀਆਂ ਸੀ। ਉਹ ਸਾਰੀ ਦੁਨੀਆ ਦੇ ਸੂਰਜ ਨੇ ਤੇ ਅਸੀਂ ਇਹਨਾਂ ਚੱਕਰਾਂ 'ਚ ਪੈ ਕੇ ਆਪਣੇ ਗੁਰੂ ਦੀ ਉਸ ਦੁਨੀਆ ਨੂੰ ਜਿਹੜੀ ਲਾਈਟ ਦਿੱਤੀ ਸੀ ਉਹਦੇ ਤੋਂ ਭੁੱਲੇ ਹੋਏ ਹਾਂ। ਤੇ ਇਹ ਬੇਨਤੀ ਕੀਤੀ ਹੈ ਮੈਂ, ਸ਼ਾਇਦ ਗਲਤੀਆਂ ਹੋਣਗੀਆਂ ਦੇਖੋ, ਤੇ ਬਹੁਤ ਧੰਨਵਾਦ। ਨਹੀਂ ਵੀਰ ਜੀ, ਬਹੁਤ ਇੰਨੇ ਵੀਰ ਸਿਆਣੇ ਕਮਾਲ ਜੀ, ਸਿਆਣੇ ਵੀਰ ਨੇ, ਸਾਰੇ ਵੀਰ ਬਹੁਤ ਸਿਆਣੇ ਨੇ। ਮੈਨੂੰ ਕਈ ਦਿਨਾਂ ਤੋਂ ਸ਼ਰਮ ਆ ਰਹੀ ਸੀ ਮੈਂ ਇਹਨਾਂ ਦੇ ਸਾਹਮਣੇ ਕਿਵੇਂ ਬੋਲਾਂ, ਪਰ ਮੈਂ ਢੀਠ ਕਰਕੇ ਵੀਰ ਜੀ ਕੋਲੋਂ ਟਾਈਮ ਲੈ ਕੇ ਤੇ ਬੋਲ ਪਿਆ ਜੀ। ਤੇ ਮੈਨੂੰ ਬਖਸ਼ ਦਿਓ ਹਨਾ, ਕਿਉਂਕਿ ਇੱਕ ਗੁਰੂ ਦੀ ਗੱਲ ਕਰਨੀ। ਐਵੇਂ ਨਾ ਕਹੋ, ਬੇਨਤੀ ਹੈ ਵੀਰ ਜੀ, ਸਾਡਾ ਸਾਂਝਾ ਪਲੇਟਫਾਰਮ ਹੈ। ਤੁਹਾਡਾ ਟਾਈਮ ਦੇਣ ਵਾਸਤੇ ਵੀਰ ਜੀ ਧੰਨਵਾਦ ਜੀ। ਸੁਖਵਿੰਦਰ ਵੀਰ ਜੀ, ਇੱਕ ਕੁਐਸਚਨ ਸਕਰੀਨ ਦੇ ਉੱਤੇ ਇੱਕ ਸ਼ਬਦ ਦਾ ਪਾਈ ਹੋਏ ਸ਼ੇਅਰ ਕੀਤਾ ਹੋਇਆ। ਸੁਖਵਿੰਦਰ ਵੀਰ ਜੀ, ਆਪ ਜੀ ਇਸ ਬਾਰੇ ਵਿਚਾਰ ਦੇ ਦਿਓ।
ਵੀਰ ਜੀ ਇਹਦੇ ਚ ਕੁਐਸਚਨ ਕੀ ਪੁੱਛ ਰਹੇ ਸੀ ਵੀਰ ਜੀ? ਮੈਂ ਵੀਰ ਜੀ ਕੁਐਸਚਨ ਇਹ ਸੀਗਾ ਕਿ ਜਦ ਇੱਕ ਵਾਰੀ ਉੱਥੇ ਗੁਰੂ ਸਾਹਿਬ ਕਹਿ ਰਹੇ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਹੀਜੇ, ਜੇ ਗੁਣ ਹੋਵੇ ਸਾਜਨਾ ਮਿਨ ਸਾਜ ਕਰੀਜੇ। ਜਦ ਸਾਡੀ ਗੁਣ ਆ ਗਏ, ਸਾਡੇ ਅੰਦਰ ਸਾਂਝ ਮਿਲ ਗਈ ਗੁਰੂ ਦੇ ਨਾਲ, ਫਿਰ ਅੱਗੇ ਕਹਿੰਦੇ ਨੇ ਗੁਰੂ ਸਾਹਿਬ ਪੈਰ ਪਟੰਬਰ ਕਰ ਅਡੰਬਰ ਆਪਣਾ ਪਿੰਡ ਮਿਲੀਏ। ਵੀਰ ਜੀ ਇੱਥੇ ਮੈਨੂੰ ਇਹ ਕਨਫਿਊਜ਼ਨ ਹੋ ਰਹੀ, ਜਦ ਸਾਂਝ ਮਿਲ ਗਈ ਉੱਥੇ ਸ਼ਬਦ ਵਿੱਚ, ਫਿਰ ਥੱਲੇ ਕਹਿ ਰਹੇ ਨੇ ਪੈਰ ਪਟੰਬਰ ਕਰ ਅਡੰਬਰ ਆਪਣਾ ਪਿੰਡ ਮਿਲੀਏ, ਮਲੀਏ 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 ਮਲੀਏ। ਜਾਂ ਵੀਰ ਜੀ ਉਹ ਮੈਨੂੰ ਕਨਫਿਊਜ਼ਨ ਹੋ ਰਹੀ ਹੈ ਵੀਰ ਜੀ ਇਸ ਲਾਈਨ ਦੇ ਵਿੱਚ। ਵੀਰ ਜੀ ਕਨਫਿਊਜ਼ਨ ਨਹੀਂ ਹੈ, ਉੱਪਰਲੇ ਹੀ ਜਿਹੜੇ ਲਫ਼ਜ਼ਾਂ ਨੂੰ ਨਾ ਸਤਿਗੁਰੂ ਜੀ ਦੂਸਰੇ ਲਫ਼ਜ਼ਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਤਿਗੁਰੂ ਸਾਨੂੰ ਜਿਹੜਾ ਸਾਡਾ ਅੰਦਰ ਵਾਲਾ ਥਾਨ ਹੈ ਨਾ, ਉਸ ਨੂੰ ਸਤਿਗੁਰੂ ਜੀ ਨੇ ਪਿੜ ਵੀ ਬੋਲਿਆ। ਪਿੜ ਆਖਦੇ ਨੇ, ਕਹਿੰਦੇ ਜਿੱਥੇ ਨਾ ਪਹਿਲਵਾਨ ਲੜਦੇ ਅਖਾੜਾ, ਉਸ ਨੂੰ ਅਖਾੜਾ ਵੀ ਕਹਿੰਦੇ ਨੇ। ਕਹਿੰਦੇ ਇਹ ਜਿਹੜਾ ਅਖਾੜਾ ਚੀਜ਼ ਨਾ, ਜਿਹੜਾ ਮੇਰਾ ਆਪਣਾ ਪਿੜ ਸੀ, ਪਹਿਲਾਂ ਉੱਪਰਲੀ ਤੁਕ ਵਿੱਚ ਤੁਸੀਂ ਦੇਖੋ ਇਹਦੇ ਵਿੱਚ ਕੀ ਆਖ ਗਏ। ਇਸ ਸ਼ਬਦ ਦੇ ਵਿੱਚ ਨਾ ਉੱਪਰਲੀ ਤੁਕ ਹੈ ਆਂਦੀ ਹੈ, ਜਿਹੜਾ ਆਪਾਂ ਤੁਸੀਂ ਸ਼ੇਅਰ ਕਰ ਰਹੇ ਹੋ ਨਾ ਸ਼ਬਦ, ਇਹਦੇ ਵਿੱਚ ਉਹ ਹੈ ਤੁਕ ਹੈ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚਲੀਏ। ਹੁਣ ਇੱਥੇ ਅਵਗੁਣਾ ਨੂੰ ਜਿੱਤ ਲਿਆ ਹੋਇਆ ਇਸ ਅਖਾੜੇ 'ਚ। ਪਹਿਲਾਂ ਅਵਗੁਣਾ ਨੇ ਮੈਨੂੰ ਇਸ ਅਖਾੜੇ ਵਿੱਚ, ਜਿਸ ਨੂੰ ਆਖਦੇ ਨੇ ਨਾ ਇਹ ਅਖਾੜਾ ਹਰ ਪ੍ਰੀਤਮ ਸੱਚੇ ਕਾ, ਜਿਸ ਨੂੰ ਗੁਰਬਾਣੀ ਵਿੱਚ ਆਖਦੀ, ਉਸ ਨੂੰ ਹੋਰ ਵੀ ਜਗ੍ਹਾ ਕਹਿੰਦੇ ਨੇ ਬਿਖਮੋ ਬਿਖਮ ਅਖਾੜਾ ਮੈਂ ਗੁਰ ਮਿਲ ਜੀਤਾ ਰਾਮ। ਕਹਿੰਦੇ ਇਹ ਅਖਾੜਾ ਨਾ ਹੁਣ ਮੈਂ ਗੁਰੂ ਨਾਲ ਮਿਲ ਕੇ, ਭਾਵ ਗੁਣਾ ਦਾ ਵਾਸਲਾ, ਗੁਣਾ ਦੇ ਕਰਕੇ ਮੈਂ ਜਿੱਤ ਚੁੱਕਾ। ਹੁਣ ਇਹ ਜਿਹੜਾ ਆਪਣਾ ਪਿੜ ਇਹ ਮਲੀਏ, ਇਸ ਤਰੀਕੇ ਨਾਲ ਮਲਿਆ ਜਾਂਦਾ। ਕਹਿੰਦੇ ਨੇ ਜਿਸ ਨੂੰ ਉੱਪਰ ਕਹਿੰਦੇ ਨਾ ਗੁਣਾ ਕਾ ਹੁਣ ਇੱਥੇ ਵਾਸਲਾ ਹੋ ਗਿਆ ਹੈ, ਗੁਣਾ ਦੀ ਸਾਂਝ ਹੀ ਹੋ ਰਹੀ ਹੈ। ਅਵਗੁਣਾ ਨੂੰ ਹੁਣ ਅਸੀਂ ਛੋੜ ਕੇ ਅਵਗੁਣਾ ਨੂੰ ਇੱਥੇ ਗੁਣਾ ਦੀ ਸਾਂਝ ਹੋ ਰਹੀ ਹੈ, ਇਸੇ ਨੂੰ ਕਹਿੰਦੇ ਨੇ ਆਪਣਾ ਪਿੜ ਮਲੀ ਹੈ। ਉਹ ਲਫ਼ਜ਼ ਯੂਜ਼ ਕਰਕੇ ਦੱਸ ਰਹੇ ਨੇ ਵੀ ਇਸ ਤਰ੍ਹਾਂ ਅੰਦਰ ਵਾਲਾ ਅਖਾੜਾ ਜਿੱਤ ਕੇ ਅੰਦਰ ਵਾਲੇ ਅਖਾੜੇ ਤੇ ਆਪਣਾ ਜਿਹੜਾ ਪਿੜ ਹੈ ਨਾ ਸਾਡਾ, ਉਸ ਤੇ ਅਸੀਂ ਦੁਬਾਰਾ ਕਬਜ਼ਾ ਕਰ ਲਿਆ। ਪਹਿਲਾਂ ਉਹਦੇ ਤੇ ਵਿਕਾਰਾਂ ਦਾ ਕਬਜ਼ਾ ਸੀ, ਅਵਗੁਣਾ ਦਾ ਕਬਜ਼ਾ ਸੀ, ਹੁਣ ਕਹਿੰਦੇ ਉੱਥੇ ਸਾਡਾ ਗੁਣਾ ਦਾ ਕਬਜ਼ਾ ਹੋ ਗਿਆ। ਉਹੀ ਮਨ ਕਹਿ ਰਿਹਾ, ਜਿਸ ਮਨ ਨੇ ਬਿਖਮੋ ਬਿਖਮ ਅਖਾੜਾ ਮੈਂ ਗੁਰਮਿਲ ਜੀਤਾ ਰਾਮ ਹੋ ਗਿਆ। ਇੱਕ ਸ਼ਬਦ ਹੋਰ ਆਂਦਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਉਹਦੇ ਵਿੱਚ ਵੀ ਅੱਗੇ ਜਾ ਕੇ ਆਂਦਾ, ਕਹਿੰਦੇ ਤੁਝ ਬਿਨ ਦੂਜਾ ਵਰਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਕਹਿੰਦੇ ਜਿਹੜਾ ਤੇਰਾ ਅੰਦਰ ਵਾਲਾ ਜਿਹੜਾ ਅਖਾੜਾ ਹੈ ਨਾ, ਅੰਦਰ ਵਾਲਾ ਉੱਥੇ ਕਹਿੰਦੇ ਪਹਿਲਾਂ ਨਾ ਵਿਕਾਰਾਂ ਨੇ ਮੈਨੂੰ ਉਸ ਅਖਾੜੇ ਵਿੱਚ ਮੈਨੂੰ ਮਨ ਨੂੰ ਜਿੱਤਿਆ ਹੋਇਆ ਸੀ। ਕਹਿੰਦੇ ਹੁਣ ਕੀ ਕੀਤਾ, ਕਹਿੰਦੇ ਉੱਥੇ ਪਹਿਲਾਂ ਹਉਮੈ ਵਰਤ ਰਹੀ ਸੀ। ਕਹਿੰਦੇ ਹੁਣ ਮੈਂ ਕੀ ਕੀਤਾ, ਹੁਣ ਮੈਂ ਕਹਿੰਦੇ ਉੱਥੇ ਅੰਦਰ ਨਾ ਤੁਝ ਬਿਨ ਦੂਜਾ ਅਵਰ ਨਾ ਕੋਈ। ਕਹਿੰਦੇ ਹੁਣ ਅਵਰ ਨਾ ਕੋਈ, ਦੂਜਾ ਪਹਿਲਾਂ ਕੀ ਸੀ, ਹਉਮੈ ਵਿਕਾਰ ਅਵਗੁਣ ਉੱਥੇ ਸੀ, ਉਹਨਾਂ ਨੇ ਮੈਨੂੰ ਜਿੱਤ ਲਿਆ ਹੋਇਆ ਸੀ। ਕਹਿੰਦੇ ਹੁਣ ਮੈਂ ਅਵਗੁਣ ਛੋੜ ਦਿੱਤੇ ਨੇ, ਹਉਮੈ ਛੋੜ ਦਿੱਤੀ ਹੈ। ਸਤਿਗੁਰੂ ਜੀ ਤੁਹਾਡੀ ਮੱਤ ਮੈਨੂੰ ਪਸੰਦ ਆ ਗਈ ਹੈ। ਹੁਣ ਮੇਰੇ ਅੰਦਰ ਵਾਲੇ ਅਖਾੜੇ ਵਿੱਚ ਤੁਝ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀ। ਉੱਥੇ ਤੁਸੀਂ ਜਿਹੜੇ ਕੀ ਕਹਿੰਦੇ ਤੁਹਾਡਾ ਨਾਮ ਵਸ ਰਿਹਾ, ਜਿਸ ਨੂੰ ਗੁਣਾ ਕਾ ਵਾਸਲਾ ਕਹਿ ਰਹੇ ਨੇ। ਜੇ ਗੁਣ ਹੋਵਣ, ਗੁਣਾ ਕਰਕੇ ਹੀ ਅੰਦਰ ਵਾਲਾ ਅਖਾੜਾ ਜਿੱਤਿਆ ਜਾ ਸਕਦਾ ਹੈ। ਬਿਖਮੋ ਬਿਖਮ ਅਖਾੜਾ ਮੈਂ ਗੁਰ ਮਿਲ ਜੀਤਾ ਰਾਮ। ਉਹ ਅਖਾੜਾ ਜਿੱਤ ਕੇ ਹੀ ਜਿਹੜਾ ਅੰਦਰ ਵਾਲਾ ਪਿੜ ਹੈ, ਇਹ ਵਾਲੀ ਜਗ੍ਹਾ ਹੈ, ਅੰਦਰ ਦਾ ਜਿਹੜਾ ਨਿਵਾਸ ਹੈ, ਸਥਾਨ ਹੈ ਸਾਡਾ, ਜਿਸ ਨੂੰ ਨਿਜ ਘਰ ਵੀ ਆਖਦੇ ਨੇ, ਉਹ ਪ੍ਰਾਪਤ ਹੋਇਆ ਜਾ ਸਕਦਾ। ਉਸ ਨੂੰ ਅਸੀਂ ਮੱਲ ਸਕਦੇ ਹਾਂ, ਭਾਵ ਉੱਥੇ ਅਸੀਂ ਨਿਵਾਸ ਕਰ ਸਕਦੇ ਹਾਂ। ਸਾਡਾ ਕੰਟਰੋਲ ਸਾਡੇ ਕੰਟਰੋਲ ਥੱਲੇ ਹੋ ਜਾਏਗਾ। ਫਿਰ ਉਹੀ ਗੱਲ ਉੱਪਰ ਤੇ ਵਿੱਚ ਨੀਚੇ ਵਾਲੀ ਅਲੱਗ ਨਹੀਂ ਹੈ, ਉਸੇ ਨੂੰ ਐਕਸਪਲੇਨ ਕਰ ਰਹੇ ਨੇ ਸਰ। ਹਾਂਜੀ ਵੀਰ ਜੀ, ਹੋ ਗਿਆ ਥੋੜਾ ਜਿਹਾ। ਅੱਗੇ ਇੱਕ ਸ਼ਬਦ ਲਿਖਿਆ, ਜਿੱਥੇ ਜਾਈਏ ਪਈਏ ਭਲਾ ਕਹੀਏ ਚੋਲ ਦਾ ਵੀਰ ਜੀ ਇਹਦੇ ਨਾਲ ਜਰਾ ਜਿਹਾ ਸਮਝਾਓਗੇ ਵੀ ਜੀ, ਚੋਲ ਅੰਮ੍ਰਿਤ ਪੀਜੇ। ਨਹੀਂ ਵੀਰ ਜੀ, ਹੁਣ ਕੀ ਹੋ ਗਿਆ, ਦੇਖੋ ਇਹ ਉਹੀ ਸਤਿਗੁਰੂ ਜੀ ਵਾਲੀ ਗੱਲ ਚੱਲਦੀ ਹੈ ਜਪਜੀ ਸਾਹਿਬ ਦੇ ਵਿੱਚ। ਜਦੋਂ ਅੰਦਰ ਮਨ ਦੇ ਅੰਦਰ ਨਾਮ ਵਸ ਜਾਂਦਾ ਹੈ ਹਨਾ, ਜਿਸ ਨੂੰ ਆਖਦੇ ਜਿਨ ਕੈ ਰਾਮ ਵਸੈ ਮਾਈ। ਹੁਣ ਫਿਰ ਮਨ ਕੀ ਕਰਦਾ, ਅੱਗੇ ਮਨ ਨਾਮ ਵੰਡਦਾ ਅੱਗੇ ਬਾਕੀਆਂ ਨੂੰ ਵੀ। ਜਿਸ ਨੂੰ ਉੱਪਰ ਕਹਿ ਰਹੇ ਨੇ ਨਾ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ। ਮਨ ਤਾਂ ਹੀ ਸਾਂਝ ਕਰ ਸਕਦਾ ਸੀ ਨਾ ਵੀ ਪਹਿਲਾਂ ਮਨ ਕੋਲ ਜੇ ਗੁਣ ਹੁੰਦੇ। ਪਹਿਲਾਂ ਮਨ ਕੋਲ ਤਾਂ ਗੁਣ ਨਹੀਂ ਸੀ, ਅਵਗੁਣ ਸੀ, ਅਵਗੁਣਾਂ ਦੀ ਸਾਂਝ ਕਰਦਾ ਸੀ। ਭਾਵ ਅੰਮ੍ਰਿਤ ਨਹੀਂ ਸੀ ਪੀਂਦਾ, ਕੀ ਕਹਿੰਦੇ ਆ ਬਿਖ ਪੀਂਦਾ ਸੀ ਹਨਾ। ਤੇ ਹੁਣ ਮਨ ਕੋਲ ਹੋ ਗਿਆ ਗੁਣਾ ਕਾ ਵਾਸਲਾ ਹੋ ਗਿਆ, ਭਾਵ ਉਹਦੇ ਕੋਲ ਬਹੁਤ ਸਾਰੇ ਬੇਅੰਤ ਗੁਣ ਉਹਦੇ ਝੋਲੀ ਉਹਦੇ ਅੰਦਰ ਵਸ ਚੁੱਕੇ ਨੇ। ਉਹਦੇ ਕੋਲ ਹੁਣ ਗੁਣ ਹੋ ਗਿਆ, ਹੁਣ ਉਹ ਗੁਣਾਂ ਦੀ ਸਾਂਝ ਕਰ ਰਿਹਾ। ਗੁਣਾਂ ਦੀ ਸਾਂਝ ਕਰਨਾ ਹੀ ਭਾਵ ਅੰਮ੍ਰਿਤ ਪੀਣਾ ਹੈ। ਅੰਮ੍ਰਿਤ ਹੈ ਬਾਣੀ। ਹੁਣ ਬਾਣੀ ਮਨ ਦੇ ਅੰਦਰ ਵਸ ਚੁੱਕੀ ਹੈ। ਅੰਮ੍ਰਿਤ ਪੀਜੈ ਭਾਵ ਜਿਹਨਾਂ ਕਹਿੰਦੇ ਨੇ ਜਿਨ੍ਹਾਂ ਗੁਰਬਾਣੀ ਮਨ ਭਾਈ ਅੰਮ੍ਰਿਤ ਛਕ ਸਕੇ ਹਨਾ। ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ। ਹੁਣ ਮਨ ਬਾਰ ਗੁਣਾ ਨੂੰ ਯਾਦ ਕਰਦਾ, ਗੁਣਾ ਨਾਲ ਸਾਂਝ ਕਰਦਾ ਤੇ ਵੰਡਦਾ ਵੀ ਆ ਅੱਗੇ।
ਪਹਿਲਾਂ ਕਹਿੰਦੇ ਨੇ ਜੇ ਗੁਣ ਹੋਵਣ ਸਾਜਣਾ, ਉੱਪਰ ਜਿੱਕ ਜੇ ਤੂੰ ਕਰੇ ਨਾ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ, ਪਹਿਲਾਂ ਮਨ ਵਾਸ ਲੈਂਦਾ, ਇਹਨੂੰ ਕਹਿੰਦੇ ਨੇ ਆਪ ਜਪੋ, ਮਨ ਆਪ ਜਪਦਾ। ਫਿਰ ਕਹਿੰਦੇ ਨੇ ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ, ਫਿਰ ਮਨ ਦੂਜਿਆਂ ਨਾਲ ਵੀ ਉਹ ਗੁਣ ਸਾਂਝ ਕਰਦਾ, ਉਹਨੂੰ ਕਹਿੰਦੇ ਨੇ ਅਵਰਾ ਨਾਮ ਜਪਾਵ, ਹਨਾ। ਇਹ ਉਹ ਅੰਦਰ ਵਾਲੀ ਉਹੀ ਚੱਲ ਰਿਹਾ ਵੀ ਜੀ। ਇਹਦੇ ਵਿੱਚ ਅਲੱਗ-ਅਲੱਗ ਜਿਹੜਾ ਚੱਲ ਰਹੇ ਵਰਡ ਨੇ। ਹੈ ਨਾ ਚੋਲ, ਇੱਕ ਵਾਰੀ ਵੀ ਜੀ ਇਹਦੇ ਤੇ ਥੋੜਾ ਜਿਹਾ ਵਿਲਾਪ ਲਗਾ ਕੇ ਵੀ ਜੀ ਇਹ ਵਰਡ ਨੂੰ ਸਮਝਾਇਆ ਵੀ ਜੀ ਚੋਲ। ਵੀਰ ਜੀ ਹਾਲਾਂਕਿ ਚੋਲ ਝੋਲ ਦਾ ਵੀਰ ਜੀ ਕੀ ਕਹਿੰਦੇ, ਮੇਰੇ ਕੋਲ ਮੈਂ ਦੇਖਿਆ ਨਹੀਂ ਝੋਲ ਦਾ ਉਹਦੇ ਵਿੱਚ ਆਪਣਾ ਤਤਕੇ ਵਿੱਚ ਕੀ ਅਰਥ ਹੈ ਐਗਜ਼ੈਕਟ ਮੈਨੂੰ ਨਹੀਂ ਧਿਆਨ ਚ ਆ ਰਿਹਾ। ਓਕੇ ਵੀਰ, ਨੋ ਪ੍ਰੋਬਲਮ। ਵੈਸੇ ਪਰ ਉਹ ਕੀ ਕਹਿੰਦੇ ਜਿਹੜਾ ਕਨਸੈਪਟ ਹੈ ਉਹੀ ਚੱਲ ਰਿਹਾ ਵੀਰ ਜੀ। ਝੋਲ ਵੱਲ ਧਿਆਨ ਦਿਓ ਨਾ, ਲੱਲੇ ਨੂੰ ਸਿਆਰੀਏ ਝੋਲ ਕੇ, ਜਿਸ ਤਰ੍ਹਾਂ ਝੋਲ ਕੇ ਕਈ ਵਾਰੀ ਅੱਛੀ ਤਰ੍ਹਾਂ ਹਿਲਾ ਕੇ ਅੰਮ੍ਰਿਤ ਪੀਤਾ ਜਾਂਦਾ ਨਾ, ਜਿਸ ਤਰ੍ਹਾਂ ਅਸੀਂ ਝੋਲ ਕੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਵੀਰ ਜੀ ਸਮਝਾਣਾ ਕਰੋ ਸੁਖਿੰਦਰ ਵੀਰ ਜੀ। ਵੀਰ ਜੀ ਉੱਪਰ ਜਿਸ ਨੂੰ ਵਾਸੁਲਾ ਆਖ ਰਿਹਾ ਨਾ, ਵਾਸੁਲਾ ਵੀ ਇੱਕ ਤਰ੍ਹਾਂ ਦਾ ਥੈਲਾ ਹੁੰਦਾ ਨਾ, ਵਾਸੁਲਾ ਵੀ ਜਿਸ ਤਰ੍ਹਾਂ ਇੱਕ ਤਰ੍ਹਾਂ ਦਾ ਥੈਲਾ ਦਾ, ਇੱਕ ਤਰ੍ਹਾਂ ਦਾ ਜਿਹੜਾ ਜਿਸ ਤਰ੍ਹਾਂ ਉੱਪਰ ਜਿਸ ਨੂੰ ਉੱਪਰ ਵਾਸਲਾ ਦੱਸ ਰਿਹਾ ਨਾ ਵੀ ਇੱਕ ਥੈਲਾ ਜਾਂ ਇੱਕ ਜਗ੍ਹਾ ਜਾਂ ਇੱਕ ਕੋਈ ਡੱਬੀ ਜਿਹਦੇ ਵਿੱਚ ਗੁਣਾ ਕਾ ਹੋਵੇ ਵਾਸੁਲਾ, ਕਹਿੰਦੇ ਜਿਹਦੇ ਅੰਦਰ ਗੁਣ ਹੋਣ, ਉਸੇ ਨੂੰ ਸ਼ਾਇਦ ਥੱਲੇ ਉਸ ਨੂੰ ਆਖ ਰਹੇ ਨੇ, ਕਹਿੰਦੇ ਉਹ ਜਿਹੜਾ ਉਸਨੂੰ ਝੋਲ ਕੇ ਪਾਪ, ਉਹ ਜਿਹੜਾ ਵਾਸੁਲਾ ਜਾਂ ਉਹਦੇ ਵਿੱਚੋਂ ਨਿਕਾਲ ਕੇ ਤੁਸੀਂ ਅੰਮ੍ਰਿਤ ਬਾਰ-ਬਾਰ ਪੀਂਦੇ ਰਹੋ, ਬਾਰ-ਬਾਰ ਵਾਸ ਲੈਂਦੇ ਰਹੋ। ਉਹ ਮੇਰੇ ਖਿਆਲ ਉਹ ਲਫ਼ਜ਼ ਉਹਦੇ ਨਾਲ ਰਿਲੇਟਡ ਹੀ ਆ ਰਿਹਾ ਵੀ ਜੋ ਚੀਜ਼ ਜਿੱਥੇ ਤੁਹਾਡੇ ਗੁਣਾ ਕਾ ਵਾਸਲਾ ਹੈ ਨਾ, ਉਹਦੇ ਵਿੱਚੋਂ ਝੋਲ ਕੇ ਪਾਪ, ਉਹਦੇ ਵਿੱਚੋਂ ਨਿਕਾਲ ਕੇ ਜਾਂ ਉਸ ਝੋਲੇ ਵਿੱਚੋਂ ਜਾਂ ਉਸ ਵਾਸਲੇ ਵਿੱਚੋਂ ਨਿਕਾਲ ਕੇ ਅੰਮ੍ਰਿਤ ਪੀਂਦੇ ਰਹੋ। ਸੁਖਵਿੰਦਰ ਵੀਰ ਜੀ ਇੱਕ ਸ਼ਬਦ ਹੋਰ ਆਉਂਦਾ ਬੜਾ ਵਧੀਆ ਇਹਦੇ ਵਿੱਚ ਭੁਪਿੰਦਰ ਸਾਈਂ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਠ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ ਦੋ ਬੈਠਾ ਵੇਖਿਆ ਆਪ ਜੀ, ਬਾਤ ਵੱਜਣ, ਬੜਾ ਵਧੀਆ ਸ਼ਬਦ ਹੈ ਵੀਰ ਜੀ। ਇਹ ਬਿਲਕੁਲ ਮੇਲ ਖਾਂਦਾ ਹੈ ਇਹਦੇ ਨਾਲ ਰਿਲੇਟ ਹੋ ਰਿਹਾ ਵੀਰ ਜੀ, ਬਿਲਕੁਲ ਪੂਰਾ ਰਿਲੇਟ, ਇੱਕ ਲਾਈਨ ਰਿਲੇਟ ਹੋ ਰਹੀ ਹੈ। ਯੈਸ ਵੀਰ ਜੀ, ਰਾਈਟ ਗੁਰਪ੍ਰੀਤ ਜੀ। ਭੁਪਿੰਦਰ ਵੀਰ ਜੀ ਨੇ ਹੈਂਡ ਰੇਜ਼ ਕੀਤਾ ਸੀ। ਤਜਿੰਦਰ ਵੀਰ ਜੀ ਮੈਨੂੰ ਇੱਥੇ ਹੈਂਡ ਰੇਜ਼ ਥੱਲੋਂ ਆਂਦਾ ਤਾਂ ਦਿਖਦਾ, ਅਗਰ ਸਕਰੀਨ ਤੇ ਮੈਂ ਦੇਖਿਆ ਨਹੀਂ ਸੀ, ਸੌਰੀ ਵੀਰ ਜੀ। ਭੁਪਿੰਦਰ ਵੀਰ ਜੀ ਔਨ ਕਰ ਲਓ ਵੀਰ ਜੀ, ਆਡੀਓ ਮੇਰੀ ਪਲੀਜ਼। ਭੁਪਿੰਦਰ ਵੀਰ ਜੀ ਨੇ ਕੀਤਾ ਸੀਗਾ ਤੇ ਉਹ ਵਿਚਾਰ ਦੇਣਾ ਚਾਹਨ। ਹਾਂਜੀ, ਮੈਂ ਪਹਿਲਾਂ ਝੋਲ ਡਿਸਕਸ ਕਰਾਂ ਕਿ ਪੇੜ ਡਿਸਕਸ ਕਰਾਂ ਜਾਂ ਵੀਰ ਜੀ ਪੂਰਾ ਸ਼ਬਦ ਜਿਵੇਂ ਮੈਂ ਕੁਐਸਚਨ ਕੀਤਾ, ਪਲੀਜ਼ ਸਾਰਾ 1 ਬਾਈ 1 ਸਾਰਾ ਡਿਸਕਸ ਕਰੋ ਵੀਰ ਜੀ, ਪਲੀਜ਼ ਵੀਰ ਜੀ ਪਲੀਜ਼। ਅੱਛਾ, ਜੋ ਮੈਨੂੰ ਸਮਝ ਆਇਆ ਮੈਂ ਉਸ ਤੁਛ ਬੁੱਧੀ ਅਨੁਸਾਰ ਸਾਂਝ ਕਰ ਰਿਹਾ ਕਿ ਅਸੀਂ ਪ੍ਰੈਕਟੀਕਲ ਕਰਨ ਵੇਲੇ ਇਹਨੂੰ ਇਹ ਸਮਝਦੇ ਹਾਂ ਕਿ ਜਿੱਥੇ ਜਾਏ ਬਈਏ ਭਲਾ ਕਹੀਏ ਦਾ ਟੌਪਿਕ ਜਿਹੜਾ ਸਾਰਾ ਹੈ, ਇਹ ਸਾਡੇ ਨਾ ਸਾਰੇ ਜਿਹੜੇ ਅੰਗ ਨੇ ਨਾ, ਸੁਰਤ ਮਤ ਬੁੱਧ ਔਰ ਸਾਰੇ ਅੰਗ, ਬਾਰ-ਬਾਰ ਸਾਰੇ ਅੰਗਾਂ ਦਾ ਨਾਮ ਮੈਂ ਆਪਣਾ ਜਗਤ ਰੱਖ ਲੈਂਦਾ ਜਾਂ ਸਾਰੇ ਅੰਗਾਂ ਦਾ ਨਾਮ ਮੈਂ ਸ੍ਰਿਸ਼ਟੀ ਰੱਖ ਲੈਂਦਾ। ਦਿਸਦੇ ਅਣਦਿਸਦੇ ਇੰਦਰੇ ਗਿਆਨ ਇੰਦਰੇ ਰੋਗ, ਠੀਕ ਹੈ। ਸੋ ਮੈਂ ਸਾਰੇ ਅੰਗ ਨਾ, ਸਾਰੇ ਅੰਗਾਂ ਦਾ ਨਾਮ ਸੀ ਨਾ ਸਿੰਪਲੀ ਸਮਝਣ ਵਾਸਤੇ ਤਨ ਰੱਖ ਲੈਂਦੇ। ਮਨ ਜਦੋਂ ਸਤਿਗੁਰ ਦੀ ਮੱਤ ਲੈ ਲੈਂਦਾ ਹੈ ਨਾ, ਇਸ ਸਰੀਰ ਦਾ ਪੋਜ਼ਿਟਿਵ ਸੈਂਸ ਵਿੱਚ ਸਾਜਨ ਬਣ ਜਾਂਦਾ ਹੈ। ਜਦੋਂ ਉਹ ਸਾਜਨ ਬਣ ਜਾਂਦਾ ਹੈ, ਉਹਨੂੰ ਗੁਣਾ ਦਾ ਇਹ ਪੂਰੀ ਗੁਥਲੀ ਗੋਦੜੀ ਪ੍ਰਾਪਤ ਹੋ ਜਾਂਦੀ ਹੈ, ਜਿਹਨੂੰ ਵਾਸਲਾ ਕਹਿੰਦੇ ਨੇ। ਹੁਣ ਸਾਰੇ ਅੰਗ ਵੀ ਕਹਿ ਰਹੇ ਨੇ, ਜਦੋਂ ਸਾਰੇ ਅੰਗ ਵੀ ਕਹਿਣ ਨਾ, ਤਾਂ ਮਾਨੋ ਸਾਰੇ ਅੰਗਾਂ ਨੇ ਇਹ ਕਹਿਣਾ ਮੰਨ ਲਿਆ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਵੀ ਆਓ ਅਸੀਂ ਆਪਣੀ ਮਨ ਕੀ ਮਰਜ਼ੀਆਂ ਸਾਰੇ ਛੱਡਦੇ ਹਾਂ ਤੇ ਅਸੀਂ ਵੀ ਉਹੀ ਫੋਲੋ ਕਰਦੇ ਹਾਂ ਜੋ ਇਹ ਸਾਜਨ ਸਾਡੇ ਮਨ ਜੀ ਕਰਦੇ। ਜਦੋਂ ਅਸੀਂ ਪਹਿਲਾਂ ਵਿਚਾਰਿਆ ਸੀ ਕਿ ਅਸਾਂ ਵੀ ਉੱਥੇ ਜਾਣਾ, ਇਹ ਸਾਰੇ ਅੰਗ ਕਹਿ ਰਹੇ ਨੇ, ਜਿਸ ਪਾਸੇ ਸਾਡਾ ਮਾਲਕ ਮਨ ਚਲਾ ਗਿਆ, ਭਾਵ ਇਸ ਸਾਹਿਬ ਨੇ ਜਿਹੜਾ ਪੰਥ ਆਪਣਾ ਸੰਭਾਲ ਲਿਆ। ਸੋ ਇਹ ਸਾਰੇ ਅੰਗ ਬੋਲ ਰਹੇ ਨੇ, ਗੁਣਾ ਕਹੋਵੇ ਵਾਸਲਾ ਕੱਢ ਵਾਸ ਲਈ ਜੈ। ਜੇ ਸਾਨੂੰ ਕਿੱਥੋਂ ਗੁਣ ਮਿਲਣ ਤਾਂ ਸਾਨੂੰ ਉਹ ਖੁਸ਼ਬੂ ਗੁਣਾ ਵਾਲੀ ਲੈ ਲੈਣੀ ਚਾਹੀਦੀ ਹੈ। ਜੇ ਗੁਣ ਹੋਵਨ ਸਾਧਨਾ, ਅਗਰ हमारे मन के पास ये वाले गुण हैं ਤਾਂ ਸਾਨੂੰ ਉਹਦੇ ਨਾਲ ਸਾਂਝ ਕਰਨੀ ਚਾਹੀਦੀ ਹੈ। ਸਾਰੇ ਸੁਰਤ ਮਤ ਬੁੱਧ ਸਾਰੇ ਕਹਿ ਰਹੇ ਨੇ ਸਾਂਝ ਕਰੀ ਜੇ ਗੁਣਾ ਕੇਰੀ, ਤੇ ਸਾਨੂੰ ਆਪਣੀ ਆਪਣੀ ਹਉਮੈ ਦੀ ਅਵਗੁਣ ਛੋੜ ਦੇਣੇ ਚਾਹੀਦੇ ਨੇ। ਪਹਿਰੇ ਪਟੰਬਰ ਕੀ ਹੁੰਦਾ ਹੈ? ਪਟੰਬਰ ਹੁੰਦਾ ਹੈ ਚੰਗੀ ਸੁਚੱਜੀ ਪੱਟ ਵਾਲੀ ਰੇਸ਼ਮ ਵਾਲੀ ਮੱਤ, ਜਿਹਨੂੰ ਆਕਾਸ਼ ਵਾਲੀ ਮੱਤ ਵੀ ਕਹਿੰਦੇ ਨੇ। ਆਕਾਸ਼ ਅਸੀਂ ਬਾਣੀ ਚ ਡਿਸਕਸ ਕਰਦੇ ਹਾਂ
पाताला पाताल लख आगाशां आगास चों, और कबीर जी कहते ने गगन नगर एक बूंद ना बरखै, और गुरु नानक पातशाह कहते ने गगन में थाल, मतलब चंगी सुचज्जी मत। ताई जेड़ा बंदा सुमत लैके अपने जीवन विच उच्चा हो जाता ना, उन्होंने कहते ने एलीवेट हो गया। एलीवेट नूं उच्ची मत दे नाल जोड़ जाता। पहरे पटंबर असी सुचज्जी मत दा ओढ़नी ओढ़ लैंदे हां, कर अडंबर असी सारे उहदे वास्ते मेहनत करदे हां, वाली सजावट करके अपना पिड़ मलिए। पिड़ मलिए हुंदा नाउ लेट अस बी रेडी टू फाइट अगेंस्ट जम। असी हुण सारे तैयार हो गए, साडे मन साजन जी कोलों असी सुमत लै ली है, और असी अपना पिड़ मल लिया। जेड़ा हुणे गुरप्रीत जी है ना तुहाडा नाम, रेडियो स्टेशन वाले गुरप्रीत जी, जदों उन्होंने शब्द उही है कि ਉਹ ਗੁਸਾਈ ਦਾ ਪਹਿਲਵਾਨੜਾ ਮਨ ਪਹਿਲਵਾਨੜਾ बन चुका होया है। हुण मन दे नाल सारे अंग भी अपना इस बिगुल बज रहा, और अपना सारी तैयारी करके श्री राम नाम उच्चर बना आगे जमदल बेखम पना। साडी जिंदगी च पल पल जेड़ा विकारां दा साडे ते अटैक हुंदा ना, ਉਹਦੇ ਨਾਲ फाइट करने वास्ते प्रिपेयर हो गए ने, अपना पिड़ मल लिया। They all are saying with each other, आओ चलिए अपने साजन नाल मिलिए, और अपना भी असी भी पिड़ मल लीए। हुण असी अखां नाल भी धोखा नहीं खाना, सुरत करके भी धोखा नहीं खाना, जीव करके भी धोखा नहीं खाना। नहीं, अब हम फाइट, वी कैन कॉम्बैट विद जम। जिथे जाए भईया भला कहिए, झोल अमृत पीजे। तुसी लफज झोल पूछिया ना, अगर इस कॉन्टेक्स्ट च असी आवांगे ना, ਤਾਂ ਉਹ ਸਾਜਨ ਕੋਲ ਜਿਹੜੇ ਚੰਗੇ ਗੁਣ ਨੇ, ਉਹ ਅੰਮ੍ਰਿਤ ਰੂਪੀ ਨੇ, ਉਹ ਸਾਨੂੰ ਵਿਕਾਰਾਂ ਤੋਂ ਮਰਨ ਨਹੀਂ ਦਿੰਦੇ ਨੇ। ਸਾਨੂੰ ਵੀ ਝੋਲ ਅੰਮ੍ਰਿਤ, ਝੋਲ ਦਾ ਮਤਲਬ ਹੁੰਦਾ ਸਾਰੀ ਕੂੜ ਪਰੇ ਕਰਕੇ, ਬਿਲਕੁਲ ਹਟਾ ਕੇ, ਨਿਥਾਰ ਕੇ ਓਨਲੀ ਐਸੈਂਸ ਲੈਂਦੇ ਆ, ਤਾਂ ਕਿ ਅਸੀਂ ਸਾਰੇ ਆਪਣੇ ਗੁਸਾਈ का पहलवानड़ा बन के ਅਸੀਂ जमा ਦੇ अगेंस्ट फाइट करके आत्मक मौत कदे ना मरिए। गुणा का होवे वासला वास लीजिए। इस करके हम सारे को ये लेना चाहिए। जदों असी तन वालों इस तरह इहदे अर्थ करांगे तां होर स्वादले अर्थ बनते जाणगे। वैसे इन जनरल है कि सानू सारे नूं कहा कि सानू गुणा दा वासला करना चाहिए है। रब जी साडे साजन ने, उन्हां दी मत लैनी चाहिए है ते जमा दे अगेंस्ट करना चाहिए है। पर जदों असी इसी दे रिलेटेड होर शब्द जाओगे, उत्थे सुरत दे बारे गल कीती हुई है। इस करके सारे तन दे बारे असी इहनूं लैके आओगे तां सानूं होर प्रैक्टिकल जीवन दी जांच समझ जी वीर जी बड़ी खूबसूरती नाल हाँ जी, हेलो, हाँ जी वीर जी, जी इकबाल भी जी, वाहिगुरू जी का खालसा वाहिगुरू जी फतेह। ਝੋਲ ਸ਼ਬਦ ਦੀ ਗੱਲ ਹੋਈ ਸੀ, ਵਿਚਾਰ ਚੱਲਦੀ ਪਈ ਸੀ। ਝੋਲ ਸ਼ਬਦ ਨੂੰ ਜਦੋਂ ਆਪਾਂ ਪੁਣ ਛਾਣ ਕਰਕੇ ਜਦੋਂ ਖੱਟਾ ਇੱਕ ਲਾਉਂਦੇ ਹੁੰਦੇ ਸੀ, ਅਸੀਂ ਲੱਸੀ ਪਾ ਕੇ ਉਹਨੂੰ ਕੱਪੜੇ 'ਚ ਪਾ ਕੇ ਪੁਣ ਨੂੰ ਉੱਪਰ ਟੰਗ ਦਿੰਦੇ ਸੀ। ਉਹ ਤਿਪਕਾ ਤਿਪਕਾ ਪਾਣੀ ਨਿਕਲ ਹੀ ਜਾਂਦਾ ਹੈ ਤੇ ਉਹਨੂੰ ਪੁਣ ਛਾਣ ਕਰ ਲੈਣਾ, ਬਰੀਕ ਤੋਂ ਬਰੀਕ ਪੁਣ ਛਾਣ ਕਰਕੇ ਅੰਮ੍ਰਿਤ ਛਕਣਾ, ਜਿਹੜਾ ਗੁਣਾਂ ਦੀ ਸਾਂਝ ਛਕਣੀ ਹੈ, ਪੀਣਾ, ਇਹਨੂੰ ਕਹਿੰਦੇ ਝੋਲ ਅੰਮ੍ਰਿਤ ਪੀਜੇ। ओके जी, ओके, well explained विजी in brief short, thank you विजी। विजी समा हो गया ते फतेह दी सांझ करके रिकॉर्डिंग रोक ला मैं विजी। वाहिगुरू जी का खालसा, वाहिगुरू जी की फतेह। वाहिगुरू जी का खालसा।